सी ओना ही तरिंजणा देवे कोई जोड़नी मैं कोई रंगला पंजाब देवे मोड़नी मैं कोई रंगला पंजाब देवे मोड़नी। रेशमी रुमालां उत्ते बूटियां प्यारियां दरियां दी हेक नाल होण फुलकारियां। रेशमी रुमालां उत्ते बूटियां प्यारियां दरियां दी हेक नाल होण फुलकारियां। चावां दियां चादरां लईए फिर ओढ़नी मैं कोई रंगला पंजाब देवे मोड़नी मैं कोई रंगला पंजाब देवे मोड़नी। चुकिए कपाहां ओही भर भर झोलियां कटिए कसीदे ते शिंगारिए कंधोलियां। चुकिए कपाहां ओही भर भर झोलियां कटिए कसीदे ते शिंगारिए कंधोलियां। बेरियां बरानियां बेर खाइए तोड़नी मैं कोई रंगला पंजाब देवे मोड़नी मैं कोई रंगला पंजाब देवे मोड़नी। सबर शुकर वाली सच्ची सुच्ची कार सी सांझायन मोल सैफी रूहां दा प्यार सी। सबर शुकर वाली सच्ची सुच्ची कार सी सांझायन मोल सैफी रूहां दा प्यार सी। लोड़ मोरा वाली औरतां को थोड़नी मैं कोई रंगला पंजाब देवे मोड़नी मैं कोई रंगला पंजाब देवे मोड़नी मैं कोई रंगला पंजाब देवे मोड़नी। साडी धरती मां खुशहाल होवे हर बिरख दी नचदी डाल होवे पानी दी ढलक दी चाल होवे साडे अंदर महक खाब चाहिदा असी होर ना कुछ भी मंगदे हां साडा जहरा मुक्त पंजाब चाहिदा। सानू नदियां गाउंदियां गीत दिसन इत्थे पौना पाउंदियां प्रीत दिसन मावां दे सीने सीत दिसन इत्थे रुख ते पंछी मीत दिसन। कुदरत दे हत्थां विच सैफी वजदा ओही साज चाहिदा असी होर ना कुछ भी मंगदे हां साडा जहरा मुक्त पंजाब चाहिदा साडा जहरा मुक्त पंजाब चाहिदा। नमस्ते सत श्री अकाल जी आया नो और सवेरे सवेरे दा सारिਆਂ ਨੂੰ
ਆਉਣ ਦੀ ਖੇਚਲ ਦਿੱਤੀ ਹੈ। ਡਾਕਟਰ GPI ਸਿੰਘ ਜਿਹੜੇ ਆਦੇਸ਼ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਨੇ, ਡਾਕਟਰ JS ਠਾਕੁਰ PGI ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਦੇ ਫਾਰਮਰ ਹੈਡ, ਔਰ ਪੰਜਾਬ ਦੇ ਵਿੱਚ ਜਿੰਨੀ ਵੀ ਕੈਂਸਰ ਦੀ ਸਟੱਡੀਜ਼ ਹੋਈਆਂ ਜਾਂ ਐਪੀਡੈਮੋਲੋਜੀਕਲ ਸਟੱਡੀਜ਼ ਹੋਈਆਂ ਉਹਨਾਂ ਦੇ ਪ੍ਰਿੰਸੀਪਲ ਇਨਵੈਸਟੀਗੇਟਰ, ਡਾਕਟਰ ਸਚਿਨ ਗੁਪਤਾ ਮੈਕਸ ਹਸਪੀਟਲ ਮੋਹਾਲੀ ਦੇ ਕੈਂਸਰ ਵਿਸ਼ੇਸ਼ज्ञ ਕੈਂਸਰ ਦੇ ਜਾਂ ਡਿਪਾਰਟਮੈਂਟ ਔਨਕੋਲੋਜੀ ਡਿਪਾਰਟਮੈਂਟ ਹੈ ਉਹਦੇ ਹੈਡ ਨੇ, ਔਰ ਰੂਟੀਨ ਦੀ ਤਰ੍ਹਾਂ ਮੇਰੇ ਸਾਥੀ ਡਾਕਟਰ ਅਮਰ ਸਿੰਘ ਆਜ਼ਾਦ ਪਟਿਆਲਾ। ਅੱਜ ਅਸੀਂ ਜੋ ਗੱਲਬਾਤ ਕਰ ਰਹੇ ਹਾਂ ਉਹ ਗੱਲਬਾਤ ਕਰਨੀ ਅਸੀਂ ਪੰਜਾਬ ਦਾ ਇਨਵਾਇਰਨਮੈਂਟਲ ਹੈਲਥ ਏਜੰਡਾ ਕੀ ਹੋਣਾ ਚਾਹੀਦਾ, ਪੰਜਾਬ ਦਾ ਕਿਸ ਤਰ੍ਹਾਂ ਦਾ ਏਜੰਡਾ ਹੋਵੇ ਕਿ ਜਿਹੜਾ ਏਜੰਡਾ ਪੰਜਾਬ ਦੀ ਨਵੀਂ ਸਰਕਾਰ ਬਣੇ ਤੇ ਨਵੀਂ ਸਰਕਾਰ ਕਿਸ ਤਰ੍ਹਾਂ ਦੇ ਏਜੰਡੇ ਨੂੰ ਫਾਲੋ ਕਰੇ, ਕਿਵੇਂ ਪੰਜਾਬ ਦੇ ਵਾਤਾਵਰਣ ਚ ਜੋ ਜ਼ਹਿਰ ਘੁਲ ਰਹੇ ਨੇ ਪੰਜਾਬੀਆਂ ਦੇ ਸਰੀਰ ਚ ਪਹੁੰਚ ਗਏ ਨੇ, ਪੰਜਾਬੀਆਂ ਦੇ ਖੂਨ ਚ ਪਹੁੰਚ ਗਏ ਨੇ, ਜੋ ਇੰਨਾ ਕੁਝ ਹੋ ਗਿਆ ਹੈ, ਸਰਕਾਰ ਆ ਕੇ ਕਰੇ ਤਾਂ ਕਰੇ ਕੀ, ਕਿਸ ਤਰ੍ਹਾਂ ਅੱਗੇ ਵਧੀਏ, ਇਹਦੇ ਲਈ ਆਪਾਂ ਡਿਸਕਸ਼ਨ ਕਰਨ ਲਈ ਅੱਜ ਇਕੱਠੇ ਹੋਏ ਹਾਂ। ਔਰ 3 ਐਕਸਪਰਟਸ, ਆਜ਼ਾਦ ਸਾਹਿਬ ਵੀ ਐਕਸਪਰਟ ਨੇ, ਪਰ ਅਸੀਂ ਐਕਸਪਰਟ ਜਾਂ ਤੇ 3 ਲੋਕਾਂ ਨੂੰ ਸੁਣਾਂਗੇ, ਡਿਸਕਸ਼ਨ ਕਰਾਂਗੇ, ਆਪਸ ਚਰਚਾ ਹੈ। ਮੈਂ ਜਿਹੜੇ ਵਿਸ਼ੇਸ਼ज्ञ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਜੋ ਡਿਸਕਸ਼ਨ ਕਰ ਰਹੇ ਹਾਂ ਇਹ ਡਿਸਕਸ਼ਨ ਮੋਡ ਹੈ, ਔਰ ਇਹਦੇ ਚ ਜਿਹਨੂੰ ਕਹਿੰਦੇ ਨੇ ਆਪਾਂ ਇਹ ਵੈਬੀਨਾਰ ਨਹੀਂ ਹੈ, ਇੱਕ ਤਰ੍ਹਾਂ ਦਾ TV ਸ਼ੋਅ ਵਰਗਾ ਹੈ। ਸੋ ਤੁਹਾਨੂੰ ਕੰਟੀਨਿਊਸਲੀ ਲਗਭਗ 1.5 ਘੰਟਾ ਅਸੀਂ ਤਕਲੀਫ ਦੇਣ ਵਾਲੇ ਹਾਂ, ਔਰ ਇਹ ਡਿਸਕਸ਼ਨ ਮੋਡ 'ਚ ਅਸੀਂ ਗੱਲਬਾਤ ਕਰਾਂਗੇ, ਸ਼ਾਰਟ ਤੁਹਾਡੇ ਜਵਾਬ ਹੋਣਗੇ, ਔਰ ਤੁਸੀਂ ਆਪਸ ਇੱਕ ਦੂਜੇ ਨੂੰ ਕਲੈਰੀਫਿਕੇਸ਼ਨ ਵੀ ਹੋ ਸਕਦੇ ਹੋ। ਮੈਂ ਮੁੱਦੇ ਦੀ ਸੈਟਿੰਗ ਲਈ ਕਹਾਂਗਾ 1 ਮਿੰਟ ਵਿੱਚ ਡਾਕਟਰ ਆਜ਼ਾਦ ਇੱਕ ਏਜੰਡਾ ਸੈੱਟ ਕਰ ਦਿਓ ਤਿੰਨਾਂ ਲਈ। ਅਮਰ ਸਿੰਘ ਆਜ਼ਾਦ ਜੀ, ਡਾਕਟਰ ਸਾਹਿਬ ਅਨਮਿਊਟ ਕਰੋ। ਜੀ ਜੀ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਲੈਕਸ਼ਨਾਂ ਪੰਜਾਬ ਦੀਆਂ ਸਿਰ ਤੇ ਨੇ। ਇਸ ਰੀਜਨ ਦੇ ਵਿੱਚ ਖਾਸ ਕਿਸਮ ਦਾ ਇੱਕ ਡਿਜ਼ੀਜ਼ ਪੈਟਰਨ ਇਮਰਜ ਕੀਤਾ ਪਿਛਲੇ ਕੁਝ ਡਿਕੇਡਸ ਦੇ ਅੰਦਰ। ਉਹ ਇੱਕ ਮਸਲਾ ਆਪਾਂ ਸਾਰੇ ਵਾਕਫ ਹਾਂ ਉਹਦੇ ਤੋਂ। ਫਿਰ ਜੋ ਹੈਲਥ ਕੇਅਰ ਸਿਸਟਮ ਦੀ ਹਾਲਤ ਹੈ, ਜਿਸ ਢੰਗ ਦੇ ਨਾਲ ਸਾਰਾ ਜਿਹੜਾ ਸਰਕਾਰੀ ਤੰਤਰ ਦੀ ਬਜਾਏ ਪ੍ਰਾਈਵੇਟਾਈਜੇਸ਼ਨ ਔਰ ਐਕਸਕਲੂਸਿਵ ਐਲੋਪੈਥੀ ਬੇਸਡ ਜਿਹੜੀ ਟ੍ਰੀਟਮੈਂਟ ਹੈ ਉਹਨੂੰ ਪ੍ਰਮੋਟ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਹੈ। ਔਰ ਇੱਕ ਪਾਸੇ ਅਸੀਂ ਹੋਲਿਸਟਿਕ ਹੈਲਥ ਦੀ ਗੱਲ ਕਰ ਰਹੇ ਹਾਂ, ਔਰ ਦੁਨੀਆ ਦੇ ਅੰਦਰ ਵੀ ਇੰਟੈਗ੍ਰੇਟਡ ਸਿਸਟਮ ਦੀ ਗੱਲ ਹੋ ਰਹੀ ਹੈ। ਈਵਨ ਯੂਰਪੀਅਨ ਕੰਟਰੀ 'ਚ ਔਰ ਅਮਰੀਕਾ ਦੇ ਅੰਦਰ ਵੀ ਜਿਹੜੇ ਡਿਗਰੀਜ਼ ਨੇ, ਡਿਪਲੋਮਾਜ਼ ਨੇ ਇੰਟੈਗ੍ਰੇਟਡ ਮੈਡੀਸਨ ਦੇ ਹੈ, ਉਹਦੇ ਅੰਦਰ ਅੱਜ ਜ਼ਰੂਰਤ ਹੈ ਇਸ ਗੱਲ ਤੇ ਸੰਵਾਦ ਕਰਨ ਦੀ ਕਿ ਜੋ ਐਗਜ਼ਿਸਟਿੰਗ ਮੋਰਬਿਡਿਟੀ ਪੈਟਰਨ ਹੈ, ਜੋ ਡਿਜ਼ੀਜ਼ ਪੈਟਰਨ ਹੈ, ਕੀ ਸਾਡਾ ਹੈਲਥ ਕੇਅਰ ਸਿਸਟਮ ਉਹਦੇ ਹਾਣ ਦਾ ਹੈ, ਜਾਂ ਜੋ ਸਾਡੇ ਸਮਾਜਿਕ ਹਾਲਾਤ ਨੇ, ਜਿਸ ਕਿਸਮ ਦੀ ਸਾਡੀ ਪੇਇੰਗ ਕੈਪੈਸਿਟੀ ਹੈ ਸਾਡੇ ਲੋਕਾਂ ਦੀ, ਮੈਜੋਰਿਟੀ ਆਫ ਦੀ ਪਾਪੂਲੇਸ਼ਨ ਦੀ, ਕੀ ਉਹਦੇ ਹਿਸਾਬ ਨਾਲ ਹਰ ਵਿਅਕਤੀ ਜਿਹੜਾ ਹੈ ਉਹ ਸਿਹਤ ਲੈ ਪਾ ਰਿਹਾ। ਰਾਈਟ ਟੂ ਹੈਲਥ ਜਿਹੜਾ ਹੈ ਸਾਡਾ ਫੰਡਾਮੈਂਟਲ ਰਾਈਟ ਹੈ, ਹਰ ਸਿਟੀਜ਼ਨ ਦਾ ਜਿਹੜਾ ਰਾਈਟ ਹੈ, ਰਾਈਟ ਟੂ ਲਾਈਫ। ਰਾਈਟ ਟੂ ਲਾਈਫ ਜਿਹੜਾ ਹੈ ਰਾਈਟ ਟੂ ਹੈਲਥ ਤੋਂ ਬਿਨਾਂ ਇੱਕ ਸੋਚਿਆ ਵੀ ਨਹੀਂ ਜਾ ਸਕਦਾ। ਰਾਈਟ ਟੂ ਹੈਲਥ ਹੈ ਤਾਂ ਹੀ ਰਾਈਟ ਟੂ ਲਾਈਫ ਹੈ। ਤੇ ਅੱਜ ਮੇਰੇ ਖਿਆਲ 'ਚ ਸਾਡਾ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ ਤੋਂ ਜਿਹੜੇ ਸਾਡੇ ਪੈਟਰਨਸ ਨੇ, ਸਾਰੇ ਸਾਡੇ ਐਕਟਿਵ ਦੋਸਤ ਨੇ, ਸਾਰੇ ਇਕੱਠੇ ਅਸੀਂ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹਾਂ ਖੇਤੀ ਵਿਰਾਸਤ ਮਿਸ਼ਨ ਦੇ ਨਾਲ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿਹੜਾ ਹੈ ਇਸ ਏਜੰਡੇ ਦੇ ਉੱਪਰ ਆਪਣੀ ਕੰਟਰੀਬਿਊਸ਼ਨ ਕਰੀਏ, ਤਾਂ ਕਿ ਲੋਕ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਸਰਕਾਰ ਤੋਂ ਕਿੱਦਾਂ ਦੀ ਆਸ ਕਰਨ। ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਸੰਵਾਦ ਹੈ ਇਹ ਕਿਤੇ ਨਾ ਕਿਤੇ ਲੋਕਾਂ ਦੀ ਚੇਤਨਾ 'ਚ, ਕਿਉਂਕਿ ਅੱਜ ਸਪਸ਼ਟ ਹੈ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਕਿਸੇ ਵੀ ਤਰੀਕੇ ਨਾਲ ਲੋਕਾਂ ਦੇ ਸਹੀ ਮੁੱਦਿਆਂ ਨੂੰ ਉਠਾਉਣ 'ਚ ਹੈਜ਼ੀਟੇਟ ਕਰ ਰਹੀਆਂ ਨੇ। ਪਰ ਉਹਦੇ 'ਚ ਵੀ ਮੈਂ ਸਮਝਦਾ ਕਿ ਇੱਕ ਬੜਾ ਆਪਟੀਮਿਸਟਿਕ ਨੋਟ ਹੈ ਕਿ ਪਿਛਲੀਆਂ ਇਲੈਕਸ਼ਨਾਂ ਤੱਕ ਜਿਹੜੇ ਰੀਅਲ ਮੁੱਦੇ ਉਠਾਉਣ ਵਾਲੇ ਲੋਕ ਸੀ, ਉਹਨਾਂ ਦੀ ਗੱਲ ਬਹੁਤੀ ਸੁਣੀ ਨਹੀਂ ਸੀ ਜਾਂਦੀ, ਉਹ ਤਿਰ ਨਹੀਂ ਸੀ ਬਣ ਕੇ ਉੱਪਰ ਦੇ। ਬੰਦੇ ਜੀ ਨੂੰ ਯਾਦ ਹੋਣਾ, ਆਪਾਂ ਲਗਭਗ ਸਾਰੇ ਇਲੈਕਸ਼ਨਾਂ 'ਚ ਕੋਸ਼ਿਸ਼ ਕਰਦੇ ਹਾਂ ਕਿ ਇਲੈਕਸ਼ਨ ਮੈਨੀਫੈਸਟੋ 'ਚ ਜਿਹੜਾ ਹੈ ਇਹ ਸਿਹਤ ਦੇ ਮੁੱਦੇ, ਜਿਹੜੇ ਇਨਵਾਇਰਨਮੈਂਟ ਦੇ ਮੁੱਦੇ ਆ, ਹੋਲਿਸਟਿਕ ਹੈਲਥ ਦੇ ਮੁੱਦੇ ਆਉਣ, ਉਹ ਪਾ ਵੀ ਦਿੰਦੇ ਆ, ਲੇਕਿਨ ਕੋਈ ਗੱਲ ਤੁਰਦੀ ਨਹੀਂ ਹੈ। ਲੇਕਿਨ ਇਸ ਵਾਰ
ਲੱਗਦਾ ਹੈ ਕਿ ਜਿਹੜਾ ਜਿਹੜਾ ਸਾਡਾ ਓਪੀਨੀਅਨ ਹੈ, ਰੀਅਲ ਮੁੱਦੇ ਜਿਹੜੇ ਉਠਾਏ ਜਾਣ, ਜਿਹਦੇ ਸਿਹਤ ਦੇ ਮੁੱਦੇ ਵੀ ਹੋਣ, ਉਹ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਪਹਿਲਾਂ ਸਾਡੇ ਨਾਲ ਨਹੀਂ ਸੀ ਜੁੜੇ ਹੋਏ, ਅੱਜ ਉਹ ਵੀ ਇਸ ਦੀ ਗੱਲ ਕਰ ਰਹੇ ਹਨ ਕਿ ਜਿਹੜਾ ਸਿਹਤ ਦਾ ਸਿਸਟਮ ਹੈ, ਸਿਹਤ ਦਾ ਮਾਡਲ ਹੈ, ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ, ਤੇ ਆਉਣ ਵਾਲੀ ਸਰਕਾਰ ਤੋਂ ਜਿਹੜੇ ਲੋਕ ਨੇ ਉਹ ਕਿੱਦਾਂ ਦੀ ਆਸ ਕਰਦੇ ਹਨ। ਬਕਾਇਦੇ ਤੇ ਆਪਾਂ ਅੱਜ ਜਿਹੜਾ ਹੈ 8:30 ਵਜੇ ਤੱਕ 1.5 ਘੰਟਾ ਡਿਬੇਟ ਕਰਨੀ ਹੈ। ਸੋ ਬੇਨਤੀ ਹੈ ਮਿੰਦਰ ਜੀ, ਅੱਗੇ ਤੋਂ ਤੁਸੀਂ ਕਰੋ। हाँ, मैं शुरुआत एक बारी करांगा डॉक्टर जीपीआई सिंह तो। जीपीआई सिंह जी कम्युनिटी मैडिसन ਦੇ ਹੀ ਇੱਕ ਮਾਹਿਰ ਨੇ, ਆਰਮੀ ਚ ਵੀ ਰਹੇ ਨੇ, ਐਡਮਿਨਿਸਟ੍ਰੇਸ਼ਨ ਦਾ ਬਹੁਤ ਲੰਬਾ ਤਜਰਬਾ ਹੈ, ਵਾਈਸ ਚਾਂਸਲਰ ਵੀ ਰਹੇ ਨੇ। जीपीआई सिंह जी, ਪੰਜਾਬ ਜਿਸ ਸੰਕਟ ਚ ਫਸ ਗਿਆ ਹੈ, ਜਿਹਦੇ ਚ ਹੈਲਥ ਪਾਰਟਿਕੂਲਰਲੀ ਪਬਲਿਕ ਹੈਲਥ, এনवायरमेंट ਹੈਲਥ, ਇਹ ਜਿਹੜਾ ਐਸਪੈਕਟ ਹੈਗਾ ਬਿਲਕੁਲ ਹੀ ਅਣਗੌਲਾ ਕੀਤਾ ਜਾਂਦਾ। ਹੈਲਥ ਦੇ ਨਾਮ ਤੇ ਆਪਾਂ ਇਕੱਲੇ ਹਸਪਤਾਲ ਖੋਲਣ ਦੀ ਗੱਲ ਸਰਕਾਰ ਕਰੀ ਜਾਂਦੀ ਹੈ। ਨਵੀਂ ਸਰਕਾਰ ਪੰਜਾਬ ਦੀ ਆ ਰਹੀ ਹੈ, ਬਹੁਤ ਵੱਡੇ ਵੱਡੇ ਵਾਅਦੇ ਲੋਕੀ ਕਰ ਰਹੇ ਨੇ, ਬਹੁਤ ਮੁਫਤ ਚੀਜ਼ਾਂ ਵੰਡਣ ਦੀ ਗੱਲ ਕਰ ਰਹੇ ਆ, ਪਰ ਪੰਜਾਬ ਨੂੰ ਹੈਲਥ ਦੇ ਪੱਖੋਂ ਕਿਸ ਚੀਜ਼ ਦੀ ਲੋੜ ਹੈ? जीपीआई सिंह जी, अनम्यूट करो डॉक्टर साहब। ओके डॉक्टर। मैं जनरली डॉक्टर अमर सिंह आजाद ਦੇ ਜਿਹੜੇ ਵਿਚਾਰ ਉਹਨਾਂ ਨੇ ਪ੍ਰਗਟ ਕੀਤੇ ਆ, ਮੈਂ ਉਹਦੇ ਨਾਲ ਸਹਿਮਤ ਹਾਂ। ਹੁਣ ਤੱਕ ਦਾ ਸਾਡਾ ਤਜਰਬਾ ਹੀ ਆ, ਅਸੀਂ ਸਾਰੇ ਪੰਜਾਬ ਚ ਰਹਿੰਦੇ ਆ, ਕਈ ਸਾਲਾਂ ਤੋਂ ਰਹਿੰਦੇ ਆ ਤੇ ਅਲੱਗ-ਅਲੱਗ ਲੈਵਲ ਤੇ ਰਹੇ ਆ। ਸਾਨੂੰ ਇਹ ਕਲੀਅਰ ਦੇਖਣ ਨੂੰ ਮਿਲਦਾ ਹੈ ਕਿ ਜਿੰਨੇ ਵੀ ਪਾਲਿਸੀਜ਼ ਬਣਦੀਆਂ ਸਰਕਾਰ ਦੀਆਂ, ਉਹਦੇ ਵਿੱਚ ਹੈਲਥ ਨੂੰ ਇੰਟੀਗ੍ਰੇਟ ਨਹੀਂ ਕਰਦੇ। ਹੈਲਥ ਨੂੰ ਸਿਰਫ ਪਾਸਿੰਗ ਇੰਪੋਰਟੈਂਸ ਦਿੱਤੀ ਜਾਂਦੀ ਹੈ। ਹੈਲਥ ਦਾ ਬਜਟ ਵੀ ਨਿਗੁਣਾ ਜਿਹਾ ਹੁੰਦਾ ਹੈ, ਤੇ ਜਿਹੜਾ ਵੀ ਬਜਟ ਹੁੰਦਾ ਉਹ ਜ਼ਿਆਦਾ ਹਸਪੀਟਲਸ ਉੱਪਰ ਖਰਚ ਹੋ ਜਾਂਦਾ, ਟ੍ਰੀਟਮੈਂਟ ਉੱਪਰ ਖਰਚ ਹੋ ਜਾਂਦਾ। ਪਰ ਜਿਹੜੀ ਬੇਸਿਕ ਕਾਰਨ, ਜਿਹੜਾ ਪ੍ਰੋਬਲਮ ਦੀ, ਪੰਜਾਬ ਦੀ ਹੈਲਥ ਪ੍ਰੋਬਲਮ ਦਾ ਜਿਹੜਾ ਬੇਸਿਕ ਕਾਰਨ ਹੈ, ਉਹ ਹੈਲਥ ਕੇਅਰ ਨੂੰ ਨਿਗਲੈਕਟ ਕਰਨਾ ਹੈ। ਜਿਹੜੀਆਂ ਸਾਡੀਆਂ ਪਾਲਿਸੀਜ਼ ਹੈ, ਫॉर एग्जांपल ਹੁਣ ਤੱਕ ਜਿੰਨੇ ਵੀ ਤੁਸੀਂ ਮੈਨੀਫੈਸਟੋ ਦੇਖੇ ਹੈ, ਅਸੀਂ ਪਹਿਲਾਂ ਵੀ ਇਸ ਮੁੱਦੇ ਤੇ ਵਿਚਾਰ ਕਰ ਚੁੱਕੇ ਹਾਂ, ਪੁਰਾਣੇ ਇਲੈਕਸ਼ਨ ਵੇਲੇ ਵੀ, ਕਿ ਜਿੰਨੇ ਵੀ ਮੈਨੀਫੈਸਟੋਜ਼ ਹੁੰਦੇ ਆ ਸਾਰੀਆਂ ਦੂਸਰੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਹੈਲਥ ਨੂੰ ਕੋਈ ਛੇੜਦਾ ਨਹੀਂ। ਜੇ ਛੇੜਦਾ ਤਾਂ ਉਹ ਸਿਰਫ ਹਸਪਤਾਲਾਂ ਦੀ ਗੱਲ ਕਰਦਾ। ਫॉर एग्जांपल ਜਿਹੜੀ ਵੱਡੀ, ਸਭ ਤੋਂ ਵੱਡੀ ਪਾਲਿਸੀ ਸਾਡੀ ਬਣਦੀ ਹੈ, ਲੈਟ ਅਸ ਸੇ ਫੂਡ ਪਾਲਿਸੀ ਜਾਂ ਐਗਰੀਕਲਚਰਲ ਪਾਲਿਸੀ, ਉਹਦੇ ਵਿੱਚ ਸਿਰਫ ਯੀਲਡ ਨੂੰ ਤੇ MSP ਨੂੰ ਵਗੈਰਾ ਵਗੈਰਾ ਨੂੰ ਜਿਹੜੀ ਹੈ ਤਰਜੀਹ ਦਿੱਤੀ ਜਾਂਦੀ ਹੈ। ਉਹਦੇ ਵਿੱਚ ਹੈਲਥ ਇੰਟੀਗ੍ਰੇਟ ਨਹੀਂ ਹੁੰਦੀ, ਕਿਉਂਕਿ ਜੋ ਵੀ ਸਾਡੀ ਐਗਰੀਕਲਚਰਲ ਪਾਲਿਸੀਜ਼ ਹੈ, ਅੱਜ ਪੰਜਾਬ ਉਸੇ ਫਾਲਟੀ ਐਗਰੀਕਲਚਰਲ ਪਾਲਿਸੀਜ਼ ਕਰਕੇ ਸਫਰ ਕਰ ਰਿਹਾ। ਜਿਵੇਂ ਹੋ ਗਿਆ ਡਿਸਕਸ਼ਨ ਵਿੱਚ ਆਏਗਾ, ਜਿਹੜੇ ਹੁਣ ਤੱਕ ਪੰਜਾਬ ਦੇ ਵਿੱਚ ਪੈਟਰਨ ਜੋ ਡਾਕਟਰ ਅਮਰ ਸਿੰਘ ਆਜ਼ਾਦ ਨੇ ਹਾਈਲਾਈਟ ਕੀਤਾ ਹੈ, ਡਿਜ਼ੀਜ਼ ਪੈਟਰਨ ਜਿਹੜਾ ਇਮਰਜ ਹੋ ਰਿਹਾ ਸਾਰਾ, ਉਹਦੇ ਨਾਲ ਫਾਲਟੀ ਐਗਰੀਕਲਚਰਲ ਪਾਲਿਸੀਜ਼ ਦਾ ਕਾਫੀ ਵੱਡਾ ਰੋਲ ਹੈ। ਸੈਕੰਡਲੀ, ਸਾਡੀ ਜਿਹੜੀ ਆ ਹੈਲਥ ਸਿਸਟਮ ਨੂੰ ਅਜੇ ਤੱਕ ਸਾਡੇ ਪੂਰੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਸਟਰੈਂਥਨ ਨਹੀਂ ਕੀਤਾ ਜਾ ਰਿਹਾ ਜਿੰਨਾ ਕਿ ਡਿਜ਼ਾਇਰੇਬਲ ਹੈ। ਤਾਂ ਅਸੀਂ ਇਹ ਚਾਹਾਂਗੇ ਕਿ ਜਿੰਨੇ ਵੀ ਪੋਲੀਟੀਕਲ ਪਾਰਟੀਜ਼ ਹੈ, ਆਪਣਾ ਸਪੈਸੀਫਿਕਸ ਲੈ ਕੇ ਆਉਣ ਕਿ ਉਹ ਹੈਲਥ ਬਾਰੇ ਕੀ ਕਰਨਗੇ, ਹੈਲਥ ਦਾ ਬਜਟ ਕਿੰਨਾ ਹੋਏਗਾ, ਹੈਲਥ ਦੇ ਬਾਰੇ ਉਹ ਕੀ ਐਕਸ਼ਨ ਲੈਣਗੇ। ਜਿਸ ਤਰ੍ਹਾਂ ਇਹ ਬੜੇ ਸਪੈਸੀਫਿਕ ਗੱਲਾਂ ਕਰਦੇ ਆ, ਅਸੀਂ ਇੰਨੇ ਪੈਸੇ ਵੰਡ ਦਿਆਂਗੇ, ਅਸੀਂ ਕੁੜੀਆਂ ਨੂੰ ਇਹ ਦਿਆਂਗੇ, ਅਸੀਂ ਫਲਾਣੇ ਨੂੰ ਇਹ ਦਿਆਂਗੇ, ਉਵੇਂ ਸਪੈਸੀਫਿਕ ਅਲਾਟ ਕਰਨ ਕਿ ਹੈਲਥ ਦੇ ਬਾਰੇ ਉਹ ਕੀ ਕਰਨਾ ਚਾਹੁੰਦੇ ਆ। ਉਹ ਮੁੱਦੇ ਜਿਹੜੇ ਹੈਲਥ ਦੇ ਬਾਰੇ ਉਜਾਗਰ ਹੋਣੇ ਚਾਹੀਦੇ ਆ, ਉਹਨਾਂ ਬਾਰੇ ਅੱਜ ਡਿਸਕਸ਼ਨ ਵਿੱਚ ਆਈ ਐਮ ਸ਼ੋਰ ਪੁਆਇੰਟਸ ਇਮਰਜ ਹੋਣਗੇ। ਅਸੀਂ ਉਹਨਾਂ ਨੂੰ, ਤੁਸੀਂ ਦੇਖੇ ਵੀ ਆਏ ਹੋ ਗਵਰਨਰ ਸਾਹਿਬ ਨੂੰ ਆਪਣਾ ਮੰਗ ਪੱਤਰ, ਤਾਂ ਮੈਂ ਉਮੀਦ ਕਰਦਾ ਕਿ ਜਿਹੜੇ ਮੁੱਦੇ ਅਸੀਂ ਡਿਸਕਸ ਕਰਾਂਗੇ, ਸਪੈਸੀਫਿਕ ਮੁੱਦੇ ਅੱਜ ਜੇ ਪੁਆਇੰਟ ਬਣ ਜਾਣ, ਉਹਦਾ ਫਾਇਦਾ ਹੋਏਗਾ ਇਸ ਡਿਸਕਸ਼ਨ ਦਾ। ਠਾਕੁਰ ਸਾਹਿਬ, ਤੁਸੀਂ ਤਾਂ ਸਾਰੀ ਸਟੱਡੀਜ਼ ਤੁਸੀਂ ਕੀਤੀਆਂ ਨੇ। ਡਾਕਟਰ GS ਠਾਕੁਰ, ਤੁਹਾਡੇ ਕਰਕੇ ਤਾਂ ਪੰਜਾਬ 'ਚ ਕੈਂਸਰ ਵਾਲਾ ਸਾਰਾ ਮੁੱਦਾ ਬਿਲਡਅਪ ਹੋਇਆ, ਤੁਹਾਡੀ ਮਿਹਨਤ ਕਰਕੇ। ਔਰ ਮੈਂ ਦਰਸ਼ਕਾਂ ਨੂੰ ਦੱਸਦਾ, ਡਾਕਟਰ GS ਠਾਕੁਰ ਜਦੋਂ ਸਟੱਡੀ ਕਰ ਰਹੇ ਸੀ ਕਿ ਪੈਸਟੀਸਾਈਡ ਕਰਕੇ ਕੈਂਸਰ ਹੁੰਦਾ ਜਾਂ ਨਹੀਂ ਹੁੰਦਾ, ਕੀ ਅਸਰ ਹੈ, ਠਾਕੁਰ ਸਾਹਿਬ ਨੂੰ ਬਹੁਤ ਕੁਝ ਝੇਲਣਾ ਪਿਆ, ਧਮਕੀਆਂ ਤੋਂ ਲੈ ਕੇ ਤੇ ਜੋ ਕੁਝ ਹੋ ਸਕਦਾ ਹੈ। ਖਿਆਲ ਰੱਖਿਆ ਜੇ, ਬਹੁਤ ਵੱਡੀ ਉਹਨਾਂ ਦੀ ਦਲੇਰੀ ਸੀ ਕਿ ਉਹਨਾਂ ਨੇ ਸਟੱਡੀਜ਼ ਕੀਤੀਆਂ ਨੇ। ਠਾਕੁਰ ਜੀ, ਤੁਸੀਂ ਤਾਂ ਬਹੁਤ ਕਮੇਟੀਆਂ ਦੇ ਮੈਂਬਰ ਰਹੇ ਹੋ, ਗਵਰਨਮੈਂਟ ਦੇ ਜਿਹੜੇ ਐਕਸ਼ਨ ਪਲਾਨ ਬਣੇ ਉਹਦੇ ਵੀ ਮੈਂਬਰ ਰਹੇ ਹੋ। ਇਹ ਤਾਂ ਗੱਲ ਤੁਸੀਂ ਦੱਸੋਗੇ ਕਿ ਬਈ ਕੀ ਹੋਣਾ ਚਾਹੀਦਾ। ਸਰਕਾਰਾਂ ਜਿਹੜੀ ਪਹਿਲੇ ਕਮੇਟੀਆਂ ਬਣੀਆਂ, ਕਿਸੇ ਕਮੇਟੀ ਦੀ ਕੋਈ ਰਿਕਮੈਂਡੇਸ਼ਨ ਮੰਨੀ ਨਹੀਂ ਗਈ, ਕੋਈ ਐਕਸ਼ਨ ਹੀ ਨਹੀਂ ਹੋਇਆ, ਉਹਨਾਂ ਕਮੇਟੀਆਂ ਦਾ ਵੀ ਭੋਗ ਪੈ ਗਿਆ। ਥੋੜਾ ਉਹਦੇ ਬਾਰੇ ਵੀ ਜਰਾ ਮਾੜੀ ਦੀ ਜਰਾ ਚਾਨਣਾ ਜ਼ਰੂਰ ਪਾਇਆ ਜਾਵੇ। ਡਾਕਟਰ GS ਠਾਕੁਰ ਜੀ।
ਧੰਨਵਾਦ ਅਮਿੰਦਰ ਜੀ ਤੇ ਕਿਸਾਨ ਵੀਰੋ ਤੇ ਭੈਣੋ, ਤੁਸੀਂ ਅੱਜ ਬਹੁਤ ਸਵੇਰ ਮੇਰੇ ਖਿਆਲ ਦੇ ਵਿੱਚ ਬਹੁਤ ਚੰਗਾ ਮੁੱਦਾ ਜੋ ਪਕੜਿਆ ਹੈ। ਔਰ ਪੰਜਾਬ ਦੇ ਵਿੱਚ ਜਿੱਦਾਂ ਇਲੈਕਸ਼ਨ ਆ ਰਹੇ ਨੇ, ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਚਾਹੀਦੀਆਂ। ਜਿਹੜਾ ਸਾਡਾ ਪਿਛਲੇ ਕੋਈ 20 ਸਾਲਾਂ ਤੋਂ ਐਕਸਪੀਰੀਅੰਸ ਹੈ ਪੰਜਾਬ ਦੇ ਵਿੱਚ ਕੰਮ ਕਰਨ ਦਾ, ਉਤੇ ਅਸੀਂ ਇਹ ਪਾਇਆ ਕਿ ਜਿਹੜਾ ਸਾਡਾ ਪੰਜਾਬ ਦਾ ਪਾਣੀ ਹੈ, ਮਿੱਟੀ ਹੈ, ਇਹ ਸਾਰੀ ਟੌਕਸਿਕ ਹੋ ਚੁੱਕੀ ਹੈ। ਸਾਡੀ ਫੂਡ ਚੇਨ ਟੌਕਸਿਕ ਹੋ ਚੁੱਕੀ ਹੈ। ਔਰ ਜਦੋਂ ਅਸੀਂ ਟੌਕਸਿਕ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਪੈਸਟੀਸਾਈਡ ਦੇ ਵਿੱਚ ਨਾਲ ਜਿਹੜੀਆਂ ਹੈਵੀ ਮੈਟਲਸ ਵੀ ਕੁਝ ਜੁੜ ਗਈਆਂ, ਆਰਸੀਨਿਕ, ਕੈਡਮੀਅਮ, ਕ੍ਰੋਮੀਅਮ, ਮਰਕਰੀ, ਤੇ ਦੁਆਬਾ ਦੇ ਵਿੱਚ ਸੈਲੀਨੀਅਮ ਹੈਗਾ, ਆਪਣੇ ਮਾਲਵਾ ਦੇ ਵਿੱਚ ਯੂਰੇਨੀਅਮ ਵੀ ਹੈਗਾ। ਇਹ ਸਾਰੀ ਚੀਜ਼ਾਂ ਮਿਲ ਕੇ ਜੋ ਹੈ ਜੇ ਸਾਡੇ ਸਰੀਰ ਦੇ ਵਿੱਚ ਐਂਟਰ ਕਰ ਰਹੀਆਂ, ਔਰ ਸਰੀਰ ਦੇ ਵਿੱਚ ਐਂਟਰ ਹੋ ਕੇ ਜੇ ਸਾਡੇ ਸੈਲੂਲਰ ਔਰ ਜੈਨੇਟਿਕ ਲੈਵਲ ਦੇ ਉੱਪਰ ਜੋ ਹੈ ਐਕਟ ਕਰ ਰਹੀਆਂ ਤੇ ਅੱਗੇ ਮਿਊਟੇਸ਼ਨਸ ਹੋ ਰਹੀਆਂ, ਜਿਹਦੇ ਕਰਕੇ ਕਿ ਸਾਡੇ ਜਿਹੜੇ ਕੈਂਸਰ, ਕੁਝ ਸਪੈਸੀਫਿਕ ਕੈਂਸਰ ਜਿਹੜੇ ਵੱਧ ਰਹੇ ਨੇ, ਜਿਹੜੇ ਸਾਡੇ ਰੀਪਰੋਡਕਟਿਵ ਔਰ ਚਾਈਲਡ ਹੈਲਥ ਪ੍ਰੋਬਲਮਸ ਹਨ ਉਹ ਵੱਧ ਰਹੀਆਂ। ਮਾਤਾਵਾਂ ਦੇ ਵਿੱਚ ਸਪੌਂਟੇਨੀਅਸ ਅਬੋਰਸ਼ਨ ਜ਼ਿਆਦਾ ਹੋ ਰਹੇ ਨੇ, ਕੰਜੈਂਟਲ ਮਾਲ ਫਾਰਮੇਸ਼ਨ ਜਿਹੜੇ ਬੱਚੇ ਪੈਦਾ ਹੋ ਰਹੇ ਨੇ ਉਹਨਾਂ ਵਿੱਚ ਹੋ ਰਹੀ ਹੈ। ਸਾਡਾ ਜਿਹੜਾ ਆਪਣਾ ਹਾਰਮੋਨਲ ਸਿਸਟਮ ਹੈ ਬੋਡੀ ਦਾ, ਉਹ ਇਫੈਕਟ ਹੋ ਰਿਹਾ ਹੈ। ਉਹਦੇ ਵਿੱਚ ਸਾਡਾ ਜਿਹੜਾ ਰੀਪਰੋਡਕਟਿਵ ਐਸਪੈਕਟ ਹੈ, ਚਾਹੇ ਉਹ ਮੇਲ ਦਾ ਹੈ, ਫੀਮੇਲ ਦਾ ਹੈ, ਉਹ ਵੀ ਸਾਰਾ ਇਫੈਕਟ ਹੋ ਰਿਹਾ ਹੈ। ਅਡਲਟਸ ਦੇ ਵਿੱਚ ਵੀ ਪ੍ਰੋਬਲਮ ਹੋ ਰਹੀਆਂ। ਔਰ ਕਹਿਣ ਦਾ ਇਹ ਹੈ ਕਿ ਇਹ ਜਿਹੜੀ ਸਾਡਾ ਡਿਵੈਲਪਮੈਂਟ ਦਾ ਮਾਡਲ ਸੀਗਾ, ਇਹਨੇ ਜੋ ਹੈ ਸਾਡੀ ਤਬਾਹੀ ਦੀ ਤਰਫ ਸਾਨੂੰ ਲੈ ਗਏ। ਔਰ ਜੇ ਇਸ ਜਨਰੇਸ਼ਨ ਨੂੰ ਨਹੀਂ, ਬਟ ਜਿਹੜੀ ਅਗਲੇ ਵਾਲੀ ਨਸਲ ਹੈ, ਸਾਡੇ ਬੱਚੇ ਵੀ ਹੈ, ਇਹਨਾਂ ਦੀ ਵੀ ਡਿਵੈਲਪਮੈਂਟ ਇਫੈਕਟ ਹੋ ਰਹੀ ਹੈ। ਸੋ ਇਹ ਜਿਹੜੀ ਗੱਲਾਂ ਇਹ ਕੋਈ ਅਸੀਂ ਸਿਰਫ ਕਿਤਾਬੀ ਨਹੀਂ ਕਹਿ ਰਹੇ, ਇਹ ਸਾਡੀ ਆਪਣੀ ਹੀ ਰਿਸਰਚ ਜੋ ਹੈ ਉਹ ਕਹਿੰਦੀ ਹੈ ਕਿ ਆਹ ਚੀਜ਼ਾਂ ਹੋਈਆਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਬਲਿਕ ਡੋਮੇਨ ਦੇ ਵਿੱਚ, ਇੰਟਰਨੈਸ਼ਨਲ ਨੈਸ਼ਨਲ ਜਰਨਲ ਦੇ ਵਿੱਚ ਪਬਲਿਸ਼ ਹੋਈਆਂ। ਨਾਓ ਉਮਿੰਦਰ ਜੀ, ਜਿਹੜਾ ਤੁਸੀਂ ਬੀੜਾ ਉਠਾਇਆ ਹੈ ਕਿ ਪੰਜਾਬ ਦੀ ਪੋਲੀਟੀਕਲ ਪਾਰਟੀਜ਼ ਨੂੰ ਜੋ ਹੈ ਕੀ ਕਰਨਾ ਚਾਹੀਦਾ ਹੈ, ਔਰ ਇਹ ਜਿਹੜਾ ਏਜੰਡਾ ਹੈ ਖਾਸ ਕਰ ਸਸਟੇਨੇਬਲ ਐਗਰੀਕਲਚਰ ਜਿਹਨੂੰ ਅਸੀਂ ਕਹਾਂਗੇ, ਕਾਫੀ ਕਮੇਟੀਜ਼ ਦੇ ਵਿੱਚ ਵੀ ਸਾਨੂੰ ਜੋ ਹੈ ਉਹ ਕੰਮ ਕਰਨ ਦਾ ਮੌਕਾ ਮਿਲਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਕੁਝ ਕਮੇਟੀਜ਼ ਜੋ ਥੀ ਕੰਸਟੀਟਿਊਟ ਕੀਤੀਆਂ, ਉਹਨਾਂ ਦੇ ਵਿੱਚ ਵੀ ਕੰਟਰੀਬਿਊਟ ਕਰਨ ਦਾ ਮੌਕਾ ਮਿਲਿਆ। ਪਰ ਮੈਂ ਇਹ ਕਹਾਂਗਾ ਕਿ ਜਿਹੜਾ ਸਾਡਾ ਇੰਪਲੀਮੈਂਟੇਸ਼ਨ ਪਾਰਟ ਹੈ, ਇਸ ਕੰਟਰੀ ਦੇ ਵਿੱਚ ਕਮੇਟੀਆਂ ਬਹੁਤ ਰਿਕਮੈਂਡੇਸ਼ਨ ਦਿੰਦੀਆਂ, ਬਟ ਸਰਕਾਰਾਂ ਜੋ ਹੈ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੀਆਂ, ਔਰ ਇੰਪਲੀਮੈਂਟ ਕਰਦੀਆਂ ਬਹੁਤ ਪਾਰਸ਼ਲੀ ਕਰਦੀਆਂ। तो ये कोई पोलीटिकल मुद्दा आज तक बनया ही नहीं कि असी जा अपनी डिवेलपमेंट ਨੂੰ किस पासे ले जा रहे हैं। सो इस करके मेरे ख्याल ਦੇ ਵਿੱਚ ਅਮਿੰਦਰ ਜੀ ਤੁਸੀਂ ਧੰਨਵਾਦ ਦੇ ਪਾਤਰ ਹੋ ਕਿ ਤੁਸੀਂ ਸਵੇਰੇ ਸਵੇਰੇ ਅੱਜ ਜਿਹੜਾ ਇਹ ਮੁੱਦਾ ਰੱਖਿਆ ਤਾਂ ਕਿ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਨੇ ਡਿਸਕਸ ਹੋਣ। ਔਰ ਸਾਡੀ ਇਹਦੇ ਵਿੱਚ ਮੈਂ ਇਹ ਕਹਾਂਗਾ ਕਿ ਜਿਹੜੀ ਪਹਿਲੀ ਚੀਜ਼ ਤੇ ਇਹ ਹੈ ਕਿ ਸਾਡੀ ਐਗਰੀਕਲਚਰ ਪਾਲਿਸੀ ਜਿਹੜੀਆਂ ਫਾਲਟੀ ਹੈਗੀ। ਅਸੀਂ ਐਗਰੀਕਲਚਰ ਦਾ ਜਿਹੜਾ ਮਾਡਲ ਜੋ ਅਸੀਂ ਅਪਣਾਇਆ ਉਹਦੇ ਵਿੱਚ ਕੀ ਸੀਗਾ ਕਿ ਕੈਮੀਕਲ ਫਾਰਮਿੰਗ ਨੂੰ ਅਸੀਂ ਫੋਕਸ ਰੱਖਿਆ, ਔਰ ਅਸੀਂ ਸਸਟੇਨੇਬਲ ਐਗਰੀਕਲਚਰ ਦੀ ਗੱਲ ਨਹੀਂ ਕੀਤੀ। ਇਹਨਾਂ ਚੀਜ਼ਾਂ ਨੂੰ ਜੋ ਥਾ ਧਿਆਨ ਨਹੀਂ ਦਿੱਤਾ ਗਿਆ। ਸੋ ਇੱਕ ਜਿਹੜਾ ਕੰਮ ਖੇਤੀ ਵਿਰਾਸਤ ਮਿਸ਼ਨ ਵੀ ਕਰ ਰਹੀ ਹੈ, ਔਰ ਕੁਝ ਜਿਹੜੀਆਂ ਔਰ ਸੰਸਥਾਵਾਂ ਵੀ ਕਰ ਰਹੀਆਂ। ਸਾਨੂੰ ਜਿਹੜਾ ਆਰਗੈਨਿਕ ਫਾਰਮਿੰਗ ਦਾ ਮੁੱਦਾ ਹੈ ਇਹਨੂੰ ਕਿਤੇ ਸੈਂਟਰਲ ਸਟੇਜ 'ਤੇ ਲਿਆਉਣਾ ਪਏਗਾ, ਚਾਹੇ ਅਸੀਂ ਉਹਨੂੰ ਆਰਗੈਨਿਕ ਫਾਰਮਿੰਗ ਕਹੀਏ, ਨੈਚੁਰਲ ਫਾਰਮਿੰਗ ਕਹੀਏ। ਇਹਦੇ ਮਾਡਲ ਅਵੇਲੇਬਲ, ਜਿਹੜੀ ਯੀਲਡ ਹੈ ਉਹ ਵੀ ਜੋ ਹੈ ਤਕਰੀਬਨ ਬਰਾਬਰ ਹੀ ਹੈ। ਤਾਂ ਇਹ ਇਹਨਾਂ ਨੂੰ ਸੈਂਟਰ ਸਟੇਜ ਦੇ ਵਿੱਚ ਇੱਕ ਲਿਆਉਣ ਦੀ ਜ਼ਰੂਰਤ ਹੈ। ਦੂਸਰਾ ਜੋ ਸਰਕਾਰ ਦੀ ਤਰਫ ਤੇ ਜਿਹੜੇ ਪੈਸਟੀਸਾਈਡ ਇਹਨਾਂ ਦਾ ਜਿਹੜਾ ਰੈਗੂਲੇਸ਼ਨ ਹੈ, ਇਨਸੈਕਟੀਸਾਈਡ ਐਕਟ ਹੈ, ਇਹਨੇ ਬਹੁਤ ਢਿੱਲ ਹੈਗੀ ਹੈ, ਔਰ ਇਹਨੂੰ ਜੋ ਹੈ ਅਸੀਂ ਇਫੈਕਟਿਵਲੀ ਨਹੀਂ ਯੂਜ਼ ਕਰ ਰਹੇ ਔਰ ਨਾ ਹੀ ਇਹਨੂੰ ਇੰਪਲੀਮੈਂਟ ਕਰ ਰਹੇ ਹਾਂ। ਸੋ ਇਹਨੂੰ ਜੋ ਹੈ ਉਹ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਜਿਹੜੀਆਂ ਵੀ ਆਰਗੇਨਾਈਜੇਸ਼ਨ ਪੰਜਾਬ ਦੇ ਵਿੱਚ ਲਾਈਕ ਖੇਤੀ ਵਿਰਾਸਤ ਮਿਸ਼ਨ ਔਰ ਹੋਰ ਵੀ ਕੋਈ ਜੋ ਆਪਣੇ ਐਗਰੀਕਲਚਰ ਆਰਗੈਨਿਕ ਔਰ ਨੈਚੁਰਲ ਨੂੰ ਕਰ ਰਹੇ ਹੈ, ਇਹਨਾਂ ਨੂੰ ਇਨਸੈਂਟੀਵਾਈਜ਼ ਕਰਨਾ ਚਾਹੀਦਾ। ਇਹਨਾਂ ਨੂੰ
ਸਰਕਾਰ ਦੀ ਤਰਫ ਤੇ ਕੋਈ ਜੋ ਹੈ ਪ੍ਰੋਤਸਾਹਨ ਮਿਲਣਾ ਚਾਹੀਦਾ ਹੈ ਇਹਨਾਂ ਨੂੰ, ਜੋ ਹੈ ਕੋਈ ਉਸ ਤਰ੍ਹਾਂ ਦੇ ਨਾਲ ਕੋਈ ਫਾਈਨੈਂਸ਼ੀਅਲ ਏਡ ਵੀ, ਕਿਉਂਕਿ ਮੁਫਤ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ, ਜਿਹੜਾ ਕਿ ਕਰਨ ਦੀ ਜ਼ਰੂਰਤ ਹੈ। ਜਿੰਨੀਆਂ ਵੀ ਅੱਜ ਤੱਕ ਸਰਕਾਰਾਂ ਨੇ ਰਿਕਮੈਂਡੇਸ਼ਨ ਦਿੱਤੀਆਂ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਔਰ ਮੈਨੂੰ ਪੰਜਾਬ ਦੀ ਹੈਲਥ ਸਰਵਿਸਿਜ਼ ਨੂੰ ਰਿਵਿਊ ਕਰਨ ਦਾ ਮੌਕਾ ਮਿਲਿਆ ਜਦੋਂ ਬਾਦਲ ਸਾਹਿਬ ਚੀਫ ਮਿਨਿਸਟਰ ਸੀਗੇ, ਤੇ ਮੈਡੀਕਲ ਐਜੂਕੇਸ਼ਨ ਨੂੰ ਵੀ ਜੋ ਥਾ ਰਿਵਿਊ ਕਰਨ ਦਾ ਇੱਕ ਪੰਜਾਬ ਦੇ ਵਿੱਚ ਪੰਜਾਬ ਗਵਰਨੈਂਸ ਕਮਿਸ਼ਨ ਬਣਿਆ ਸੀ, ਉਹਦੇ ਵਿੱਚ ਇੱਕ ਟਾਸਕ ਫੋਰਸ ਸੀਗੀ ਔਰ ਉਹਦੀ ਰਿਪੋਰਟ ਜਿਹੜੀ ਪ੍ਰੈਜ਼ੈਂਟ ਕਰਨ ਦਾ ਮੌਕਾ ਬਾਦਲ ਸਾਹਿਬ ਦੇ ਟਾਈਮ ਮੈਨੂੰ ਮਿਲਿਆ ਸੀ। ਪੰਜਾਬ ਦੇ ਵਿੱਚ ਅਸੀਂ ਹੈਲਥ ਸਰਵਿਸਿਜ਼ ਦੇ ਵਿੱਚ ਸਾਡਾ ਜਿਹੜਾ ਬਜਟ ਹੈ ਉਹ ਆਲਮੋਸਟ ਮਿਨੀਮਲ ਹੈ। ਅਸੀਂ ਪੰਜਾਬ ਔਰ ਹਿਮਾਚਲ ਪ੍ਰਦੇਸ਼ ਵਰਗੀਆਂ ਸਟੇਟ ਤੋਂ ਵੀ ਘੱਟ ਪੈਸਾ ਜੋ ਹੈ ਪੰਜਾਬ ਦੇ ਵਿੱਚ ਖਰਚ ਕਰ ਰਹੇ ਹਾਂ। ਸਾਡਾ ਜ਼ਿਆਦਾ ਪੈਸਾ ਜੋ ਹੈ ਇੰਪਲੋਈਜ਼ ਦੀ ਤਨਖਾਹ ਵਾਸਤੇ ਹੀ ਜਾ ਰਿਹਾ ਹੈ, ਕੋਈ ਅਸੀਂ ਸਟਰੈਂਥਨਿੰਗ ਵਾਸਤੇ ਜਾਂ ਸਾਡਾ ਨਈ ਚੀਜ਼ਾਂ ਸ਼ੁਰੂ ਕਰਨ ਵਾਸਤੇ ਸਾਡਾ ਉਸ ਤਰ੍ਹਾਂ ਦੇ ਨਾਲ ਕੋਈ ਵੀ ਉਸ ਤਰ੍ਹਾਂ ਦੇ ਨਾਲ ਸਿਸਟਮ ਨਹੀਂ ਹੈ। ਔਰ ਸਾਨੂੰ ਜਿਹੜਾ ਪਰਸੈਂਟੇਜ ਐਲੋਕੇਸ਼ਨ ਜੋ ਅਸੀਂ ਕਹਿੰਦੇ ਹਾਂ ਕਿ GDP ਦਾ ਐਟਲੀਸਟ 2.5% ਜੋ ਥਾ ਉਹ ਹੋਣਾ ਚਾਹੀਦਾ ਹੈ। ਔਰ ਮੈਨੂੰ ਤੁਹਾਨੂੰ ਦੱਸਦੇ ਹੋਇਆ ਸ਼ਰਮ ਆ ਰਹੀ ਹੈ ਕਿ ਜਿਸ ਵੇਲੇ ਅਸੀਂ ਇਹਦਾ ਐਨਾਲਿਸਿਸ ਕੀਤਾ ਸੀਗਾ ਤੇ 2015-16 ਦੇ ਵਿੱਚ ਪੰਜਾਬ ਸਿਰਫ 0.9% ਆਫ ਦਾ ਸਟੇਟ GDP ਜੋ ਸੀ ਹੈਲਥ ਦੇ ਉੱਪਰ ਸਪੈਂਡ ਕਰ ਰਿਹਾ ਸੀ। ਹਿਮਾਚਲ ਪ੍ਰਦੇਸ਼ 2% ਕਰਦਾ ਹੈ, ਹਰਿਆਣਾ ਵੀ 1% ਤੋਂ ਵੀ ਘੱਟ, 1% ਤੋਂ ਵੀ ਘੱਟ ਸੀ। ਹਾਂ, 1% ਤੋਂ ਵੀ ਘੱਟ ਸੀਗਾ। ਤੋ ਦੂਸਰਾ ਜੋ ਇੱਕ ਚੀਜ਼ ਮੈਂ ਮੁੱਦਾ ਲਿਆਣਾ ਚਾਹਾਂਗਾ ਕਿ ਜਿਹੜੀ ਸਾਡੀ ਐਗਰੀਕਲਚਰ ਰਿਸਰਚ ਹੈ ਇਹਦੇ ਵਿੱਚ ਬਹੁਤ ਪ੍ਰੋਬਲਮ ਹੈ। ਇੰਨੀਆਂ ਐਗਰੀਕਲਚਰ ਯੂਨੀਵਰਸਿਟੀਜ਼ ਇਨ ਕੰਟਰੀ ਦੇ ਵਿੱਚ ਜੇ ਸਸਟੇਨੇਬਲ ਐਗਰੀਕਲਚਰ ਦੇ ਉੱਪਰ ਰਿਸਰਚ ਕਰਨ ਵਾਲੀਆਂ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੀਆਂ। ਇਹ ਕੁਝ ਜੋ ਹੈ ਇੰਡੀਅਨ ਕਾਉਂਸਲ ਆਫ एग्रीकल्चर रिसर्च ਨੂੰ अपना कुछ परसेंटेज बजट जो है वो ईयर मार्क करके ये जो सस्टेनेबल और ऑर्गेनिक फार्मिंग मॉडल्स इन्हां दे ऊपर खर्च करना चाहिए है। और जिहड़ी एग्रीकल्चर रिसर्च दे विच पेस्टिसाइड इंडस्ट्री दी फंडिंग है इन्हों बंद करना चाहिए। लास्ट चीज जो मैं कहांगा कि पंजाब दे विच ड्रग अब्यूज की भी प्रॉब्लम है। मैनू ये दसदियां होया खुशी भी हो रही है, दुख भी हो रहा है कि 5 साल पहले पंजाब की सरकार ने सानू रिक्वेस्ट की थी कि एक ड्रग अब्यूज प्रिवेंशन प्लान पूरी स्टेट लिए बनाओ। असी उस 2015 दे विच पूरी प्लान बना के स्टेट गवर्नमेंट नू सबमिट की। उहदे विच असी ये कहा कि ये ड्रग अब्यूज जिहड़ा हैल्थ का मुद्दा घट है और ये सोशल प्रॉब्लम ज़्यादा है। इस करके सानू एजुकेशन डिपार्टमेंट, यूथ एंड स्पोर्ट्स डिपार्टमेंट, सोशल जस्टिस इंपावरमेंट, ये सारे करके और 3 मुद्दों के उपर सप्लाई रिडक्शन, डिमांड रिडक्शन ते हार्म रिडक्शन के उपर काम करते हुए टोटल जो था कोई स्टेट के विच 1 साल का 10 करोड़ का बजट आंदा सी। बट मैनू बहुत दुखी है क्योंकि मैं जो मैं तो पहले पूछा कि ये प्लान तुसी बनाओगे, मैं ना करती। उस वेले जिहड़े प्रिंसीपल सैक्रटरी सीगे वो कहंदे डॉक्टर साहब तुसी क्यों नहीं बनाओगे। सो मैं कहा कि मैनू पता है कि ये इंप्लीमेंट नहीं होनी, इस करके मैं बनावांगा नहीं, मैं अपना टाइम वेस्ट नहीं करना चाहता। ते उस करके उन्होंने उस वेले दे जिहड़े साडे पंजाब दे एडवाइजर सीगे हैल्थ दे गवर्नमेंट ऑफ पंजाब, साडे पुराने डायरैक्टर सीगे ते कुछ होर भी साडे डायरैक्टर साहब ने प्रैशर पाया ते असी कोई पूरा 8-9 महीने लगा के एक बहुत रोबस्ट प्लान करके गवर्नमेंट ने सबमिट की। बट वो अज तक वो प्लान जो है वो इंप्लीमेंट नहीं हुई। तो ये जिहड़ा मुद्दा है प्लान जो है उनकी असी सैकंड एडिशन हुण रिलीज़ करन लगे हैं, तैयार है। उसकी रिपोर्ट गवर्नमेंट ने दोबारा फिर सबमिट की है कि पंजाब दे विच ड्रग्स की की प्रॉब्लम है, उन्होंने जो है इंप्लीमेंट किया जाए। और मैं चाहांगा उमिंदर जी कि असी ड्रग्स नूं भी नाल ही लैके चलीए क्योंकि जो नशे की प्रॉब्लम है किसानों दे विच वीरां दे विच ज़्यादा है। और साडी रिपोर्ट तैयार है की पंजाब दे विच होना चाहिए है, की पंजाब लई रोड मैप है ड्रग अब्यूज़ नूं करन दा। उहदे विच सारा इंटरनैशनल ते लैके नैशनल ते स्टेट लैवल दे विच की होएगा। सो ये चीज़ भी किसे उहदे विच आनी चाहिए है। इन्ने चंद शब्दों नाल मैं कहांगा कि मैं इत्थे आई स्टॉप हियर। सचिन जी कोल जावां ठाकुर जी, बस एक थोड़ा जा तुसीं जदों कमेटियां च रहे
ਤੇ ਤੁਹਾਨੂੰ ਬਿਊਰੋਕ੍ਰੇਸੀ ਜਾਂ ਜਿਹੜੇ ਵੀ ਪੰਜਾਬ ਦੇ ਹੈਲਥ ਡਿਪਾਰਟਮੈਂਟ ਦੇ ਜਿਹੜੇ ਹੈਡ ਰਹੇ, ਜਿਨ੍ਹਾਂ ਨੇ ਪੰਜਾਬ ਦੇ ਹੈਲਥ ਡਿਪਾਰਟਮੈਂਟ ਨੂੰ ਹੈਡ ਕੀਤਾ ਸੀ ਡਾਕਟਰ, ਤੁਸੀਂ ਉਹਨਾਂ ਦਾ ਵਿਵਹਾਰ ਕਿਵੇਂ ਪਾਉਂਦੇ ਰਹੇ? ਉਹ ਕਿੰਨੇ ਸਿੰਸੀਅਰ ਨੇ ਪੂਰੇ ਇਸ਼ੂ ਦੇ ਬਾਰੇ? ਦੇਖੋ ਜਿਹੜਾ ਕੰਮ ਵੀ ਹੋਇਆ, ਕਮੇਟੀਆਂ ਦਾ ਵੀ ਕੰਮ ਹੋਇਆ, ਜਾਂ ਜਿੰਨੀਆਂ ਵੀ ਅਸੀਂ ਸਟੱਡੀਜ਼ ਵੀ ਕੀਤੀਆਂ, ਇਹ ਕੋਈ ਪੰਜਾਬ ਗਵਰਨਮੈਂਟ ਦਾ ਇਨੀਸ਼ੀਏਟਿਵ ਨਹੀਂ ਸੀਗਾ। ਇਹ ਜਾਂ ਤਾਂ ਕਿਸੇ ਕੋਰਟ ਨੇ ਡਾਇਰੈਕਸ਼ਨ ਦਿੱਤੀ, ਜਾਂ ਕਿਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਡਾਇਰੈਕਸ਼ਨ ਦਿੱਤੀ ਤੇ ਸਟੇਟ ਨੂੰ ਕਰਨਾ ਪਿਆ। ਸੋ ਬੇਸਿਕਲੀ ਕੀ ਸੀਗਾ ਕਿ ਇਹ ਕੈਂਸਰ ਦੀ ਸਟੱਡੀਜ਼ ਤੇ ਲੈ ਕੇ ਤੇ ਅਗਲੀਆਂ ਸਟੱਡੀਜ਼ ਵੀ ਜਿਹੜੀਆਂ ਇਹ ਕਿਸੇ ਨਾ ਕਿਸੇ ਕੋਰਟ ਦੀ ਜਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਡਾਇਰੈਕਸ਼ਨ ਤੇ ਹੋਈਆਂ। ਤਾਂ ਇਹਦੇ ਵਿੱਚ ਜੇ ਤੁਸੀਂ ਕਹੋ ਕਿ ਸਟੇਟ ਦੀ ਪੋਲੀਟੀਕਲ ਜਾਂ ਐਡਮਿਨਿਸਟ੍ਰੇਟਿਵ ਬਿੱਲ ਸੀਗੀ, ਉਹ ਉਤਨੀ ਨਹੀਂ ਸੀਗੀ। ਦੂਜੀ ਚੀਜ਼ ਇਹ ਹੈ ਕਿ ਜਿਹੜਾ ਰਵੱਈਆ ਇਹ ਮੈਂ ਕਹਾਂਗਾ ਕਿ ਇਹ ਪ੍ਰਾਇੋਰਟੀ ਨਹੀਂ ਹੈ ਸਟੇਟ ਲਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜਦੋਂ ਇੱਕ ਮੈਨੂੰ ਚੇਅਰ ਕਰਨੇ ਦਾ ਕਮੇਟੀ ਦਾ ਮੌਕਾ ਮਿਲਿਆ ਤੇ ਉੱਥੇ ਅਸੀਂ ਕਿਹਾ ਕਿ ਭਾਈ ਇਹਨਾਂ ਤੇ ਪੁੱਛੋ ਪੰਜਾਬ ਸਰਕਾਰ ਤੇ ਕਿ ਭਾਈ ਤੁਸੀਂ ਜਿਹੜੀਆਂ ਰਿਕਮੈਂਡੇਸ਼ਨ ਅੱਜ ਤੱਕ ਸਟੱਡੀਜ਼ ਦੀਆਂ ਦਿੱਤੀਆਂ ਗਈਆਂ, ਕਿਆ ਤੁਸੀਂ ਇੰਪਲੀਮੈਂਟ ਕੀਤੀਆਂ? ਉਸ ਵੇਲੇ ਮੁੱਦਾ ਆਇਆ ਸੀ कि लुधियाना और पंजाब का पानी जो है वो बहुत टॉक्सिक हो गया है और कुछ रिपोर्ट्स जो था वो केमिकल एनालिसिस अवेलेबल सीगा। वो कहंदे उस वेले जो चेयरमैन सीगे नैशनल ग्रीन ट्रिब्यूनल दे, वो कहंदे की करिए। मैंने कहा जी ये तुसी पंजाब दे प्रिंसीपल सैकटरी हैल्थ, पंजाब दे अर्बन डिवेलपमेंट सैकटरी, पंजाब दे साइंस टैक्नोलॉजी एंड एनवायरनमेंट सैकटरी ਨੂੰ ਇੱਥੇ ਪੇਸ਼ ਕਰਵਾਓ। ਤੁਸੀਂ ਸਾਨੂੰ ਤੇ ਕਹੀ ਜਾਂਦੇ ਹੋ, ਸਾਨੂੰ ਉਹਨਾਂ ਨੇ 2-3 ਵਾਰ ਉੱਥੇ ਸੱਦ ਲਿਆ ਦਿੱਲੀ। ਮੈਂ ਕਿਹਾ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਤੁਸੀਂ ਸੱਦਦੇ ਨਹੀਂ, ਤਾਂ ਉਹਨਾਂ ਨੇ ਇਨ ਪਰਸਨ ਇਹਨਾਂ ਨੂੰ ਉੱਥੇ ਸੱਦਿਆ ਔਰ 2015 ਤੇ ਲੈ ਕੇ 2020 ਤੱਕ ਦਾ ਇੱਕ ਰੋਡ ਮੈਪ ਬਣਾਇਆ ਕਿ ਪੰਜਾਬ ਦੇ ਵਿੱਚ ਜਿਹੜੀ ਇਨਵਾਇਰਨਮੈਂਟ ਹੈ ਜਾਂ ਜਿਹੜਾ ਸਾਡਾ ਸਟੈਂਡਰਡ ਟ੍ਰੀਟਮੈਂਟ ਪਲਾਂਟ ਹੈ, ਐਫਲੂਐਂਟ ਟ੍ਰੀਟਮੈਂਟ ਪਲਾਂਟ ਹੈ, ਐਗਰੀਕਲਚਰ ਦੇ ਵਿੱਚ ਕਿੱਦਾਂ ਰੈਗੂਲੇਟ ਕਰਨਾ ਹੈ, ਇੱਕ ਇਹਨਾਂ ਨੇ ਆਪਣੀ ਸਬਮਿਟ ਕੀਤੀ। ਬਟ ਇੰਪਲੀਮੈਂਟੇਸ਼ਨ ਜੇ ਤੁਸੀਂ ਦੇਖੋ ਤੇ ਉਹ ਹੈ ਨਹੀਂ। ਔਰ ਉਹਦੇ ਲਈ ਕੀ ਹੈ, ਇੰਪਲੀਮੈਂਟੇਸ਼ਨ ਲਈ ਪੈਸਾ ਚਾਹੀਦਾ ਹੈ ਔਰ ਪੈਸਾ ਜੋ ਹੈ ਜਿਹਦੀ ਐਲੋਕੇਸ਼ਨ ਨਹੀਂ ਹੋਏਗੀ ਤਾਂ ਉਹ ਇੰਪਲੀਮੈਂਟ ਚੀਜ਼ਾਂ ਨਹੀਂ ਹੋਈਆਂ। ਸੋ ਜਿਹੜਾ ਕੁਐਸਚਨ ਤੁਸੀਂ ਸਪੈਸੀਫਿਕਲੀ ਮੇਰੇ ਤੋਂ ਪੁੱਛਿਆ ਹੈ ਕਿ ਇਹ ਜੋ ਸਾਡੇ ਅਧਿਕਾਰੀ ਹੈ ਜਾਂ ਬਾਕੀ ਹੈ, ਮੈਂ ਕਹਾਂਗਾ ਕਿ ਇਹਨਾਂ ਨੂੰ ਕਰਨਾ ਪੈ ਰਿਹਾ ਸੀ ਜੋ ਡਾਇਰੈਕਸ਼ਨ ਸੀਗੀਆਂ। ਬਟ ਜਿਹਨੂੰ ਕਹਿੰਦੇ ਆ ਕਿ ਜਿੱਦਾਂ ਤੁਸੀਂ ਇਸ ਵੇਲੇ ਸਵੇਰੇ ਬੈਠੇ ਹੈ, ਸਾਨੂੰ ਤੁਸੀਂ ਬਿਠਾਇਆ ਹੈ ਔਰ ਅਸੀਂ ਇਸ ਕਰਕੇ ਬੈਠੇ ਹਾਂ ਕਿ ਪੰਜਾਬ ਦੇ ਲਈ ਸਾਡੇ ਦਿਲ ਧੜਕਦਾ ਪੰਜਾਬ ਲਈ ਕਿ ਆ ਕੀ ਹੋ ਰਿਹਾ ਆ, ਉਸ ਤਰ੍ਹਾਂ ਦਾ ਜਜ਼ਬਾ ਜਿਹੜਾ ਹੈ ਉਹ ਨਹੀਂ ਹੈ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਔਰ ਜੇ ਪੋਲੀਟੀਕਲ ਬਿੱਲ ਜਾਂ ਮੈਨੀਫੈਸਟੋ ਦੇ ਵਿੱਚ ਇਹ ਚੀਜ਼ਾਂ ਆਉਣਗੀਆਂ, ਪੋਲੀਟੀਕਲ ਪਾਰਟੀਜ਼ ਇਹ ਕਮਿਟ ਕਰਨਗੀਆਂ ਕਿ ਅਸੀਂ ਗ੍ਰੀਨ ਏਜੰਡਾ ਲੈ ਕੇ ਆ ਰਹੇ ਹਾਂ, ਅਸੀਂ ਡਰੱਗਸ ਦੇ ਉੱਪਰ ਇਹ ਚੀਜ਼ ਕਰਾਂਗੇ, ਤੇ ਫਿਰ ਆਪਣੇ ਆਪ ਹੀ ਕੁਛ ਨਾ ਕੁਛ ਲੋਕ ਕੱਲ ਨੂੰ ਉਹਨਾਂ ਨੂੰ ਪੁੱਛ ਸਕਦੇ, ਕਿਉਂਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਲੋਕਾਂ ਦੀ ਗੱਲ ਜ਼ਿਆਦਾ ਸੁਣਦੀਆਂ। ਦੋ ਪੁਆਇੰਟ ठाकुर जी बड़े शालीन ਤੇ ਬੜੇ ਨਰਮ ਬੰਦੇ ਨੇ, ਉਹ ਸੈਕਸ਼ਨ ਦਾ ਇਸਤੇਮਾਲ ਨਹੀਂ ਕਰਦੇ ਕਿਉਂਕਿ ਗਵਰਨਮੈਂਟ ਦੀ ਵੱਡੀ ਪੋਸਟ ਤੇ ਵੀ ਨੇ। ਹਾਂਜੀ ਆਜ਼ਾਦ ਸਾਹਿਬ ਕੀ ਕਹਿੰਦੇ? ਮੈਂ 2-3 ਪੁਆਇੰਟਸ ਇੱਥੇ ਐਡ ਕਰਨਾ ਚਾਹੂੰਗਾ ਡਾਕਟਰ ਠਾਕੁਰ ਦੀ ਗੱਲ 'ਚ। ਇੱਕ ਤਾਂ ਐਗਰੀਕਲਚਰ ਦੇ ਅੰਦਰ ਜਿਹੜਾ ਪੈਸਟੀਸਾਈਡ ਦਾ ਜਾਂ ਹਰਬੀਸਾਈਡ ਦਾ ਜਾਂ ਫਰਟੀਲਾਈਜ਼ਰ ਦਾ ਇਸ਼ੂ ਉਹ ਹੈ ਹੀ ਹੈ। ਉਹਦੇ ਨਾਲ ਜਿਹੜਾ ਗਰਾਊਂਡ ਵਾਟਰ ਦਾ ਐਕਸੈਸਿਵ ਯੂਜ਼ ਹੈ ਉਹ ਵੀ ਜਿਹੜਾ ਬਹੁਤ ਹੈਵਕ ਪਲੇ ਕਰ ਰਿਹਾ, ਕਿਉਂਕਿ ਜਿਹੜੀ ਹੈਵੀ ਮੈਟਲਸ ਆ ਰਹੀਆਂ ਨੇ ਬਹੁਤ ਜ਼ਿਆਦਾ ਉਹ ਡੀਪ ਗਰਾਊਂਡ ਵਾਟਰ ਤੋਂ ਆ ਰਹੀਆਂ ਨੇ। ਇਸ ਕਰਕੇ ਡੀਪ ਗਰਾਊਂਡ ਵਾਟਰ ਦਾ ਮਸਲਾ ਵੀ ਜਿਹੜਾ ਉਹ ਵੀ ਨਾਲ ਮੇਰੇ ਖਿਆਲ 'ਚ ਲੈਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ, ਫੂਡ ਪ੍ਰੋਸੈਸਿੰਗ ਇੰਡਸਟਰੀ ਵੀ ਬਹੁਤ ਬੜਾ ਇੱਕ ਮਤਲਬ ਇੱਕ ਨੁਕਸਾਨ ਕਰ ਰਹੀ ਹੈ ਸਿਹਤ ਦਾ, ਕਿਉਂਕਿ ਫੂਡ ਨੂੰ ਪ੍ਰੋਸੈਸ ਕਰਕੇ ਜਦੋਂ ਲੈ ਕੇ ਆਉਂਦੇ ਆ ਤਾਂ ਉਹਦੇ 'ਚ ਕੋਈ ਸਾਇੰਟੀਫਿਕ ਬੇਸਿਸ ਨਹੀਂ ਹੈ ਕਿ ਕੋਈ ਇੰਪਰੂਵਮੈਂਟ ਕਰ ਰਹੇ ਹੈ। ਫੂਡ ਪ੍ਰੋਸੈਸਿੰਗ ਦਾ ਮਤਲਬ ਤਾਂ ਇਹ ਹੋਣਾ ਚਾਹੀਦਾ ਨਾ ਕਿ ਉਹਨਾਂ ਨੇ ਫੂਡ 'ਚ ਕੋਈ ਇੰਪਰੂਵਮੈਂਟ ਕੀਤੀ ਹੈ, ਉਹਨੂੰ ਹੈਲਥ ਓਰੀਐਂਟਡ ਕੀਤਾ। ਉਹਦੇ ਨਾਲ ਉਲਟਾ ਹੈ, ਬਿਲਕੁਲ ਹੀ ਉਲਟਾ। ਪਹਿਲਾਂ ਡਾਲਡਾ ਘਿਓ ਲੈ ਕੇ ਆਏ, ਫਿਰ ਰਿਫਾਈਨਡ ਆਇਲਸ ਲੈ ਕੇ ਆਏ, ਜਦੋਂ ਕਿ ਕਲੀਅਰ ਕੱਟ ਐਵੀਡੈਂਸ, ਸਾਇੰਟੀਫਿਕ ਐਵੀਡੈਂਸ ਹੈ ਕਿ ਰॉ ਵੈਜੀਟੇਬਲ ਆਇਲਸ ਨੇ ਦੇ ਆਰ ਮੋਰ ਯੂਸਫੁਲ। ਸੋ ਇਹ ਅਨਨੈਸੈਸਰੀ ਕਮਰਸ਼ੀਅਲਾਈਜੇਸ਼ਨ ਦੇ ਬੇਸ ਤੇ ਜਿਹੜੀ ਪ੍ਰੋਸੈਸਿੰਗ ਕਰਦੇ ਆ, ਚਾਹੇ ਉਹ ਪਾਣੀ ਦੀ ਬਜਾਏ ਕੋਲਡ ਡਰਿੰਕਸ ਪਿਆਉਂਦੇ ਆ ਜਾਂ ਜਿਹੜਾ ਇਵਨ ਜਿਹੜਾ ਕਰੂਡ ਸੀ ਸਾਲਟ ਹੈ ਉਹਦੀ ਥਾਂ ਤੇ ਤੁਸੀਂ ਰਿਫਾਈਨਡ ਸਾਲਟ ਲੈ ਕੇ ਆ ਗਏ, ਉਹ ਵੀ ਉਹਦਾ ਬਾਅਦ 'ਚ ਪ੍ਰੂਵ ਹੋਇਆ ਕਿ ਉਹ ਹੈਲਥ ਲਈ ਅੱਛਾ ਨਹੀਂ ਹੈ। ਤੇ ਇਹ ਜਿਹੜਾ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਔਰ ਜਿਹੜਾ ਫਾਸਟ ਫੂਡ ਦਾ ਕਲਚਰ ਹੈ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਸੀ। ਕੋਈ ਸਾਨੂੰ ਹੁਣ ਜਿਹੜਾ ਅਸੀਂ ਇੰਟੈਗਰੇਟਡ ਸਿਸਟਮ ਦੀ ਗੱਲ ਕਰ ਰਹੇ ਹਾਂ, ਸਾਨੂੰ ਇਹ ਮਨਾ ਕਰਨੀਆਂ ਪੈ ਰਹੀਆਂ ਚੀਜ਼ਾਂ ਕਿ ਤੁਸੀਂ ਪ੍ਰੋਸੈਸਡ ਫੂਡ ਨਾ ਖਾਓ, ਤੁਸੀਂ ਨੈਚੁਰਲ ਫੂਡ ਖਾਓ।
ਇਹ ਹੈ ਨਾਲ ਉਹਦੇ ਨਾਲ ਜਿਹੜਾ ਐਗਰੀਕਲਚਰ ਦੇ ਨਾਲ ਜਿਹੜਾ ਬਹੁਤ ਵਾਰੀ ਆਪਾਂ ਆਊਟ ਆਫ ਮਾਈਂਡ ਹੋ ਜਾਂਦੀ ਆਪਣੇ ਕਿ ਡੇਅਰੀ ਹੈ, ਪੋਲਟਰੀ ਹੈ, ਫਿਸ਼ਰੀ ਹੈ, ਹਨੀ ਬੀ ਫਾਰਮਿੰਗ ਹੈ, ਇਹ ਸਾਰੀ ਕੈਮੀਕਲਾਈਜ਼ ਹੋ ਗਈ ਹੈ ਬਹੁਤ ਜ਼ਿਆਦਾ। ਇਹਦੇ ਅੰਦਰ ਜਿਹੜਾ ਕੈਮੀਕਲ ਦਾ ਯੂਜ਼ ਹੈ ਉਹ ਬਹੁਤ ਜ਼ਿਆਦਾ ਹੋ ਰਿਹਾ। ਬਸ ਇੰਨੇ ਕੁ ਮੈਂ ਕਿਹਾ ਇਹ ਵੀ ਨਾਲ ਆਪਾਂ ਨੂੰ ਕਿਤੇ ਕਿਤੇ ਜਿਹੜੇ ਨੇ ਉਹਦੇ ਉੱਪਰ ਡਿਸਕਸ਼ਨ ਦਾ ਪਾਰਟ ਹੋਣਾ ਚਾਹੀਦਾ। ਸਚਿਨ ਜੀ, ਤੁਸੀਂ ਤਾਂ ਕੈਂਸਰ ਸਪੈਸ਼ਲਿਸਟ ਹੋ, ਔਰ ਐਸੇ ਕੈਂਸਰ ਸਪੈਸ਼ਲਿਸਟ ਹੋ ਜਿਹੜਾ ਮੈਡੀਟੇਸ਼ਨ, ਧਿਆਨ, ਯੋਗ ਔਰ ਹੈਪੀਨੈਸ ਥੈਰੇਪੀ, ਤੁਸੀਂ ਨਾ ਕੁਝ ਮਤਲਬ ਦਵਾਈਆਂ ਤੋਂ ਹਟ ਕੇ, ਕੀਮੋਥੈਰੇਪੀ ਤੋਂ ਅਲੱਗ ਹਟ ਕੇ ਵੀ ਬਹੁਤ ਤਰ੍ਹਾਂ ਦੀ ਗੱਲਾਂ ਕਰਦੇ ਹੋ, ਔਰ ਇੰਨੇ ਲੰਬੇ ਸਮੇਂ ਤੋਂ ਤੁਸੀਂ ਪੰਜਾਬ ਦੇ ਹੋ, ਦੇਖ ਲਓ ਤੁਹਾਡੇ ਸਾਹਮਣੇ ਸਾਰਾ ਕੁਝ ਹੈ। ਹੁਣ ਤੁਹਾਨੂੰ ਕੀ ਲੱਗਦਾ ਹੈ, ਇੱਕ ਤਾਂ ਸਿਨੈਰੀਓ ਕੀ ਹੈ, ਇੱਕ ਤਾਂ ਥੋੜਾ ਉਹਦੇ ਬਾਰੇ ਮਾੜਾ ਜਿਹਾ ਦੋ ਸ਼ਬਦ ਉਹ 'ਚ ਵੀ ਬੋਲੋ, ਪਰ ਤੁਹਾਨੂੰ ਲੱਗਦਾ ਕੀ ਹੈ ਰਸਤਾ ਅੱਗੇ ਜਾਣਾ ਕਿਵੇਂ ਚਾਹੀਦਾ ਹੈ? ਧੰਨਵਾਦ ਉਮਿੰਦਰ ਜੀ, ਧੰਨਵਾਦ ਖੇਤੀ ਵਿਰਾਸਤ ਮਿਸ਼ਨ। ਤੇ ਪਹਿਲਾਂ ਦੇ ਵਕਤਾ ਡਾਕਟਰ ਜੀਪੀਆਈ ਸਿੰਘ, ਡਾਕਟਰ ਆਜ਼ਾਦ, ਡਾਕਟਰ ਠਾਕੁਰ ਨੇ ਸਾਰੇ ਮੈਜੋਰਿਟੀ ਪੁਆਇੰਟਸ ਰੱਖ ਦਿੱਤੇ ਹੈਗੇ। ਤੇ ਮੈਂ ਇਹ ਐਡ ਕਰਨਾ ਚਾਹਾਂਗਾ ਕਿ ਜਦੋਂ ਮੈਂ 2011 ਚ ਇੱਥੇ ਮੈਕਸ ਹਸਪੀਟਲ ਮੁਹਾਲੀ ਚ ਜੁਆਇਨ ਕੀਤਾ, ਕੈਂਸਰ ਡਿਪਾਰਟਮੈਂਟ ਸ਼ੁਰੂ ਕੀਤਾ ਸੀ ਇੱਥੇ, ਤੇ ਪੰਜਾਬ ਗਵਰਨਮੈਂਟ ਨੇ ਵੀ ਕੁਝ ਐਫਰਟਸ ਕੀਤੇ ਸੀਗੇ, ਜਦੋਂ ਮੈਕਸ ਦੇ ਨਾਲ ਵੀ ਜੁਆਇੰਟ ਵੈਂਚਰ ਵੀ ਕੀਤਾ, ਹਸਪੀਟਲਸ ਜਦੋਂ ਬਣਾਏ ਆ, ਤੇ ਕੈਂਸਰ ਤੇ ਇੱਕ ਫੋਕਸ ਸ਼ੁਰੂ ਕੀਤਾ ਸੀ ਉਸ ਵੇਲੇ ਗਵਰਨਮੈਂਟ ਨੇ। ਤੇ ਕੁਝ ਟ੍ਰੀਟਮੈਂਟ ਲਈ ਵੀ ਉਹਨਾਂ ਨੇ ਕੰਟਰੀਬਿਊਸ਼ਨ ਸ਼ੁਰੂ ਕੀਤੀ ਸੀ, ਇੱਕ ਸਕੀਮ ਚਲਾਈ ਸੀ, ਮੁੱਖ ਮੰਤਰੀ ਸਕੀਮ ਸੀਗੀ ਜਿਹੜੀ, ਜਿਸ 'ਚ ਖਰਚਾ ਮਿਲਦਾ ਸੀਗਾ ਕੈਂਸਰ ਦੇ ਇਲਾਜ ਦਾ। 2012-13 ਚ ਇੱਕ ਪੂਰੇ ਪੰਜਾਬ ਚ ਇੱਕ ਕੈਂਪਸ ਲਗਾਏ ਗਏ ਤੇ ਇੱਕ ਅਵੇਅਰਨੈਸ ਕੰਪੇਨ ਚੱਲਿਆ ਸੀ, ਤੇ ਨਾਲ ਸਕਰੀਨਿੰਗ ਵੀ ਕੀਤੀ ਗਈ ਕੈਂਸਰ ਦੀ। ਤੇ ਮੈਕਸ ਹਸਪੀਟਲ ਦੇ ਨਾਲ ਜੁਆਇੰਟਲੀ ਅਸੀਂ ਟ੍ਰੇਨਿੰਗ ਵੀ ਇੰਪਾਰਟ ਕੀਤੀ ਸੀਗੀ ਕਈ ਜਗ੍ਹਾ। ਲੁਧਿਆਣੇ ਵੀ ਇੱਕ ਸਾਰੇ ਪੰਜਾਬ ਤੋਂ ਡਾਕਟਰਸ ਤੇ ਟੈਕਨੀਸ਼ੀਅਨਸ ਤੇ ਬਾਕੀ ਜਿਹੜੇ ਸਿਹਤ EMPLOYEES ਸੀਗੇ ਬੁਲਾ ਕੇ ਟ੍ਰੇਨਿੰਗ ਕੈਂਪ ਵੀ ਅਸੀਂ ਕੀਤਾ। ਐਂਡ ਅਦਰਵਾਈਜ਼ ਆਲਸੋ ਰਜਿਸਟਰੀਜ਼ ਚ ਵੀ ਇਹ ਬੜਾ ਕਲੀਅਰ ਹੈ, ਡਾਕਟਰ ਠਾਕੁਰ ਨੂੰ ਪਤਾ ਹੀ ਹੈ ਕਿ ਪੰਜਾਬ ਚ ਜਿਹੜਾ ਇਨਸੀਡੈਂਸ ਹੈ ਇਟ ਇਜ਼ ਵਨ ਆਫ ਦੀ ਹਾਈਐਸਟ ਇਨ ਦ ਕੰਟਰੀ, ਤੇ ਬਾਕੀ ਜਗ੍ਹਾ ਐਵਰੇਜ ਨਾਲੋਂ ਤਾਂ ਜ਼ਿਆਦਾ ਹੈ ਹੀ ਗਿਆ। ਤੇ ਇਹਦਾ ਇੱਕ ਤੇ ਡਾਕਟਰ ਠਾਕੁਰ ਨੇ ਵੀ ਹਾਈਲਾਈਟ ਕੀਤਾ ਕਿ ਕੈਂਸਰ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਹੈ ਜਿਹੜੀਆਂ ਜ਼ਿਆਦਾ ਹੈ, ਲਿਵਰ ਪ੍ਰੋਬਲਮਸ ਹੈ, ਸਕਿਨ ਪ੍ਰੋਬਲਮਸ ਹੈ, ਇਨਫਰਟੀਲਿਟੀ ਹੈ, ਤੇ ਹੋਰ ਵੀ ਕਈ ਇਸ਼ੂਜ਼ ਹੈ। ਤੇ ਆਪਣੀ ਹਵਾ, ਮਿੱਟੀ, ਪਾਣੀ ਸਾਰਾ ਪੋਲਿਊਟਡ, ਦੂਸ਼ਿਤ ਤਾਂ ਹੋ ਹੀ ਚੁੱਕਿਆ ਹੈ, ਇਹ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ, ਇਹ 'ਚ ਕੋਈ ਮਤਲਬ ਕੋਈ ਡਿਬੇਟ ਕਰਨ ਵਾਲੀ ਗੱਲ ਤਾਂ ਨਹੀਂ ਹੈ। ਆਪਣਾ ਮਤਲਬ ਪਾਣੀ ਤੇ ਮਿੱਟੀ ਬਹੁਤ ਜ਼ਿਆਦਾ ਡੈਮੇਜ ਹੋ ਚੁੱਕੀ ਹੈ। ਗ੍ਰੀਨ ਰੈਵੋਲੂਸ਼ਨ ਦੇ ਨਾਮ ਤੇ ਜੋ ਕੁਕਰਮ ਹੋਏ, ਜੋ ਪੜਾਇਆ ਗਿਆ, ਫਾਰਮਰ ਜਿਹੜੀ ਫਾਰਮਿੰਗ ਦੀ ਆਪਣੀ ਸਾਰੀ ਤਰੀਕੇ ਹੀ ਚੇਂਜ ਕਰ ਦਿੱਤੇ ਗਏ, ਉਹਦਾ ਹੁਣ ਦੁਸ਼ਪਰਿਣਾਮ ਹੁਣ ਆਪਾਂ ਨੂੰ ਸਮਝ ਆ ਰਹੇ ਹੈ। ਪਰ ਪ੍ਰੋਬਲਮ ਇਹ ਹੈ ਕਿ ਆਪਣਾ ਜਿਹੜਾ ਫੋਕਸ ਹੈ ਤੇ ਗਵਰਨਮੈਂਟਸ ਦਾ ਜਿਹੜਾ ਫੋਕਸ ਹੈ ਉਹ ਇਲਾਜ ਤੇ ਜ਼ਿਆਦਾ ਹੈ। ਤੇ ਇਹ ਤਾਂ ਹੁਣ ਪਹਿਲਾਂ ਤੁਸੀਂ ਦੱਸ ਹੀ ਚੁੱਕੇ ਹੋ ਕਿ ਖਰਚਾ ਜਿਹੜਾ ਕੀਤਾ ਜਾਂਦਾ ਹੈ ਬਜਟ 'ਚ ਹਸਪੀਟਲਸ ਤੇ ਦਵਾਈਆਂ ਤੇ ਜ਼ਿਆਦਾ ਕੀਤਾ ਜਾਂਦਾ ਹੈ। ਉਹ ਹੈ ਤਾਂ ਵੈਸੇ 1% ਤੋਂ ਘੱਟ ਹੈ, ਪਰ ਉਹ ਵੀ ਜਿਹੜਾ ਹੈ ਸਾਰਾ ਇਲਾਜ ਤੇ ਫੋਕਸ ਹੈ। ਜੇ ਆਪਾਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਸ਼ਾਇਦ ਆਪਾਂ ਨੂੰ ਇਲਾਜ ਤੇ ਇੰਨਾ ਖਰਚਾ ਹੀ ਨਾ ਕਰਨਾ ਪਵੇ। ਤੇ ਇਹਦੇ ਲਈ ਇੰਟੀਗ੍ਰੇਟਿਵ ਮੈਡੀਸਨ ਬਹੁਤ ਜ਼ਰੂਰੀ ਹੈ। ਤੇ ਅੱਜ ਦੀ ਡੇਟ 'ਚ ਜਿਹੜੀ ਥੋੜਾ ਜਿਹਾ ਮੈਂ ਡਾਕਟਰ ਆਜ਼ਾਦ ਤੋਂ ਮੇਰੇ ਵਿਊਜ਼ ਇਸ ਤਰ੍ਹਾਂ ਥੋੜਾ ਡਿਫਰੈਂਟ ਹੈ ਕਿ ਐਲੋਪੈਥੀ ਇਜ਼ ਦੀ ਲੀਡਰ ਇਨ ਮੈਡੀਕਲ ਸਾਇੰਸਿਸ ਇਨ ਦ ਕੰਟਰੀ ਰਾਈਟ ਨਾਓ। ਆਪਾਂ ਨੂੰ ਇਹ ਚੀਜ਼ ਐਕਸੈਪਟ ਕਰ ਲੈਣੀ ਚਾਹੀਦੀ ਹੈ। ਐਲੋਪੈਥੀ ਦੇ ਅੰਗੇਜ ਨਹੀਂ ਜਾ ਸਕਦੇ। ਮੈਂ ਖੁਦ ਐਲੋਪੈਥਿਕ ਡਾਕਟਰ ਹਾਂ ਤੇ ਮੈਂ ਦੇਖਿਆ ਕਿ ਬਾਕੀ ਪद्धਤੀਆਂ ਵੀ ਕੋਈ ਇਲਾਜ ਨਹੀਂ ਕਰ ਪਾ ਰਹੀਆਂ, ਕੋਈ ਟ੍ਰੀਟਮੈਂਟ ਜਾਂ ਕਿਉਰ ਬਾਕੀ ਪद्धਤੀਆਂ 'ਚ ਨਹੀਂ ਹੈਗੇ। ਇਹ ਗੱਲ ਨੂੰ ਵੀ ਲੈ ਕੇ ਚੱਲਣਾ ਚਾਹੀਦਾ ਹੈ। ਤੇ ਜਿਹੜੀ ਪ੍ਰੀਵੈਂਟਿਵ ਸਟ੍ਰੈਟੇਜੀਜ਼ ਹੈ, ਅੱਛਾ ਖਾਣਾ ਪੀਣਾ, ऑर्गेनिक लाइफस्टाइल, ऑर्गेनिक फार्मिंग, नेचुरल फार्मिंग की तरफ मुड़ना, रॉ फूड ज्यादा कंज्यूम करना। सो कच्चे फल, कच्चे सब्जियां जिन्ना आपां कच्चा इस्तेमाल करते हैं खाने च, उन्ना ही आपां नूं विटामिन मिनरल्स की मात्रा ज्यादा मिलती है अपनी सेहत लई। जिन्ना फूड प्रोसैसिंग करते हैं, जिस तरह उन्हें डॉक्टर आजाद ने कहा, फूड प्रोसैसिंग च क्वालिटी ऑफ फूड गोज डाउन, ड्रास्टिकली गोज डाउन। ते जिन्ना जंक फूड कल्चर चल पिया है ਉਹਦੀ ਵਜ੍ਹਾ ਨਾਲ ਜਿਹੜੀ ਕੁਆਂਟੀਟੀ ਤਾਂ ਮਿਲ ਰਹੀ ਹੈ ਖਾਣੇ 'ਚ, ਬਟ ਕੁਆਲਿਟੀ ਬਹੁਤ ਹੀ ਮਿਨੀਮਲ ਹੈ। ਤੇ ਇਹਦੇ ਲਈ ਬਹੁਤ ਸੋਸ਼ਲ ਅਵੇਅਰਨੈਸ, ਸੋਸ਼ਲ ਕੈਂਪੇਨ, ਸੋਸ਼ਲ ਪ੍ਰੈਸ਼ਰ ਚਾਹੀਦਾ ਹੈ, ਜਿਹਦੇ ਨਾਲ ਆਪਾਂ ਲੋਕਾਂ ਨੂੰ ਖਾਣ ਪਾਣ ਦੇ ਤਰੀਕੇ ਜਿਹੜੇ ਹੈ ਦੁਬਾਰਾ ਤੋਂ ਜਿਵੇਂ ਪਹਿਲਾਂ ਹੁੰਦਾ ਸੀਗਾ, ਸੈਂਚੁਰੀਜ਼ ਪਹਿਲਾਂ ਜਿਵੇਂ ਨੈਚੁਰਲ ਤਰੀਕੇ ਅਪਣਾਉਂਦੇ ਸੀ, ਉਸ ਵੇਲੇ ਆਪਾਂ ਮੁੜੀਏ ਜੰਕ ਫੂਡ ਤੇ ਆ ਕੇ। ਤੇ ਪੰਜਾਬ 'ਚ ਤਾਂ ਬਹੁਤ ਜਿਵੇਂ ਫਾਰਮਿੰਗ ਦਾ ਜਿਹੜਾ
ਕਲਚਰ ਚੇਂਜ ਹੋ ਗਿਆ, ਵੀਟ ਐਂਡ ਰਾਈਸ, ਉਸ ਤੋਂ ਇਲਾਵਾ ਆਪਾਂ ਕੁਝ ਕਰੇ ਹੀ ਨਹੀਂ। ਉਹਦੇ ਕਰਕੇ ਕਈ ਕ੍ਰੌਪਸ ਹੈ, ਮਿਲਟਸ ਹੈ, ਆਪਣਾ ਜਵਾਰ, ਬਾਜਰਾ, ਰਾਗੀ, ਹੋਰ ਜਿਹੜੀਆਂ ਕ੍ਰੌਪਸ ਹੈ, ਹੋਰ ਤਰ੍ਹਾਂ ਦੇ ਸਬਜ਼ੀਆਂ ਹੈ, ਫਲ ਹੈ, ਉਹ ਕਿਤੇ ਖਤਮ ਹੀ ਹੋ ਚੁੱਕੇ ਹਨ। ਤੇ ਬਹੁਤ ਜ਼ਿਆਦਾ ਡਿਪੈਂਡੈਂਸ ਵੀਟ ਤੇ ਰਾਈਸ ਤੇ ਆਪਣੀ ਹੋ ਚੁੱਕੀ ਹੈ। ਉਹਦੇ ਕਰਕੇ ਰਾਈਸ ਕਰਕੇ ਵਾਟਰ ਟੇਬਲ ਨੀਚੇ ਜਾ ਰਿਹਾ ਹੈ, ਵਾਟਰ ਟੇਬਲ ਲਈ ਟਿਊਬਵੈਲਸ ਲਗਾਏ ਜਾ ਰਹੇ हैं, एनर्जी कंजम्पशन ਵਧਾਈ ਜਾ ਰਹੀ ਹੈ, ਬਿਜਲੀ ਦੀ ਖਪਤ ਜ਼ਿਆਦਾ ਕਰ ਰਹੀ ਹੈ। ਸੋ ਵੀ ਆਰ ਹੈਵੀਲੀ ਡਿਪੈਂਡੈਂਟ ਔਨ ਗਰਾਊਂਡ ਵਾਟਰ ਖਤਮ ਹੋਈ ਜਾ ਰਿਹਾ ਹੈ, ਜਿਹੜਾ ਹੈ ਉਹ ਸਾਰਾ ਪੋਲਿਊਟਿਡ ਹੈ। ਉਹ ਸਾਰਾ ਫੂਡ ਚੇਂਜ ਆਪਣੇ ਬੋਡੀ 'ਚ ਹੀ ਜਾ ਰਿਹਾ ਹੈ, ਜਿੰਨੇ ਕੈਮੀਕਲਸ, ਫਰਟੀਲਾਈਜ਼ਰਸ, ਇਨਸੈਕਟੀਸਾਈਡ, ਪੈਸਟੀਸਾਈਡਸ ਜਾ ਰਹੇ ਹੈ, ਦੈਟ ਇਜ਼ ਗੈਟਿੰਗ ਕੰਸਨਟ੍ਰੇਟਿਡ ਇਨ ਆਵਰ ਬੋਡੀਜ਼। ਤੇ ਉਹਦਾ ਬਹੁਤ ਜ਼ਿਆਦਾ ਆਪਾਂ ਨੂੰ ਹਾਰਮ ਹੋ ਰਿਹਾ ਆਪਣੀ ਸਿਹਤ ਨੂੰ। ਤੇ ਆਪਾਂ ਨੂੰ ਐਜ਼ ਅ ਕਮਿਊਨਿਟੀ, ਆਪਾਂ ਨੂੰ ਐਜ਼ ਫਾਰਮਰਸ ਨੂੰ ਵੀ ਤੇ ਸਮਾਜ ਨੂੰ ਵੀ, ਸੋ ਇੱਕ ਪ੍ਰੈਸ਼ਰ ਤਾਂ ਕ੍ਰੀਏਟ ਕਰਨ ਦੀ ਜ਼ਰੂਰਤ ਹੈ ਹੀ ਹੈ ਆਪਣੀ ਸਰਕਾਰਾਂ ਤੇ, ਜਿਹਦੇ ਲਈ ਕਿ ਆਪਾਂ ਜਦ ਇਕੱਠੇ ਹੋਏ ਵੀ ਹਾਂ ਜੀ। ਆਪਾਂ ਪ੍ਰੈਸ਼ਰ ਗਰੁੱਪ ਲਈ ਗੱਲ ਅੱਗੇ ਕਰਦੇ ਹਾਂ। ਮੈਨੂੰ ਇਹ ਦੱਸੋ, ਜੋ ਤੁਸੀਂ ਸਰਕਾਰ ਦੇ ਨਾਲ ਕੁਝ ਕੰਮ ਕੀਤੇ, ਕਿਉਂਕਿ ਆਪਾਂ ਨੂੰ ਨਾ ਇਹ ਗੱਲ ਬਿਲਕੁਲ ਹੁਣ ਪੋਲੀਟੀਕਲ ਢੰਗ ਨਾਲ ਗੱਲ ਕਰਨ ਦੀ ਲੋੜ ਹੈ, ਕਿਉਂਕਿ ਅਲਟੀਮੇਟਲੀ ਇਹ ਗਵਰਨੈਂਸ ਦਾ ਮੁੱਦਾ ਹੈ, ਐਡਮਿਨਿਸਟ੍ਰੇਸ਼ਨ ਦਾ ਮੁੱਦਾ ਹੈ। ਇਸ ਕਰਕੇ ਮੈਂ ਤੁਹਾਨੂੰ ਸਿੱਧਾ ਪੁੱਛਾਂਗਾ ਕਿ ਜਿਹੜਾ ਤੁਸੀਂ ਜਦੋਂ ਕਮੇਟੀਆਂ ਕਿਤੇ ਸਰਕਾਰ ਦੇ ਨਾਲ ਕੰਮ ਕੀਤਾ, ਤੁਹਾਨੂੰ ਕੀ ਲੱਗਾ ਉਦੋਂ? ਕਿੰਨੀ ਕੁ ਗੰਭੀਰਤਾ ਸੀ ਉਹਨਾਂ ਦੇ ਵਿੱਚ? ਕਿੰਨੀ ਕੁ ਜ਼ਿਆਦਾ ਅਟੈਂਸ਼ਨ ਦਿੰਦੇ ਸੀ? ਕਿਵੇਂ ਉਹ ਟਾਈਮਲਾਈਨ ਨੂੰ ਫੋਲੋ ਕਰਦੇ ਸੀ? ਕਿੰਨੀ ਕੁ ਪ੍ਰਾਇੋਰਟੀ ਮਿਲਦੀ ਸੀ ਸਾਰੀ ਗੱਲ ਨੂੰ? ਕਿ ਸਰਕਾਰ ਦੇ ਅੰਦਰ, ਜਿਵੇਂ ਇਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਦੋ ਠਾਕੁਰ ਸਾਹਿਬ ਨੇ, ਐਡਮਿਨਿਸਟ੍ਰੇਟਿਵ ਵਿਲ ਔਰ ਪੋਲੀਟੀਕਲ ਵਿਲ, ਤੁਹਾਡਾ ਤਜਰਬਾ ਕੀ ਹੈਗਾ? ਮੈਨੂੰ ਤਾਂ ਗੱਲਾਂ ਖੋਲ ਕੇ ਗੱਲ ਕਰਨੀਆਂ ਪੈਣਗੀਆਂ ਹੁਣ। ਦੇਖੋ, ਉਸ ਵੇਲੇ ਜਦੋਂ ਅਸੀਂ ਕੰਪੇਨ ਚਲਾਇਆ ਸੀ 12-13 ਚ, ਡੈਟ ਉਹ ਜਿਹੜਾ ਵਿਲ ਸੀਗਾ ਨਾ, ਉਸ ਕੰਪੇਨ ਤੱਕ ਲਿਮਿਟਿਡ ਸੀਗਾ। ਜਦੋਂ ਇੱਕ ਵਾਰ ਕੰਪੇਨ ਹੋ ਗਿਆ, ਫਿਰ ਵਾਪਸ ਚੀਜ਼ਾਂ ਜਿਸ ਤਰ੍ਹਾਂ ਚੱਲ ਰਹੀਆਂ ਸੀ ਉਸ ਤਰ੍ਹਾਂ ਚੱਲਦੀਆਂ ਰਹੀਆਂ। ਸੋ ਜਦੋਂ ਕੋਈ ਸਕੀਮ ਜਾਂ ਕੋਈ ਸ਼ੁਰੂ ਹੁੰਦਾ, ਉਸ ਵੇਲੇ ਕੁਝ ਦੇਰ ਲਈ ਉਸ ਤੇ ਜ਼ੋਰ ਲਗਾਇਆ ਜਾਂਦਾ ਹੈ, ਉਹ ਤੋਂ ਬਾਅਦ ਵਾਪਸ ਕੰਮ ਠੰਡਾ ਪੈ ਜਾਂਦਾ ਹੈ। ਸੋ ਇੱਕ ਸਸਟੇਨਡ ਐਫਰਟ ਚਾਹੀਦਾ ਇਹਦੇ ਲਈ, ਇੱਕ ਕੰਟੀਨਿਊਅਸ ਐਫਰਟ, ਰਿਸਰਚ ਐਂਡ ਆਫ ਕੋਰਸ। ਦੇਖੋ, ਜੇ ਸਰਕਾਰ ਕੋਲ ਕਈ ਪਾਵਰਸ ਹੈਗੀਆਂ ਜਿਹੜੀਆਂ ਸਾਡੇ ਕੋਲ ਨਹੀਂ ਹੈ, ਕੋਈ ਕੈਮੀਕਲ ਬੈਨ ਕਰਨਾ ਹੈ ਜਾਂ ਕੋਈ ਪਾਲਿਸੀ ਚੇਂਜ ਕਰਨੀ ਹੈ, ਉਹ ਗਵਰਨਮੈਂਟ ਲੈਵਲ ਤੇ ਹੀ ਹੋਣੀ ਹੈ, ਉਹ ਆਮ ਪਬਲਿਕ ਨੇ ਨਹੀਂ ਕਰਨੀ। ਆਪਾਂ ਤਾਂ ਸਿਰਫ ਕਹਿ ਸਕਦੇ ਹਾਂ, ਜਿਵੇਂ ਅੱਜ ਆਪਾਂ ਕੋਈ ਏਜੰਡਾ ਬਣਾ ਰਹੇ ਹਾਂ, ਦੱਸ ਸਕਦੇ ਹਾਂ, ਪਰ ਕਰਨਾ ਤਾਂ ਸਰਕਾਰ ਨੂੰ ਹੀ ਪਏਗਾ ਨਾ। ਜਦੋਂ ਤੱਕ ਕੋਈ ਕੈਮੀਕਲ ਬੈਨ ਹੀ ਨਹੀਂ ਹੁੰਦਾ, ਉਦੋਂ ਤੱਕ ਆਪਾਂ ਨੂੰ ਕਿਵੇਂ ਰੋਕਾਂਗੇ ਮਾਰਕੀਟ ਜਾਣ ਲਈ? ਸੋ ਮਾਰਕੀਟ 'ਚ ਅਵੇਲੇਬਲ ਹੋਏਗਾ ਤਾਂ ਕਿਸਾਨ ਯੂਜ਼ ਕरेंगे ਤਾਂ ਉਹ ਆਪਣੀ ਫਸਲ 'ਚ ਪਏਗਾ, ਆਪਣੀ ਮਿੱਟੀ 'ਚ ਜਾਏਗਾ, ਆਪਾਂ ਨੂੰ ਬਿਮਾਰ ਕਰੇਗਾ। ਤੇ ਕਿਸਾਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਵੀ ਇਹ ਆਪਾਂ ਦੀ ਆਪਣੀ ਸਿਹਤ ਵੀ ਤਾਂ ਖਰਾਬ ਕਰ ਰਹੇ ਹਾਂ ਨਾ। ਜੇ ਆਪਾਂ ਫਰਟੀਲਾਈਜ਼ਰ ਯੂਜ਼ ਕਰਕੇ ਥੋੜੀ ਜ਼ਿਆਦਾ ਉਪਜ ਵੀ ਪੈਦਾ ਕਰ ਲਾਂਗੇ, ਉਹ ਆਪਾਂ ਆਪਣੀ ਬਿਮਾਰੀਆਂ 'ਚ ਉਨਾ ਹੀ ਖਰਚਾ ਹੋਰ ਕਰ ਦਾਂਗੇ ਇਲਾਜ 'ਚ। ਇੱਕ ਵਾਈਡਰ ਕੁਐਸਚਨ ਹੋ ਗਿਆ ਕਿ ਕਿਸਾਨਾਂ ਨੂੰ ਉਧਰ ਧਕੇਲਤਾ, ਪੂਰਾ ਜਿਹੜੀ ਐਗਰੀਕਲਚਰ ਦਾ ਐਕਸਟੈਂਸ਼ਨ ਸਿਸਟਮ ਹੈ ਉਹ ਟੋਟਲੀ ਕੈਮੀਕਲ ਦੇ ਉੱਤੇ ਹੀ ਫੋਕਸਡ ਹੈ। ਸਾਰੀ ਰਿਸਰਚ, ਸਾਰੀ ਐਜੂਕੇਸ਼ਨ, ਸਾਰੀ ਉੱਥੇ ਹੀ ਹੈ। ਉਹ ਤਾਂ ਇੱਕ ਪੂਰਾ ਐਗਰੀਕਲਚਰ ਦਾ ਪੂਰਾ, ਉੱਥੇ ਡਾਕਟਰ ਰਾਮੂ ਨੇ ਬੋਲਿਆ 2 ਦਿਨ ਪਹਿਲੇ ਕਿ ਪੂਰਾ ਸਿਸਟਮ ਉਧਰ ਗਿਆ ਹੋਇਆ ਹੈ। ਉਹ ਤਾਂ 99% ਵਰਸਸ 1% ਇਹਦੀ ਲੜਾਈ ਬਣ ਰਹੀ ਹੈ। ਮਹਿੰਦਰ ਜੀ, ਇੱਕ ਗੱਲ ਹੈ ਕਿ ਐਗਰੀਕਲਚਰ ਯੂਨੀਵਰਸਿਟੀਜ਼ ਨੇ ਕੀ ਪੜਾਇਆ ਇੰਨੇ ਡਿਕੇਡਸ? ਇਹ ਗੱਲਾਂ ਆਪਾਂ ਨੂੰ ਪਹਿਲਾਂ ਨਹੀਂ ਪਤਾ ਸੀ। ਕੈਮੀਕਲਸ ਤਾਂ ਆਪਣੇ ਲਈ ਹਾਰਮਫੁਲ ਹੈ। ਦੇਖੋ, ਇੱਕ ਬੜੀ ਸਿੰਪਲ ਜੀ ਗੱਲ ਹੈ, ਆਪਣਾ ਸਰੀਰ ਹੈ, ਕੋਈ ਵੀ ਆਪਾਂ ਖਾਣਾ ਪੀਣਾ ਅੰਦਰ ਜਾਂਦਾ ਜਿਹੜਾ ਆਪਣੇ, ਉਹ ਆਪਣਾ ਲਿਵਰ ਉਸ ਨੂੰ ਪਚਾਉਂਦਾ ਹੈ, ਰਾਈਟ? ਸਾਰੇ ਕੈਮੀਕਲ ਹੈ, ਜਿਹੜਾ ਨੈਚੁਰਲ ਚੀਜ਼ ਹੈ, ਉਹ ਬੋਡੀ ਪਚਾਉਣ ਦੀ ਉਸ ਦੇ ਲਈ ਕਾਬਿਲ ਹੈ ਆਪਣਾ ਸਰੀਰ। ਆਪਣਾ ਸਰੀਰ ਇੱਕ ਕੈਮੀਕਲਸ, ਫਰਟੀਲਾਈਜ਼ਰਸ, ਇਨਸੈਕਟੀਸਾਈਡਸ, ਪੈਸਟੀਸਾਈਡ ਪਛਾਣ ਦੇ ਕਾਬਿਲ ਨਹੀਂ ਹੈ। ਉਹ ਅੰਦਰ ਜਾ ਕੇ ਡੈਮੇਜ ਕਰਦੇ हैं। ਤੁਸੀਂ ਪੈਟਰੋਲ गाड़ी ਚ ਮਿੱਟੀ ਦਾ ਤੇਲ ਥੋੜੀ ਪਾਉਂਦੇ ਹੋ। ਮਿੱਟੀ ਦਾ ਤੇਲ ਪਾਉਂਗੇ, ਇੰਜਨ ਚੋਕ ਹੋ ਜਾਏਗਾ, ਖਰਾਬ ਹੋ ਜਾਏਗਾ। ਇਟ ਇਜ਼ ਵੈਰੀ ਸਿੰਪਲ। we give our body what is required, what our body is made for। ਅਨਾਪ ਸ਼ਨਾਪ ਚੀਜ਼ਾਂ ਨਹੀਂ ਨਾ ਆਪਾਂ ਆਪਣੇ ਸਰੀਰ ਦੇ ਅੰਦਰ ਪਾਣੀ ਹੈਗੀਆਂ ਖਾਣੇ ਦੇ ਰੂਪ ਚ। ਚਲੋ, ਇਸ ਗੱਲ ਤੇ ਆਪਾਂ ਆਨੇ ਆ। ਮੈਨੂੰ ਲੱਗਦਾ ਕਿ ਜੀਪੀ ਸਿੰਘ ਜੀ, ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ, ਉਹ ਜੇ ਵੀ ਨਵੀਂ ਸਰਕਾਰ ਆਵੇ, ਉਹ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਆਣ ਤਾਂ ਉਹਨਾਂ ਦੇ ਕੋਲ ਅਗਰ ਇੱਕ ਰੋਡ ਮੈਪ एनवायरमेंटल हेल्थ का होना चाहिए, अगर तो वो कितों शुरुआत करन?
ਆਪਾਂ ਪੋਲੀਟੀਕਲ ਪਾਰਟੀਆਂ ਨੂੰ ਕਿਵੇਂ ਡਰਾ, ਅਲਟੀਮੇਟਲੀ ਦੇਖੋ ਜੀ ਸਰਕਾਰ ਉਹਨਾਂ ਨੇ ਬਣਾਉਣੀ ਹੈ, ਤੁਸੀਂ ਮੈਂ ਨਾ ਇਲੈਕਸ਼ਨ ਲੜਨੇ ਆ, ਜੇ ਆਪਾਂ ਲੜ ਵੀ ਲਵਾਂਗੇ ਤਾਂ ਆਪਣੀ ਜ਼ਮਾਨਤ ਜ਼ਬਤ ਹੋ ਜਾਣੀ ਹੈ, ਕਰਨਾ ਤਾਂ ਉਹਨਾਂ ਨੇ ਹੈ। ਇਹ ਹੁਣ ਦੇਸ਼ ਦੀ ਪੋਲੀਟੀਕਲ ਜਿਹੜੀ ਡੈਮੋਕ੍ਰੈਟਿਕ ਸਿਸਟਮ ਹੈ ਉਹ 'ਚ ਵੀ ਬਹੁਤ ਵੱਡੀਆ ਸਵਾਲੀਆ ਨਿਸ਼ਾਨ ਹੈ ਕਿ ਡੈਮੋਕ੍ਰੇਸੀ ਕਿਹਨਾਂ ਨੂੰ ਚੁਣਨ ਦਾ ਮੌਕਾ ਦਿੰਦੀ ਹੈ, ਕਿਹਨਾਂ ਨੂੰ ਪਾਵਰ ਦਿੰਦੀ ਹੈ। ਇਹ ਬਹੁਤ ਵੱਡੀ ਗੜਬੜ ਹੈ ਇਹਦੇ 'ਚ। ਸਾਡੇ ਮੇਰੇ ਵਰਗੇ ਦੀ ਕੋਈ ਆਪਾਂ ਵੈਲਿਊ ਨਹੀਂ ਹੈਗੀ, ਪਰ ਫਿਰ ਵੀ ਅਸੀਂ ਸਮਾਜ ਦੇ ਬਾਰੇ ਚਿੰਤਨ ਕਰਦੇ ਹਾਂ ਤੇ ਕਿਵੇਂ ਪੋਲੀਟੀਕਲ ਰੋਡ ਉਹਦਾ এনवायरमेंट ਹੈਲਥ ਦਾ ਰੋਡ ਮੈਪ ਬਣੇ। ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਕਿਵੇਂ ਇਹਦੇ 'ਚ ਲੈ ਕੇ ਆਉਣਾ ਚਾਹੋਗੇ, ਕਿਵੇਂ ਡਰਾ ਕਰੋਗੇ? ਇੱਕ ਪੋਲੀਟੀਕਲ ਪਾਰਟੀ ਦਾ ਸਲਾਹ ਮੰਗੇ, ਅਗਰ ਫਰਜ਼ ਕਰੋ ਮੈਂ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ, ਮੈਂ ਸਲਾਹ ਮੰਗਾ ਕਿ ਜੀ ਮੈਂ ਕੀ ਕਰਾਂ, ਤੇ ਤੁਸੀਂ ਪੋਲੀਟੀਕਲ ਪਾਰਟੀ ਨੂੰ ਕੀ ਸਲਾਹ ਦਿਓ? ਜੋ ਕੁਝ ਹੁਣ ਤੱਕ ਡਿਸਕਸ ਹੋਇਆ ਹੈ ਤੇ ਜੋ ਕੁਝ ਅਸੀਂ ਪਹਿਲਾਂ ਵੀ ਬੜੀ ਵਾਰੀ ਡਿਸਕਸ ਕਰ ਚੁੱਕੇ ਹਾਂ, ਲਾਸਟ ਇਲੈਕਸ਼ਨ ਵੇਲੇ ਵੀ ਅਸੀਂ ਇਹਦੇ ਉੱਪਰ ਡੈਲੀਬਰੇਸ਼ਨ ਕੀਤੀ ਸੀ। ਇਸੈਂਸ਼ੀਅਲੀ ਡਾਕਟਰ ਠਾਕੁਰ ਨੇ ਵੀ ਇਹ ਹਾਈਲਾਈਟ ਕੀਤਾ ਹੈ ਕਿ ਸਾਡੀ ਪਬਲਿਕ ਹੈਲਥ ਪਾਲਿਸੀਜ਼ ਜਿਹੜੀਆਂ ਹੈ ਉਹ ਟੋਟਲੀ ਸਕਿਊਡ ਹੈ, ਕਰੈਕਟ ਨਹੀਂ ਹੈ। ਸਾਨੂੰ ਲੋੜ ਹੈ ਕਿ ਸਾਡੀ ਜਿਹੜੀ ਵੀ ਪੋਲੀਟੀਕਲ ਪਾਰਟੀ ਆਵੇ ਉਹ ਪਹਿਲਾਂ ਇਸ ਗੱਲ ਨੂੰ ਸਮਝੇ ਕਿ ਪਬਲਿਕ ਹੈਲਥ ਐਸਪੈਕਟ ਇਜ਼ ਡਿਫਰੈਂਟ ਦੈਨ ਬਿਲਡਿੰਗ ਹਸਪੀਟਲਸ। ਜਿਵੇਂ ਅਸੀਂ ਪਹਿਲਾਂ ਵੀ ਸਪੈਸੀਫਿਕ ਪੁਆਇੰਟ ਸਬਮਿਟ ਕੀਤੇ ਸੀ ਕਿ ਇਹ ਸਮਝਿਆ ਜਾਏ ਪੋਲੀਟੀਕਲ ਪਾਰਟੀਆਂ ਵੱਲੋਂ ਕਿ ਪੰਜਾਬ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੁਣ ਇਹਨੂੰ ਕਰੈਕਟ ਕਰਨ ਦੀ ਲੋੜ ਹੈ, ਇਨਵਾਇਰਨਮੈਂਟਲੀ ਐਂਡ ਪਬਲਿਕ ਹੈਲਥ ਐਸਪੈਕਟ ਤੋਂ ਇਹਨੂੰ ਕਰੈਕਟ ਕਰਨ ਵਾਸਤੇ ਕੁਝ ਸਪੈਸੀਫਿਕ ਐਕਸ਼ਨ ਲਏ ਜਾਣ। ਫॉर ਐਗਜ਼ਾਮਪਲ ਅਸੀਂ ਆਇਡੈਂਟੀਫਾਈ ਕੀਤੇ हैं ਬਾਈ ਜਨਰਲ ਆਬਜ਼ਰਵੇਸ਼ਨਸ ਕਿ ਮਾਲਵਾ ਦੇ ਵਿੱਚ ਕੈਂਸਰ ਜ਼ਿਆਦਾ ਹੈ ਮੋਟੇ ਤੌਰ ਤੇ। ਅਸੀਂ ਆਇਡੈਂਟੀਫਾਈ ਕੀਤਾ ਕਿ ਸਾਡਾ 70% ਦੇ ਨੇੜੇ ਤੇੜੇ ਜਿਹੜਾ ਗਰਾਊਂਡ ਵਾਟਰ ਹੈ ਉਹ ਸਾਰਾ ਅਨਫਿਟ ਫॉर ਹਿਊਮਨ ਕੰਜ਼ੰਪਸ਼ਨ ਐਜ਼ ਵੈਲ ਐਜ਼ ਇਰੀਗੇਸ਼ਨ ਹੈ। ਅਸੀਂ ਆਇਡੈਂਟੀਫਾਈ ਕੀਤਾ ਬਾਈ ਆਬਜ਼ਰਵੇਸ਼ਨਸ ਐਂਡ ਬਾਈ ਸਟੱਡੀਜ਼, specific studies by PGI ਕਿ ਜਿਹੜੇ ਸਾਡੀ ਡਿਸਚਾਰਜ ਆਫ ਇੰਡਸਟਰੀਅਲ ਐਫਲੂਐਂਟਸ ਹੈ ਟੋਟਲੀ ਫਾਲਟੀ ਹੈ ਤੇ ਇਹਦੇ ਵਾਸਤੇ ਕੋਈ ਸਾਨੂੰ ਸਸਟੇਨੇਬਲ ਮੈਕੈਨਿਜ਼ਮ ਬਣਾਉਣੀ ਪਏਗੀ, ਪੈਸੇ ਖਰਚ ਕਰਨੇ ਪੈਣਗੇ, ਸਾਨੂੰ ਮੈਨੇਜਮੈਂਟ ਆਫ ਦੀ ਐਫਲੂਐਂਟ ਕਰਨੀ ਪਏਗੀ। ਤੁਹਾਡੇ ਸਾਹਮਣੇ ਐਡੀ ਵੱਡੀ ਰਿਪੋਰਟ ਰੱਖੀ ਸੀ ਜਿਹੜੀ ਬੁੱਢਾ ਨਾਲਾ ਦੀ ਪੋਲੂਸ਼ਨ ਦੇ ਬਾਰੇ, ਕਲਾਸੀਕਲ ਰਿਪੋਰਟ ਹੈ ਜਿਹਦੇ ਵਿੱਚ ਸੋਰਸਸ ਆਫ ਪੋਲੂਸ਼ਨ ਐਂਡ ਮੈਨੇਜਮੈਂਟ ਐਂਡ ਦੀ ਸੋਲੂਸ਼ਨਸ। ਇਹ ਸਾਰੀਆਂ ਗੱਲਾਂ ਵਾਸਤੇ ਇਹ ਵੀ ਨਾਲ ਅਸੀਂ ਸੁਜੈਸਟ ਕੀਤਾ ਸੀ, ਮੈਂ ਫਿਰ ਸੁਜੈਸਟ ਕਰਦਾ ਕਿ ਜਿਹੜੀਆਂ ਪ੍ਰੋਬਲਮਸ ਅਸੀਂ ਆਇਡੈਂਟੀਫਾਈ ਕਰ ਚੁੱਕੇ ਹਾਂ ਇਹਨਾਂ ਉੱਪਰ ਧਿਆਨ ਦੇ ਕੇ ਇਹਨਾਂ ਦੇ ਵਾਸਤੇ ਇਹਦੇ ਉੱਪਰ ਫੋਕਸਡ ਰਿਸਰਚ ਦੀ ਲੋੜ ਹੈ। ਸਾਨੂੰ ਐਪੀਡੈਮੀਓਲੋਜੀਕਲ ਹੌਟ ਸਪੌਟ ਜਿਹੜੇ ਹੈਗੇ ਆ ਜਿੱਥੇ ਜ਼ਿਆਦਾ ਖਤਰੇ ਆ ਹਿਊਮਨ ਹੈਲਥ ਨੂੰ ਤੇ ਐਨੀਮਲ ਹੈਲਥ ਨੂੰ, ਉਹ ਹੌਟ ਸਪੌਟਸ ਆਇਡੈਂਟੀਫਾਈ ਕਰ ਲਈਏ। ਜਿਵੇਂ ਮਾਲਵਾ ਚ ਹੈ, ਜਿਵੇਂ ਬਠਿੰਡਾ ਏਰੀਆ ਇਜ਼ ਅ ਕਲਾਸੀਕਲ ਐਗਜ਼ਾਮਪਲ, ਤਲਵੰਡੀ ਸਾਬੋ ਏਰੀਆ, ਇਹ ਇਹੋ ਜਿਹੇ ਹੌਟ ਸਪੌਟਸ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਮੈਪ ਲਗਾਇਆ ਜਾਏ ਤੇ ਉਹਦੇ ਉੱਥੇ ਐਪੀਡੈਮੀਓਲੋਜੀਕਲ ਰਿਸਰਚ ਉੱਪਰ ਪੈਸੇ ਖਰਚ ਕੀਤੇ ਜਾਣ ਤੇ ਉੱਥੇ ਹੀ ਟ੍ਰੇਨਿੰਗ ਐਂਡ ਮੈਨੇਜਮੈਂਟ ਆਮ ਲੋਕਾਂ ਨੂੰ ਸਿਖਾਈ ਜਾਏ, ਜਿਹਦੇ ਵਾਸਤੇ ਰੈਗੂਲਰ ਉਪਰਾਲੇ ਹੋਣੇ ਚਾਹੀਦੇ ਹੈ ਕਿ ਇੱਕ ਆਮ ਆਦਮੀ ਨੂੰ ਜਾਂ ਇੱਕ ਐਗਰੀਕਲਚਰਲ ਵਰਕਰ ਨੂੰ ਜਾਂ ਇੱਕ ਟੈਕਨੀਸ਼ੀਅਨ ਲੈਵਲ ਦੇ ਆਦਮੀ ਨੂੰ ਜਾਂ ITIs ਦੇ ਵਿੱਚ ਜਿਹੜੀਆਂ ਅਸੀਂ ਟੈਕਨੀਸ਼ੀਅਨ ਤਿਆਰ ਕਰਦੇ ਹਾਂ ਇਹਨਾਂ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਜਾਏ ਰੈਗੂਲਰਲੀ ਔਨ ਗੋਇੰਗ ਬੇਸਿਸ ਫੋਰਐਵਰ ਕਿ ਅਸੀਂ ਸਸਟੇਨੇਬਲ ਐਗਰੀਕਲਚਰ ਨੂੰ ਕਿਵੇਂ ਸਪੋਰਟ ਕਰਨਾ ਹੈ, ਐਫਲੂਐਂਟ ਨੂੰ ਕਿਵੇਂ ਮੈਨੇਜ ਕਰਨਾ ਹੈ, ਕਿਹੜੀਆਂ ਗੱਲਾਂ ਨਹੀਂ ਕਰਨੀਆਂ, ਕਿਹੜੀਆਂ ਗੱਲਾਂ ਕਰਨੀਆਂ, ਡਿਜ਼ਾਇਰੇਬਲ ਹੈ, ਡੂਜ਼ ਐਂਡ ਡੋਂਟਸ, ਇਹ ਸਾਰੀਆਂ ਰਿਸਰਚ ਦੇ ਵਿੱਚ ਆਉਣਗੀਆਂ। ਤਾਂ ਉਹ ਐਪੀਡੈਮੀਓਲੋਜੀਕਲ ਰਿਸਰਚ ਸਟੇਸ਼ਨ ਕਾਇਮ ਹੋਣੇ ਚਾਹੀਦੇ ਆ ਇਹਨਾਂ ਹੌਟ ਸਪੌਟਸ ਉੱਪਰ ਤੇ ਹਰ ਪੋਲੀਟੀਕਲ ਪਾਰਟੀ ਐਦ ਕਰੇ, ਇਹ ਵਾਅਦਾ ਕਰੇ ਕਿ ਉਹ ਆਪਣੇ ਜਿਹੜੇ ਥਿੰਕ ਟੈਂਕ ਬਣਾਉਂਦੇ ਆ, ਜਿਹੜੇ ਪਾਲਿਸੀ ਐਡਵਾਈਜ਼ਰਸ ਹੈਗੇ ਆ, ਉਸ ਬਿਊਰੋਕਰੈਟਸ ਉੱਪਰ ਡਿਪੈਂਡ ਨਾ ਕਰਨ, ਪੜ੍ਹੇ ਲਿਖੇ ਲੋਕਾਂ ਤੇ ਐਕਸਪਰਟਸ ਉੱਪਰ ਵੀ ਡਿਪੈਂਡ ਕਰਨ, ਆਪਣਾ ਇੱਕ ਥਿੰਕ ਟੈਂਕ ਬਣਾਉਣ ਜਿਹਦੇ ਵਿੱਚ ਪਬਲਿਕ ਹੈਲਥ ਐਕਸਪਰਟਸ ਨਾਲ ਹੋਣ ਤੇ ਉਹ ਨਾਟ ਓਨਲੀ ਸਿਰਫ ਉਹਨਾਂ ਦੀ ਰਿਕਮੈਂਡੇਸ਼ਨ ਲੈ ਕੇ ਫਾਈਲ ਕਰਕੇ ਦਿਖਾਵੇ ਵਾਸਤੇ ਰੱਖਦੇ ਹਨ, ਜਿਵੇਂ ਠਾਕੁਰ ਸਾਹਿਬ ਨੇ ਕਿਹਾ, ਉਹਨੂੰ ਇੰਪਲੀਮੈਂਟ ਕਰਨ ਵਾਸਤੇ ਵੀ ਰੋਡ ਮੈਪ ਹੋਏ। ਇਹਨਾਂ ਸਾਰੀਆਂ ਗੱਲਾਂ ਵਾਸਤੇ ਸਾਰੀ ਪੋਲੀਟੀਕਲ ਪਾਰਟੀਜ਼ ਐਗਰੀ ਕਰਨ ਕਿ ਅਸੀਂ ਹੈਲਥ ਬਜਟ ਨੂੰ 0.9% ਆਫ ਦੀ ਸਟੇਟ GDP ਤੋਂ ਵਧਾ ਕੇ 2% ਤੱਕ ਲੈ ਜਾਵਾਂਗੇ ਮਿਨੀਮਮ। ਹੁਣ ਹਿਮਾਚਲ ਵਰਗੀ ਸਟੇਟ ਤੁਹਾਡੇ ਸਾਹਮਣੇ ਹੈ, ਇਟ ਇਜ਼ ਮੇਰੇ ਹਿਸਾਬ ਨਾਲ ਹਿਮਾਚਲ ਇਜ਼ ਅ ਮਚ ਹੈਲਥੀਅਰ ਪਲੇਸ ਦੈਨ ਪੰਜਾਬ। Their health management systems are more robust than Punjab. Grass root level ਤੱਕ ਉਹਨਾਂ ਦੇ preventive health care institutions ਮੈਂ ਦੇਖ ਕੇ ਆਇਆ ਇੰਟੀਰੀਅਰ ਦੇ ਵਿੱਚ, ਉਹ ਕਾਇਮ ਹੈ, they are available.
Even Haryana in that way is slightly better in implementation of primary health care and health activities. ਮੈਨੂੰ ਮੌਕਾ ਮਿਲਿਆ ਸੀ ਪੂਰੇ ਕੈਥਲ ਡਿਸਟ੍ਰਿਕਟ ਨੂੰ ਸਕਰੀਨ ਕਰਨ ਦਾ ਕਿਸੇ ਨੈਸ਼ਨਲ ਪ੍ਰੋਗਰਾਮ ਦੇ ਬਾਰੇ। ਮੈਂ ਦੂਰ ਦੂਰ ਤੱਕ ਪਿੰਡ ਪਿੰਡ ਤੱਕ ਗਿਆ ਤੇ ਉੱਥੇ ਮੈਂ ਜਾ ਕੇ ਦੇਖਿਆ ਕਿ ਹਰਿਆਣਾ ਦੇ ਵਿੱਚ ਈਵਨ ਇਨ ਰਿਮੋਟ ਏਰੀਆਜ਼ ਪ੍ਰਾਇਮਰੀ ਹੈਲਥ ਕੇਅਰ ਉੱਪਰ ਫੋਕਸ ਹੈ ਤੇ ਡਾਕਟਰਸ ਤੇ ਨਰਸਿਸ ਤੇ ਪਬਲਿਕ ਹੈਲਥ ਵਰਕਰਸ ਅਵੇਲੇਬਲ ਹੈ। ਆਂਗਨਵਾੜੀ ਵਰਕਰ ਨੂੰ ਪੂਰੀ ਨੌਲੇਜ ਹੈ ਮੈਂ ਕੀ ਕਰ ਰਹੀ ਹਾਂ, ਆਸ਼ਾ ਵਰਕਰ ਨੂੰ ਪੂਰੀ ਨੌਲੇਜ ਹੈ ਤੇ ਮੈਂ ਕੰਮ ਕਰਦੇ ਦੇਖਿਆ ਉਹਨਾਂ ਨੂੰ। ਪੰਜਾਬ ਦੇ ਵਿੱਚ ਇਹਨਾਂ ਗੱਲਾਂ ਦਾ ਫੋਕਸ ਹੈ ਨਹੀਂ। ਸਾਨੂੰ ਪ੍ਰਾਇਮਰੀ ਸਾਡੇ ਪ੍ਰਾਇਮਰੀ ਹੈਲਥ ਸੈਂਟਰਸ ਦੀ ਤੇ ਕਮਿਊਨਿਟੀ ਹੈਲਥ ਸੈਂਟਰਸ ਦੀ ਹਾਲਤ ਕੋਈ ਜਗਜ਼ਾਰ ਹੈ, ਕੋਈ ਇਹਦੇ ਚੋਂ ਛੁਪਾਉਣ ਵਾਲੀ ਗੱਲ ਨਹੀਂ ਹੈ, ਬੜੀ ਦਰਦਨਾਕ ਹੈ, ਪੈਥੈਟਿਕ ਹੈ। ਇੱਥੇ ਜਦੋਂ ਤੱਕ ਸਾਡਾ ਫੋਕਸ ਨਹੀਂ ਹੁੰਦਾ ਗ੍ਰਾਸ ਰੂਟ ਲੈਵਲ ਤੇ ਪੈਸੇ ਇਹਨਾਂ ਉੱਪਰ ਖਰਚ ਨਹੀਂ ਕੀਤੇ ਜਾਂਦੇ ਤੇ ਡਾਕਟਰਸ ਨੂੰ ਤੇ ਸਾਰੇ ਟੈਕਨੀਕਲ ਸਟਾਫ ਨੂੰ ਐਨਕਰੇਜ ਨਹੀਂ ਕੀਤਾ ਜਾਂਦਾ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਆਪਣੀ ਹੈਲਥ ਪਾਲਿਸੀ ਨੂੰ ਇੰਪਲੀਮੈਂਟ ਕਰੀਏ, ਆਪਣੀ ਬੇਸਿਕ ਡਿਊਟੀ ਨਿਭਾਈਏ, ਉਹ ਨਹੀਂ ਹੋ ਰਿਹਾ ਕਿਉਂਕਿ ਸਾਰੇ ਦਾ ਸਾਰਾ ਸਿਸਟਮ ਇਜ਼ ਸਕਿਊਡ ਹੈ। ਸਾਰਾ ਫੋਕਸ ਇਜ਼ ਔਨ ਮੇਕਿੰਗ ਮਨੀ ਐਂਡ using it for purposes other than human health or animal health. ਸਾਡੇ ਵੈਟਰਨਰੀ ਹਸਪੀਟਲਸ ਦੀ ਵੀ ਮੈਨੂੰ ਜ਼ਿਆਦਾ ਮੈਂ ਐਕਸਪਰਟ ਨਹੀਂ ਹਾਂ ਪਰ ਜਿੰਨਾ ਕਿ ਮੈਂ ਆਬਜ਼ਰਵ ਕੀਤਾ ਪਿੰਡਾਂ ਜਾ ਕੇ ਵੈਟਰਨਰੀ ਹਸਪੀਟਲ ਜਿਹੜੇ ਪਿੰਡਾਂ 'ਚ ਹੈਗੇ ਆ ਉਹਨਾਂ ਦੀ ਵੀ ਹਾਲਤ ਕੋਈ ਇੰਨੀ ਵਧੀਆ ਨਹੀਂ ਹੈ। ਆਰਟੀਫੀਸ਼ੀਅਲ ਇਨਸੈਮੀਨੇਸ਼ਨ ਤੋਂ ਇਲਾਵਾ ਹੋਰ ਕੁਝ ਉਹ ਕਰਦੇ ਹੀ ਨਹੀਂ। So therefore animal health ਤੇ human health at grassroots level closely integrated ਹੈ, they are dependent on each other. ਜਿਵੇਂ ਡਾਕਟਰ ਆਜ਼ਾਦ ਨੇ ਕਿਹਾ ਕਿ ਜਦ ਹੈਲਥ ਪਾਲਿਸੀ ਅਸੀਂ ਬਣਾਉਂਦੇ ਹਾਂ ਤੇ ਅਸੀਂ ਫੂਡ ਪ੍ਰੋਸੈਸਿੰਗ ਇੰਡਸਟਰੀ ਉੱਪਰ ਤਾਂ ਬੜਾ ਜ਼ੋਰ ਦਿੰਦੇ ਹਾਂ ਅਸੀਂ ਵੈਲਿਊ ਐਡੀਸ਼ਨ ਆਫਟਰ ਦੀ ਪ੍ਰੋਡਕਟ, ਬਟ ਜਿਹੜੀ ਬੇਸਿਕ ਥਿੰਗਸ ਹੈ ਜਿਹੜੀਆਂ ਪ੍ਰਮੋਸ਼ਨ ਆਫ ਸਾਇੰਟੀਫਿਕ ਪੋਲਟਰੀ ਫਾਰਮਿੰਗ, ਪ੍ਰਮੋਸ਼ਨ ਆਫ ਸਾਇੰਟੀਫਿਕ ਡੇਅਰੀ ਫਾਰਮਿੰਗ ਐਂਡ ਸੋ ਔਨ, ਇਹ ਸਾਰੀਆਂ ਗੱਲਾਂ ਉੱਪਰ ਸਾਡਾ ਬਜਟ ਹੈ ਨਹੀਂ। ਤਾਂ ਸਾਨੂੰ ਸਰਕਾਰ ਨੂੰ ਇਹ ਕਨਵਿੰਸ ਕਰਨਾ ਪਏਗਾ ਤੇ ਇਹ ਲੈਣਾ ਪਏਗਾ, ਕਮਿਟਮੈਂਟ ਲੈਣੀ ਪਏਗੀ ਪੋਲੀਟੀਕਲ ਪਾਰਟੀਜ਼ ਤੋਂ ਕਿ ਤੁਸੀਂ ਸਾਨੂੰ ਦੱਸੋ ਆਹ ਤੁਹਾਨੂੰ ਅਸੀਂ ਪੁਆਇੰਟ ਦਿੰਦੇ ਆ ਤੇ ਇਹ ਸਾਡੇ ਪੁਆਇੰਟ ਤੁਸੀਂ ਦੱਸੋ ਇੰਪਲੀਮੈਂਟ ਕਰੋਗੇ ਕਿ ਨਹੀਂ ਕਰੋਗੇ ਤੇ ਤੁਸੀਂ ਮੈਨੀਫੈਸਟੋ ਦੇ ਵਿੱਚ ਆ ਕੇ ਪਬਲਿਕਲੀ ਡਿਕਲੇਅਰ ਕਰੋਗੇ ਕਿ ਨਹੀਂ ਕਰੋਗੇ। ਅੰਟਿਲ ਦੇ ਆਰ ਕੋਰਸਡ ਉਹਨਾਂ ਦੀ ਪ੍ਰਾਇੋਰਟੀਜ਼ ਆਰ ਡਿਫਰੈਂਟ। ਪ੍ਰਾਇੋਰਟੀਜ਼ ਆਰ ਓਨਲੀ ਸਿਰਫ ਚੀਪ ਪਪੂਲੈਰਿਟੀ ਵਾਸਤੇ ਹੁੰਦੀਆਂ ਲੋਕਾਂ ਨੂੰ ਵਰਗਲਾਣਾ ਕਿਵੇਂ ਹੈ, ਲੋਕਾਂ ਨੂੰ ਧੋਖੇ ਕਿਵੇਂ, ਜੁਮਲੇ ਕਿਵੇਂ ਬੋਲਣੇ ਆ, ਇਹਨਾਂ ਗੱਲਾਂ ਉੱਪਰ ਹੀ ਸਾਰੇ ਰਹਿੰਦੇ ਆ। ਸੋ ਦੇਅਰਫੋਰ ਇਹ ਜ਼ਰੂਰੀ ਹੈ ਕਿ ਸਾਰੀ ਪੋਲੀਟੀਕਲ ਪਾਰਟੀਜ਼ ਇੱਕ ਅਹਿਦ ਕਰਨ ਕਿ ਅਸੀਂ ਆਪਣੇ ਥਿੰਕ ਟੈਂਕ ਦੇ ਵਿੱਚ ਪਬਲਿਕ ਹੈਲਥ ਐਕਸਪਰਟਸ ਨੂੰ ਇੰਪੋਰਟੈਂਸ ਦੇਵਾਂਗੇ ਕਿਉਂਕਿ ਪਬਲਿਕ ਹੈਲਥ ਦਾ ਮੁੱਦਾ ਜਿਹੜਾ ਯੂਨੀਵਰਸਲ ਮੁੱਦਾ ਹੈ, ਪੂਰੀ ਸਟੇਟ ਦਾ ਮੁੱਦਾ ਹੈ, ਹਰ ਲੈਵਲ ਦੇ ਬੰਦਿਆਂ ਦਾ, ਵੱਡੇ ਬੱਚਿਆਂ ਦਾ, ਬੁੱਢਿਆਂ ਦਾ, ਇਸਤਰੀਆਂ ਦਾ, ਸਭ ਦਾ ਮੁੱਦਾ ਹੈ। ਇਹਦੇ ਉੱਪਰ ਧਿਆਨ ਹੀ ਨਹੀਂ ਅਸੀਂ ਦਿੰਦੇ, ਅਸੀਂ ਮੋਟੀਆਂ ਗੱਲਾਂ ਕਰਦੇ ਹਾਂ। ਹੁਣ ਜਿਵੇਂ ਡਾਕਟਰ ਸਚਿਨ ਗੁਪਤਾ ਨੇ ਦੱਸਿਆ ਕਿੰਨਾ ਸਾਡਾ ਕੈਂਸਰ ਦਾ ਬਜਟ ਸਵਾਏ ਇੱਕ ਅੱਧੀ ਕੈਂਪੇਨ ਤੋਂ ਮੋਸਟਲੀ ਸਾਰਾ ਟ੍ਰੀਟਮੈਂਟ ਉੱਪਰ ਜਾ ਰਿਹਾ। ਟ੍ਰੀਟਮੈਂਟ ਤਾਂ ਕਰਨਾ ਹੈ, ਡੈਫੀਨਿਟਲੀ ਕਿਊਰੇਟਿਵ ਸਰਵਿਸਿਜ਼ ਨੂੰ ਸਟਰੈਂਥਨ ਕਰਨਾ ਤਾਂ ਬਹੁਤ ਜ਼ਰੂਰੀ ਹੈ, ਪਰ ਕੁਐਸਚਨ ਇਜ਼ ਪ੍ਰੋਮੋਟਿਵ ਐਂਡ ਪ੍ਰੀਵੈਂਟਿਵ ਸਰਵਿਸਿਜ਼ ਨੂੰ ਵੀ ਸਟਰੈਂਥਨ ਕਰਨਾ ਬੜਾ ਜ਼ਰੂਰੀ ਹੈ। ਇਹ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ। ਪਿਛਲੀ ਵਾਰੀ ਜਿਹੜਾ ਮੈਨੀਫੈਸਟੋ ਵਾਸਤੇ ਅਸੀਂ ਉਹ ਡਰਾਫਟ ਖਰੜਾ ਦਿੱਤਾ ਸੀ ਉਹਦੇ ਵਿੱਚ ਵੀ ਇਹ ਮੈਂਸ਼ਨ ਕੀਤਾ ਸੀ ਕਿ ਪ੍ਰੀਵੈਂਟਿਵ ਐਂਡ ਪ੍ਰੋਮੋਟਿਵ ਸਰਵਿਸਿਜ਼ ਉੱਪਰ ਥੋੜਾ ਜਿਹਾ ਜ਼ਿਆਦਾ ਬਜਟ ਲਗਾਇਆ ਜਾਏ ਤੇ ਇਹਦੇ ਵਾਸਤੇ ਟੈਕਨੋਲੋਜੀ ਅਵੇਲੇਬਲ ਹੈ, ਐਕਸਪਰਟਿਜ਼ ਅਵੇਲੇਬਲ ਹੈ। ਡਾਕਟਰ ਠਾਕੁਰ ਬੈਠੀਆਂ ਕਿੰਨੀਆਂ ਕਮੇਟੀਆਂ ਦੇ ਵਿੱਚ ਪਾਰਟਿਸਿਪੇਟ ਕਰ ਚੁੱਕੇ ਆ, ਚੇਅਰਮੈਨ ਐਜ਼ ਮੈਂਬਰ ਐਜ਼ ਐਡਵਾਈਜ਼ਰ। ਉਹਨਾਂ ਕਮੇਟੀਜ਼ ਨੂੰ ਉਹਨਾਂ ਵੱਲ ਤਰਜੀਹ ਦੇਣੀ ਜ਼ਰੂਰੀ ਹੈ। ਇਹਨਾਂ ਸਾਰੀਆਂ ਗੱਲਾਂ ਵਾਸਤੇ ਸਾਨੂੰ ਕਮਿਟਮੈਂਟ ਚਾਹੀਦੀ ਹੈ, ਪੋਲੀਟੀਕਲ ਕਮਿਟਮੈਂਟ ਪੋਲੀਟੀਸ਼ੀਅਨਸ ਤੋਂ। ਇਹ ਸਪੈਸੀਫਿਕ ਜੇ ਅਸੀਂ ਮੁੱਦੇ ਹੁਣ ਫਿਰ ਸਬਮਿਟ ਕਰਾਂਗੇ ਤਾਂ ਹੋ ਸਕਦਾ ਉਹ ਰਿਸਪੌਂਡ ਕਰਨ। ਗੋਲ ਗੱਲਾਂ ਕਰਦੇ ਆ, ਮੋਟੀਆਂ ਕਨਸੈਪਚੁਅਲ ਗੱਲਾਂ ਕਰਦੇ ਆ ਤਾਂ ਉਹਦੇ ਨਾਲ ਇੰਪਲੀਮੈਂਟੇਸ਼ਨ ਬਿਕਮਸ ਡਿਫਿਕਲਟ। ਰੋਡ ਮੈਪ ਜਿਵੇਂ ਟਰਮ ਯੂਜ਼ ਕਰਦੇ ਆ ਆਪਾਂ ਆਮ ਤੌਰ ਤੇ, ਰੋਡ ਮੈਪ ਦੇ ਵੀ ਚੁੱਕੇ ਆ ਤੇ ਹੋਰ ਵੀ ਦਿੰਦੇ ਰਹਿਣਾ ਪਏਗਾ ਸਾਨੂੰ। ਭੁਪਿੰਦਰ ਜੀ, ਜਿਹੜੀ ਗੱਲ ਤੁਸੀਂ ਕਹੀ ਹੈ ਨਾ ਜੀ ਕਮੇਟੀਆਂ ਦੇ ਬਾਰੇ ਮੈਂ ਟਿੱਪਣੀ, ਕਮੇਟੀਆਂ ਤਾਂ ਹੁੰਦੀਆਂ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਕਮੇਟੀ ਬਣ ਗਈ ਤੇ ਕੰਮ ਹੋ ਰਿਹਾ ਹੈ ਬਸ, ਉਹ ਵਰਕ ਇਜ਼ ਗੋਇੰਗ ਔਨ। ਮੈਨੇਜ ਵਰਕ, ਸੜਕ ਖਰਾਬ ਹੁੰਦੀ ਹੈ ਤੇ ਉੱਥੇ ਉਹ ਲੱਗਾ ਹੁੰਦਾ ਇੱਕ ਫੱਟਾ ਜਿਹਾ ਮੈਨੇਜ ਵਰਕ, ਬਸ ਇਹ ਉਹਦੇ ਵਾਸਤੇ ਹੀ ਹੈਗਾ ਮੈਨੇਜ। ਕਮੇਟੀ ਦਾ ਮਤਲਬ ਤਾਂ ਇਹ ਹੁੰਦਾ ਮੈਨੇਜ ਵਰਕ ਕਿ ਤੁਹਾਨੂੰ ਜਿਹੜੇ ਖੱਡੇ ਖੁੱਡੇ ਆਉਂਦੇ ਆ ਤੇ ਤੁਸੀਂ ਗੱਡੀ ਸਲੋ ਕਰ ਲਓ ਤੇ ਗੁੱਸਾ ਨਾ ਕਰੋ, ਬੰਦਾ ਕੰਮ ਕਰ ਰਿਹਾ ਬਈ, ਬਸ ਇਹ ਇਹਦੇ ਵਾਸਤੇ ਹੀ ਹੁੰਦਾ ਹੈ ਮੈਨੇਜ ਵਰਕ। ਕਮੇਟੀ ਦਾ ਮਤਲਬ ਤਾਂ ਹੀ ਹੁੰਦਾ ਹੈ ਸਰ। ਬਟ ਦੈਟ ਇਜ਼ ਸੌਰੀ ਫॉर ਇੰਟਰਪਸ਼ਨ, ਬਟ ਦੈਟ ਇਜ਼ ਵੈਰੀ ਬੈਡ। ਯੂ ਸੀ, ਇੱਕ ਤਾਂ ਅਸੀਂ ਨਾ ਸਿਰਫ ਅਸੀਂ ਪਖੰਡ ਕਰ ਰਹੇ ਹਾਂ ਆਪਣੇ ਆਪ ਨਾਲ ਵੀ, ਸਾਰੇ ਮੁਲਕ ਨਾਲ ਵੀ, ਸਾਡੀ ਜਿਹੜੀ ਪਬਲਿਕ ਸਾਡੇ ਉੱਪਰ ਡਿਪੈਂਡ ਕਰ ਰਹੀ ਹੈ। ਜੇ ਅਸੀਂ ਪਾਲਿਸੀਜ਼ ਬਣਾਵਾਂਗੇ ਜਿਹੜੇ ਪੋਲੀਟੀਸ਼ੀਅਨਸ ਉਹਨਾਂ ਵੱਲੋਂ ਬੋਲ ਰਿਹਾ ਮੈਂ, ਇੱਕ ਤਾਂ ਅਸੀਂ ਪਖੰਡ ਕਰ ਰਹੇ ਹਾਂ, ਧੋਖਾ ਕਰ ਰਹੇ ਹਾਂ। ਦੂਸਰਾ ਕਿੰਨਾ ਜ਼ਿਆਦਾ
ਐਕਸਪਰਟਸ ਦਾ ਅਸੀਂ ਟਾਈਮ ਜ਼ਾਇਆ ਕਰ ਰਹੇ ਹਾਂ ਇਹ ਕਮੇਟੀਆਂ ਬਣਾ ਕੇ ਐਂਡ ਨਾਟ ਟੇਕਿੰਗ ਐਕਸ਼ਨ ਔਨ ਦੀ ਰეკਮੈਂਡੇਸ਼ਨਸ। ਤੁਹਾਨੂੰ ਸ਼ਾਇਦ ਥੋੜਾ ਜਿਹਾ ਯਾਦ ਹੋਏਗਾ ਕਾਫੀ ਦੇਰ ਪਹਿਲਾਂ ਤੁਸੀਂ ਮੈਂ ਬੁੱਢੇ ਨਾਲੇ ਦੀ ਕਮੇਟੀ ਦੇ ਮੈਂਬਰ ਬਣੇ ਸੀ, ਤੁਸੀਂ ਰਿਪੋਰਟ ਪੇਸ਼ ਕੀਤੀ ਸੀ ਬੁੱਢੇ ਨਾਲੇ ਦੀ, ਉਹਦੀ ਟੌਕਸਿਕ ਆਪਾਂ ਠਾਕੁਰ ਜੀ ਪੁੱਛਾਂਗੇ ਬੁੱਢੇ ਨਾਲੇ ਤੇ ਜਿਹੜੀ ਟੌਕਸਿਸਿਟੀ ਹੈਗੀ ਹੈ ਬਹੁਤ ਲੋਕ ਜ਼ੋਰ ਲਾ ਰਹੇ ਨੇ ਪੂਰੇ ਸਾਡੇ ਉਹ ਜਲੰਧਰ ਸਾਡੇ ਲੁਧਿਆਣੇ ਤੋਂ ਜਸਕੀਰਤ ਸਿੰਘ ਜੀ ਨੇ ਹੋਰ ਕਈ ਲੋਕ ਨੇ ਡਾਕਟਰ ਅਮਨਦੀਪ ਬੈਂਸ ਨੇ ਮੈਂ ਕਈ ਸਾਥੀਆਂ ਨੂੰ ਜਾਣਦਾ ਉੱਥੇ ਜਿਹੜੇ ਲੱਗੇ ਹੋਏ ਨੇ ਰੌਲਾ ਪਾਉਣ ਤੇ ਬੁੱਢੇ ਨਾਲੇ ਬਾਰੇ ਵੀ ਉਹਦੀ ਗੱਲ ਕਰ ਰਹੇ ਉਸ ਰਿਪੋਰਟ ਦੀ ਦੱਸੋ ਕੀ ਬਣਿਆ ਸੀ ਜਰਾ। ਉਹੀ ਮੈਂ ਦੱਸ ਰਿਹਾ ਸੀ ਤੁਹਾਨੂੰ ਜਿਵੇਂ ਉਹ ਰਿਪੋਰਟ ਅਸੀਂ ਹੋਈ ਸੀ ਉਹ ਰਿਪੋਰਟ ਬਾਈ ਚਾਂਸ ਉਹ ਥੋੜੀ ਜੀ ਉਹ ਫੌਜੀ ਸਟਾਈਲ ਦੀ ਰਿਪੋਰਟ ਸੀ ਥੋੜੀ ਲੱਠਮਾਰ ਰਿਪੋਰਟ ਸੀ ਜਿਹੜਾ ਵਿਦਆਊਟ ਯੂਜ਼ਿੰਗ ਐਨੀ ਰਾਉਂਡ ਅਬਾਊਟ ਇਕੁਈਵੋਕਲ ਲੈਂਗੁਏਜ ਬੜੀ ਸਪੈਸੀਫਿਕ ਰਿਪੋਰਟ ਸੀ ਤੇ ਉਹ ਬਾਈ ਚਾਂਸ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਦੇ ਨੋਟਿਸ 'ਚ ਆ ਗਈ। ਉਹ ਉਹਨਾਂ ਦੀ ਟੇਬਲ ਤੇ ਪਈ ਸੀ ਵਾਈਸ ਚਾਂਸਲਰ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਟੇਬਲ ਤੇ ਪਈ ਸੀ ਰਿਪੋਰਟ ਜਦੋਂ ਅਸੀਂ ਸਬਮਿਟ ਕੀਤੀ ਤੇ ਉਹ ਬਾਈ ਚਾਂਸ ਉੱਥੇ ਉਹਨਾਂ ਨੂੰ ਮਿਲੇ ਤੇ ਉਹਨਾਂ ਰਿਪੋਰਟ ਲੈ ਗਏ ਆਪਣੇ ਨਾਲ ਐਂਡ ਹੀ ਵਾਜ਼ ਐਕਚੁਅਲੀ ਸ਼ੇਕਨ ਬਾਈ ਦੈਟ ਰਿਪੋਰਟ ਵੀ ਆਹ ਹਾਲਤ ਹੈ ਤੇ ਆਹ ਰੀਜ਼ਨਸ ਹੈ ਤੇ ਇਹ ਸਾਰੇ ਡੂਏਬਲ ਪੁਆਇੰਟਸ ਹੈਗੇ ਆ ਤੇ ਇਹ ਸਾਰੇ ਕੰਮ ਕੀਤੇ ਜਾ ਸਕਦੇ ਆ। ਉਦੋਂ ਤਾਂ ਬੜਾ ਗਰਮਾ ਗਰਮੀ ਸੀ ਉਦੋਂ ਡੀਸੀ ਸਾਹਿਬ ਨੂੰ ਤੇ ਮਿਨਿਸਟਰੀ ਆਫ ਐਨਵਾਇਰਨਮੈਂਟ ਨੂੰ ਪੰਜਾਬ ਨੂੰ ਸਾਰਿਆਂ ਨੂੰ ਉਹਨਾਂ ਨੇ ਮੰਥਲੀ ਰਿਪੋਰਟ ਲੈਣੀ ਸ਼ੁਰੂ ਕਰਤੀ ਚੀਫ ਜਸਟਿਸ ਸਾਹਿਬ ਨੇ। ਮੈਨੂੰ ਦੱਸੋ ਜੀ ਤੁਸੀਂ ਹੁਣ ਤੱਕ ਕੀ ਜਿਹੜੀ ਰეკਮੈਂਡੇਸ਼ਨਸ ਨੂੰ ਕੀ ਪੁਆਇੰਟ ਵਾਈਜ਼ ਫੋਲੋ ਕੀਤਾ ਬਟ ਆਫਟਰ ਦੈਟ ਅਗੇਨ ਇਟ ਇਜ਼ ਫੋਲੋਡ ਡਾਈਡ ਇਟਸ ਓਨ ਡੈਥ। ਜਿਵੇਂ ਇਮੀਡੀਏਟਲੀ ਜਦੋਂ ਇਹ ਰੌਲਾ ਪਿਆ ਸੀ ਰਿਪੋਰਟ ਸਬਮਿਟ ਹੋ ਗਈ ਚੀਫ ਜਸਟਿਸ ਸਾਹਿਬ ਨੇ ਕੋਗਨੀਸੈਂਸ ਲੈ ਲਈ। ਉਸ ਤੋਂ ਬਾਅਦ ਮੈਂ ਇੱਕ ਬਾਈ ਚਾਂਸ ਮੈਂ ਨਾਮ ਨਹੀਂ ਲੈਂਦਾ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਇੱਕ ਮੀਟਿੰਗ ਕਰਦੇ ਸੁਣਿਆ ਲੁਧਿਆਣਾ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਇੰਡਸਟਰੀਅਲਿਸਟ ਦੀ ਮੀਟਿੰਗ ਉਹਨਾਂ ਨੂੰ ਅਸ਼ੋਰ ਕਰ ਰਹੇ ਸੀ ਡੋਂਟ ਵਰੀ ਵੀ ਵਿਲ ਟੇਕ ਕੇਅਰ ਆਫ ਯੋਰ ਇੰਟਰਸਟ ਜਿਹੜੇ ਐਫਲੂਐਂਟ ਦਾ ਤੁਹਾਡੀ ਖਰਚਾ ਪੈਂਦਾ ਹੈ ਕਿਉਂਕਿ ਉਹਦੇ ਰეკਮੈਂਡੇਸ਼ਨ ਇਹੀ ਸੀ ਵੀ ਇੰਡਸਟਰੀਅਲ ਐਫਲੂਐਂਟ ਨੂੰ ਕੰਟਰੋਲ ਕੀਤਾ ਜਾਏ ਮੈਨੇਜ ਕੀਤਾ ਜਾਏ। ਉਹ ਸਾਰਿਆਂ ਨੂੰ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਅਸ਼ੋਰ ਕਰਦੇ ਸੁਣਿਆ ਇੰਡਸਟਰੀਅਲਿਸਟ ਨੂੰ ਡੋਂਟ ਵਰੀ ਵੀ ਵਿਲ ਟੇਕ ਕੇਅਰ ਆਫ ਯੋਰ ਇੰਟਰਸਟਸ। So what can the experts do? What can the technical people do if the political will is not there? Political will is as tempered by ਜਿਵੇਂ ਡਾਕਟਰ ਸਾਹਿਬ ਨੇ ਹਾਈਲਾਈਟ ਕੀਤਾ ਹੈ ਸਾਡੀ ਐਗਰੀਕਲਚਰ ਰਿਸਰਚ ਇਜ਼ funded by the pesticide industry। ਤਾਂ ਇਹਨਾਂ ਜੇ ਉਹਨਾਂ ਨੇ ਫੰਡ ਕਰਨੀ ਆ ਸਾਡੀ ਰਿਸਰਚ ਵੀ ਉਦਾਂ ਹੀ ਸਕਿਊਡ ਹੋਏਗੀ ਜਿਵੇਂ ਤੁਸੀਂ ਵੀ ਇੱਕ ਵਾਰੀ ਸ਼ਾਇਦ ਪੁਆਇੰਟ ਆਊਟ ਕੀਤਾ ਸੀ ਬਹੁਤ ਪਹਿਲਾਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਿੰਸ ਉਹ ਫੰਡ ਸਟਾਰਵਡ ਸੀ ਕਿ ਪੈਸੇ ਹੈ ਨਹੀਂ ਸੀ ਉਹਨਾਂ ਕੋਲ ਤੇ they received 100 crore rupees from one of these companies in USA Monsanto ਦੇ ਨਾਲ ਇੱਕ ਹੋਰ ਕੰਪਨੀ ਸੀ ਉਹਨਾਂ ਕੋਲੋਂ ਆਈ। if they receive funding to sustain themselves ਤਾਂ ਰਿਸਰਚ ਵੀ ਤਾਂ ਉਹੋ ਜਿਹੀ ਕਰਨਗੇ ਨਾ। so therefore ਸਾਨੂੰ funds ਦੀ prioritization ਵਾਸਤੇ ਚੇਂਜ ਕਰਨਾ ਪਏਗਾ ਪੋਲੀਟੀਕਲ ਵਿਲ ਬਣਾਉਣੀ ਪਏਗੀ। ਠਾਕੁਰ ਜੀ ਥੋੜੀ ਬੁੱਢੇ ਨਾਲੇ ਦੀ ਗੱਲ ਕਰ ਲਈਏ। ਇਹ ਬੁੱਢੇ ਨਾਲੇ ਤੇ ਪੰਜਾਬ ਦੀ ਬਾਕੀ ਜਿਹੜੀਆਂ ਡਰੇਨਸ ਨਦੀਆਂ ਉਹਦੀ ਜਿਹੜੀ ਟੌਕਸਿਸਿਟੀ ਹੈਗੀ ਹੈ ਉਹਦੀ ਰਿਪੋਰਟ ਵੀ ਬਣੀ ਤੇ ਉਹਦੀ ਇੱਕ ਵਾਰੀ ਸਥਿਤੀ ਕੀ ਹੈਗੀ ਹਾਲਾਤ ਇੱਕ ਵਾਰੀ ਲੋਕਾਂ ਨੂੰ ਪਤਾ ਹੈ ਫਿਰ ਵੀ ਦੁਬਾਰਾ ਆਪਾਂ ਯਾਦ ਕਰਾ ਦਈਏ ਤੇ ਉਹਦੇ ਤੇ ਰਿਪੋਰਟਾਂ ਦਾ ਕੁਝ ਬਣਿਆ ਸੀ ਉਹ ਕਿਸੇ ਨੇ ਗੰਭੀਰਤਾ ਵਿਅਕਤ ਕੀਤੀ ਸੀ ਜਰਾ ਮਾੜਾ ਜਿਹਾ ਬੁੱਢਾ ਨਾਲਾ ਠਾਕੁਰ ਜੀ। ਦੇਖੋ ਐਸਾ ਹੈ ਕਿ ਪੰਜਾਬ ਦੇ ਵਿੱਚ ਐਟਲੀਸਟ ਜਿਹੜੇ 5 ਨਾਲੇ ਹੈਗੇ ਇਹਨਾਂ ਦੀ ਤੁਹਾਨੂੰ ਪਤਾ ਹੈ ਕਿ ਅਸੀਂ ਸਟੱਡੀ ਕੀਤੀ ਸੀਗੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੇ ਜਿਹਦੇ ਵਿੱਚ ਬੁੱਢਾ ਨਾਲਾ ਵੀ ਸੀਗਾ ਔਰ ਬੁੱਢੇ ਨਾਲੇ ਦੀ ਜਿਹੜਾ ਪਾਣੀ ਹੈ ਵੇਸਟ ਵਾਟਰ ਜਿਹੜਾ ਹੈ ਉਹ ਬਹੁਤ ਟੌਕਸਿਕ ਹੈ ਔਰ ਇਸ ਦੇ ਨਾਲ ਲੋਕਾਂ ਦੇ ਕਾਫੀ ਹੈਲਥ ਇਫੈਕਟਸ ਹੋ ਰਹੇ। ਸੋ ਇਨਫੈਕਟ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਪਣਾ ਸੰਗਿਆਨ ਲਿਆ ਸੀਗਾ ਇਹਦੇ ਬਾਰੇ 'ਚ ਕਿ ਲੁਧਿਆਣਾ ਔਰ ਅੰਮ੍ਰਿਤਸਰ ਦੇ ਵਿੱਚ ਪਾਣੀ ਦੀ ਹਾਲਤ ਪੀਣ ਵਾਲੇ ਪਾਣੀ ਦੀ ਹਾਲਤ ਬਹੁਤ ਖਰਾਬ ਹੈ ਇਹਦਾ ਕੀ ਕਾਰਨ ਹੈ ਤੇ ਅਸੀਂ ਬੜੇ ਸਹੀ ਸ਼ਬਦਾਂ ਦੇ ਵਿੱਚ ਔਰ ਬੜਾ ਜਿਹਨਾਂ ਉਹ ਕਹਿੰਦੇ ਕਿ 2 ਟੂਕ ਕੇ ਕਿਹਾ ਸੀਗਾ ਕਿ ਇਹ ਬੁੱਢੇ ਨਾਲੇ ਦੀ ਜਿਹੜੀ ਟੌਕਸਿਸਿਟੀ ਹੈ ਇਹ ਤੁਹਾਡੇ ਸ਼ਹਿਰ ਦੇ ਪਾਣੀ ਨੂੰ ਅਫੈਕਟ ਕਰ ਰਹੀ ਹੈ ਔਰ ਇਹਦੇ ਕਰਕੇ ਟੌਕਸਿਕ ਹੈ। ਤੇ ਕੀਤਾ ਕੀ ਜਾਣਾ ਚਾਹੀਦਾ ਹੈ ਬੇਸਿਕਲੀ ਕੀਤੇ ਉਹਦੇ ਵਿੱਚ ਇਹ ਹੈ ਕਿ ਜਿਹੜਾ ਟੌਕਸਿਸਿਟੀ ਦਾ ਕਾਰਨ ਹੈ ਉਹਦੇ 3 ਕਾਰਨ ਹੁੰਦੇ ਨੇ। ਇੱਕ ਤਾਂ ਤੁਹਾਡਾ ਜਿਹੜਾ ਵੇਸਟ ਵਾਟਰ ਹੈ ਠੀਕ ਹੈ ਜੋ ਐਫਲੂਐਂਟ ਇੰਡਸਟਰੀ ਤੋਂ ਆਉਂਦਾ ਹੈ ਉਹ ਐਫਲੂਐਂਟ ਜੋ ਹੈ ਉਹ ਟ੍ਰੀਟ ਹੋਣਾ ਚਾਹੀਦਾ ਬਿਫੋਰ ਇਟ ਇਜ਼ ਡਿਸਚਾਰਜਡ। ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਐਫਲੂਐਂਟ ਟ੍ਰੀਟਮੈਂਟ ਪਲਾਂਟ ਲਗਾ ਤਾਂ ਲਏ ਲੋਕਾਂ ਨੇ ਰੈਗੂਲੇਟਰੀ ਰਿਕੁਆਇਰਮੈਂਟ ਲਈ ਬਟ ਚਲਾਉਂਦੇ ਲੋਕ ਬਹੁਤ ਘੱਟ ਨੇ
ठीक है, तो अनट्रीटेड एफ्लुएंट ਜਿਹੜਾ ਹੈ ਉਹ ਇਹਨਾਂ ਨਾਲਿਆਂ ਜਾ ਰਿਹਾ, ਔਰ ਕਈਆਂ ਨੇ ਤੇ ਸਿੱਧਾ ਹੀ ਉਹਨੂੰ ਗਰਾਊਂਡ ਵਾਟਰ ਦੇ ਵਿੱਚ ਪਾਤਾ, ਬੋਰ ਕੀਤਾ ਔਰ ਧਰਤੀ ਵਿੱਚ ਹੀ ਪਾ ਦਿੱਤਾ ਉਹਨੂੰ ਐਫਲੂਐਂਟ ਨੂੰ। ਦੂਸਰਾ ਆਂਦਾ ਹੈ ਤੁਹਾਡਾ ਮਿਊਨਿਸਪਲ ਵੇਸਟ ਵਾਟਰ। ਇਹ ਵੀ ਵਾਟਰ ਜਿਹੜਾ ਟਰੀਟ ਹੋਣਾ ਚਾਹੀਦਾ ਹੈ, ਇਹਨੂੰ ਵੀ ਅਸੀਂ ਟਰੀਟ ਨਹੀਂ ਕਰਦੇ। ਤੀਸਰਾ ਜੋ ਪੋਲਿਊਸ਼ਨ ਦਾ ਕਾਰਨ ਹੈ ਉਹ ਹੈ ਐਗਰੀਕਲਚਰ ਰਨ ਆਫ, ਜਿਹੜਾ ਸਾਡਾ ਬਾਰਿਸ਼ ਦੇ ਨਾਲ ਪਾਣੀ, ਖੇਤਾਂ ਦਾ ਪਾਣੀ ਜਿਹੜਾ ਹੈ ਨਾਲਿਆਂ 'ਚ ਪੈਂਦਾ। ਆਹ 3 ਸੋਰਸ ਹੈਗੇ, ਜੇ ਇਹਨਾਂ 3 ਸੋਰਸ ਨੂੰ ਅਸੀਂ ਕੰਟਰੋਲ ਨਹੀਂ ਕਰਾਂਗੇ ਤੇ ਕੋਈ ਵੀ ਇਨਵਾਇਰਨਮੈਂਟ ਦਾ ਜਿਹੜਾ ਸਟੂਡੈਂਟ ਹੈ, ਤੁਸੀਂ ਆਪਣੀ ਪੋਲਿਊਸ਼ਨ ਨੂੰ ਕੰਟਰੋਲ ਨਹੀਂ ਕਰ ਸਕਦੇ। ਆਹੀ ਚੀਜ਼ ਵਾਸਤੇ ਗ੍ਰੀਨ ਟ੍ਰਿਬਿਊਨਲ ਨੇ ਕੁਝ ਡਾਇਰੈਕਸ਼ਨ ਦਿੱਤੀਆਂ ਸੀਗੀਆਂ ਸਟੇਟ ਨੂੰ ਕਿ ਆਹ ਚੀਜ਼ਾਂ ਕਰੋ, ਬਟ ਉਹ ਜਿਹੜੀਆਂ ਉਹ ਇੰਪਲੀਮੈਂਟ ਨਹੀਂ ਹੋਈਆਂ। ਉਹਦੇ ਵਾਸਤੇ ਪੈਸਾ ਵੀ ਚਾਹੀਦਾ ਹੈ ਔਰ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ, ਉਹ ਚੀਜ਼ ਇੰਪਲੀਮੈਂਟ ਨਹੀਂ ਹੋਈ। ਔਰ ਉਹਦੀ ਹਾਲਤ ਮੈਂ ਕਹਾਂਗਾ ਕਿ ਤੁਹਾਡੇ ਬੁੱਢੇ ਨਾਲੇ ਦੀ ਹਾਲਤ ਵੀ ਵੈਸੀ ਹੈ ਜਦੋਂ ਜੋ ਅਸੀਂ 2010 ਦੇ ਵਿੱਚ ਸਟੱਡੀਜ਼ ਕੀਤੀਆਂ ਸੀਗੀਆਂ, ਉਹਦੇ ਵਿੱਚ ਕੋਈ ਜ਼ਿਆਦਾ ਚੇਂਜ ਨਹੀਂ ਆਈ। ਕਿਉਂਕਿ ਸਾਨੂੰ ਇਹ ਕਿਹਾ ਗਿਆ ਕਿ ਇੱਕ ਸਟੱਡੀ ਹੋਰ ਕਰ ਦਿਓ। ਮੈਂ ਕਿਹਾ ਜੀ ਕਿੰਨੀਆਂ ਕੁ ਸਟੱਡੀ ਕਰੀਏ ਅਸੀਂ, ਜੇ ਤੁਸੀਂ ਕੁਝ ਕਰੋਗੇ ਹੀ ਨਹੀਂ ਤੇ ਉੱਥੇ 2010 ਵਿੱਚ ਵੀ ਇਹੀ ਸੀਗਾ, 2015 ਦੇ ਵਿੱਚ ਵੀ ਉਹੀ ਮਿਲਣਾ ਹੈ। ਜੇ ਹੋਇਆ ਹੀ ਨਹੀਂ ਕੁਝ ਵੀ, ਜਿਹੜੇ ਹੈਲਥ ਇਫੈਕਟ ਉਸ ਵੇਲੇ ਹੋ ਰਹੇ ਸੀ ਉਹ ਹੁਣ ਵੱਧ ਗਏ ਜ਼ਿਆਦਾ। ਤੁਹਾਨੂੰ ਕੋਈ ਲੱਗਾ, ਕੋਈ ਆਈਐਸ ਅਫਸਰ, ਕੋਈ ਐਸਾ ਪੋਲੀਟੀਸ਼ੀਅਨ ਜਿਹਨੂੰ ਲੱਗਦਾ ਯਾਰ ਵਾਕਈ ਆਪਾਂ ਕਰੀਏ ਔਰ ਥੱਲੇ ਤੱਕ ਤੁਰਿਆ ਹੋਵੇ, ਥੋੜਾ ਜਿਹਾ ਐਕਸਟਰਾ ਕੁਝ ਕਦਮ ਚੱਕ ਕੇ ਆਊਟ ਆਫ ਬਾਕਸ ਸੋਚਣ ਦੀ ਜਿਹਨੇ ਕੁਝ ਜ਼ਰੂਰਤ ਕੀਤੀ ਹੋਵੇ? ਕੁਝ ਆਇਆ ਐਕਸਪੀਰੀਅੰਸ ਐਵੇਂ ਦਾ? ਦੇਖੋ ਅਮਿੰਦਰ ਜੀ, ਇਹ ਸਿਸਟਮ ਜਦੀ ਚੱਲਿਆ ਹੋਇਆ ਹੈ ਤੇ ਕੁਝ ਚੰਗੇ ਬੰਦੇ ਤਾਂ ਹੈਗੇ ਹੀ ਨਹੀਂ, ਠੀਕ ਹੈ, ਬਟ ਪੰਜਾਬ ਦੀ ਸਾਨੂੰ ਇਹ ਵੀ ਕੰਸਟ੍ਰੇਨ ਦੇਖਣੀਆਂ ਪੈਣਗੀਆਂ ਕਿ ਜਿਹੜਾ ਤੁਹਾਡਾ ਬਜਟ ਹੈ ਜਾਂ ਤੁਹਾਡਾ ਇਹ ਇਨਵਾਇਰਮੈਂਟਲ ਜੇ ਏਜੰਡਾ ਅਸੀਂ ਗ੍ਰੀਨ ਏਜੰਡਾ ਲਗਾਉਂਦੇ ਹਾਂ, ਇਹਦੇ ਲਈ ਬਜਟ ਵੀ ਚਾਹੀਦਾ ਹੈ, ਪੈਸਾ ਵੀ ਚਾਹੀਦਾ ਹੈ। ਔਰ ਪੈਸਾ ਜਦੀ ਸਰਕਾਰ ਦੀ ਪ੍ਰਾਇਰਟੀ ਦੇ ਵਿੱਚ ਇਹ ਨਹੀਂ ਆਂਦਾ ਤੇ ਇਹ ਫਿਰ ਕੁਝ ਇੰਪਲੀਮੈਂਟ ਨਹੀਂ ਹੋ ਸਕਦਾ, ਠੀਕ ਹੈ। ਤੇ ਇਸ ਕਰਕੇ ਸਾਨੂੰ ਜੋ ਹੈ ਸੈਂਟਰ ਸਟੇਜ ਦੇ ਵਿੱਚ ਲਿਆਉਣਾ ਪਏਗਾ ਇਸ ਏਜੰਡੇ ਨੂੰ। ਤੁਸੀਂ ਵਿੱਚ ਜਿਸ ਵੇਲੇ ਕਿਤੇ ਟਾਈਮ ਲੱਗੇਗਾ ਤਾਂ ਮੈਂ 4-5 ਜਿਹੜੇ ਰੋਡ ਮੈਪ ਦੱਸ ਸਕਦਾ ਹਾਂ ਕਿ ਕੀ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਦੇ ਵਿੱਚ। ਇੱਕ ਜਿਹੜੀ ਚੀਜ਼ ਡਾਕਟਰ ਸਚਿਨ ਨੇ ਵੀ ਕਹੀ ਹੈ ਕਿ ਜਿਹੜਾ ਸਾਡਾ ਪ੍ਰੀਵੈਂਟਿਵ ਐਸਪੈਕਟ ਹੈ, ਇਹਦੇ ਲਈ ਅਸੀਂ ਲਿਪ ਸਰਵਿਸ ਹੀ ਕਰ ਰਹੇ ਹਾਂ ਪੰਜਾਬ ਦੇ ਵਿੱਚ। ਅਸੀਂ ਪੰਜਾਬ ਔਰ ਹਰਿਆਣਾ ਦੇ ਬਜਟ ਦਾ ਐਨਾਲਿਸਿਸ ਕੀਤਾ 2015-16 ਦੇ ਵਿੱਚ ਕਿ what percentage of budget is going for preventive health services in these 2 states। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ % ਬਜਟ ਪੰਜਾਬ ਦਾ ਜਿਹੜਾ ਟੋਟਲ ਬਜਟ ਹੈ ਉਹ ਕਿੰਨੇ % ਜਾ ਰਿਹਾ ਹੋਏਗਾ ਹੈਲਥ, ਆਪਣੇ ਪ੍ਰੀਵੈਂਟਿਵ ਹੈਲਥ ਵਾਸਤੇ? ਨਾ ਜੀ ਨਾ, मतलब बहुत बुरी हालत होएगी। ये जो है टोटली लिप सर्विस है, मतलब कोई उस वेले ਜਿਹੜਾ ਇਨਵੈਲਪ ਸੀਗਾ ਉਹ 550 ਕਰੋੜ ਰੁਪਏ ਦਾ ਸੀਗਾ, ਉਹਦੇ ਵਿੱਚੋਂ ਓਨਲੀ ਅਗੇਨ 0.9% of the budget was going for preventive aspect in ਪੰਜਾਬ, ਜਿਹਦੇ ਵਿੱਚ ਤੁਹਾਡਾ ਹੈਲਥ ਐਜੂਕੇਸ਼ਨ, ਇਨਫੋਰਮੇਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ, BCC। ਇਹਦਾ ਅਸੀਂ ਅੱਗੇ ਫਰਦਰ ਐਨਾਲਿਸਿਸ ਕੀਤਾ ਕਿ ਇਹ 0.9% ਜੋ ਕਿ ਰਫਲੀ 0.9% ਜੋ ਹੈ ਰਫਲੀ ਕੋਈ 4-4.5 ਕਰੋੜ ਰੁਪਇਆ ਆਉਂਦਾ ਸੀਗਾ, ਉਹ ਕਿੱਦਾਂ ਖਰਚ ਹੁੰਦਾ ਪੰਜਾਬ ਦੇ ਵਿੱਚ। ਉਹਦੇ ਵਿੱਚ ਸਾਡੇ ਜੋ 75% ਸੀਗਾ ਉਹ ਜਿਹੜੀਆਂ ਸਾਡੀਆਂ ਨਿਊਜ਼ਪੇਪਰ ਦੇ ਵਿੱਚ ਐਡ ਆਉਂਦੀਆਂ ਜਾਂ ਜਿਹਦੇ ਵਿੱਚ ਲੋਕਾਂ ਦੀਆਂ ਫੋਟੋ ਆਉਂਦੀਆਂ ਉਹਦੇ ਪਰ ਖਰਚ ਹੁੰਦਾ ਸੀ, ਔਰ 25% ਜਿਹੜਾ ਸੀਗਾ ਜਿਹੜੇ ਆਪਾਂ ਰਜਿਸਟਰ ਛਾਪਦੇ ਆ ਜਾਂ ਥੋੜਾ ਹੈਲਥ ਐਜੂਕੇਸ਼ਨ ਮਟੀਰੀਅਲ ਛਾਪਦੇ। ਤੇ ਕੋਈ ਵੀ ਬਜਟ ਅਦਰਵਾਈਜ਼ ਐਕਟੀਵਿਟੀ ਲਈ ਥਾ ਹੀ ਨਹੀਂ। ਅਸੀਂ ਇੱਕ ਪੇਪਰ ਵੀ ਲਿਖਿਆ ਹੈ ਇੱਕ ਆਪਣੇ ਨੈਸ਼ਨਲ ਜਰਨਲ ਦੇ ਵਿੱਚ, ਕਿਆ ਪ੍ਰੀਵੈਂਟਿਵ ਕੰਪੋਨੈਂਟ ਇੰਡੀਅਨ ਨੈਸ਼ਨਲ ਹੈਲਥ ਪ੍ਰੋਗਰਾਮ ਦੇ ਵਿੱਚ ਮਿਸਿੰਗ ਹੈ? ਉਹਦਾ ਆਨਸਰ ਸੀਗਾ ਯੈਸ। ਹਰਿਆਣਾ ਦੇ ਵਿੱਚ ਇਹ 1.2% ਸੀਗਾ। तो प्रिवेंटिव वास्ते ते असी कुछ कर ही नहीं रहे। हुण जिद्दां डॉक्टर सचिन कैंसर दे एक्सपर्ट हैं, असी वर्ल्ड ओवर ये कहने हैं कि 30 तो 40% कैंसर प्रिवेंटेबल है, बट इंडिया दे विच 70% कैंसर प्रिवेंटेबल हैं क्योंकि साडा टबाको दा जो कंट्रीब्यूशन है वो ज़्यादा है। तो 70% कैंसर वास्ते आपां की कर रहे हैं?
ਉਹ ਜਿਹੜਾ ਪ੍ਰੀਵੈਂਟਿਵ ਵਾਲਾ ਮਤਲਬ ਐਸਪੈਕਟ ਹੈ ਉਹ ਪ੍ਰੀਵੈਂਟਿਵਲ ਬਹੁਤ ਹੀ ਮਤਲਬ weak ਹੈ। ਪੰਜਾਬੀ ਚ ਕਹੀਏ ਤੇ ਬਹੁਤ ਜਿਹਨੂੰ weak। ਰੋਕਿਆ ਜਾ ਸਕਦਾ ਹੈ, ਜਿਸ ਤੋਂ ਬਚਿਆ ਜਾ ਸਕਦਾ ਹੈ। ਅੱਛਾ, ਅਸੀਂ ਇਹ ਵੀ ਕੈਲਕੂਲੇਸ਼ਨ ਕੀਤੀ ਕਿ ਜੇ ਪ੍ਰੀਵੈਂਟਿਵ ਹੈਲਥ ਸਰਵਿਸਿਜ਼ ਨੂੰ ਅਸੀਂ ਸਟਰੈਂਥਨ ਕਰਨਾ ਹੈ ਤੇ ਕਿੰਨੇ % ਬਜਟ ਚਾਹੀਦਾ ਹੈ? ਉਹ ਸਿਰਫ 5% ਆਉਂਦਾ ਹੈ। ਜੇ ਅਸੀਂ ਸਟੇਟ ਨੂੰ ਇਹ ਕਹੀਏ ਕਿ ਭਾਈ 5% ਬਜਟ ਆਪਣੀ ਸਟੇਟ ਦਾ ਪ੍ਰੀਵੈਂਟਿਵ ਹੈਲਥ ਸਰਵਿਸਿਜ਼ ਵਾਸਤੇ ਕਰ ਦਈਏ, ਕੋਈ ਜ਼ਿਆਦਾ ਮੰਗ ਰਹੇ हैं? ਇਹ ਨੈਸ਼ਨਲ ਲੈਵਲ ਤੇ ਕਰਨਾ ਪਏਗਾ। ਹਰਿਆਣਾ ਦੇ ਵਿੱਚ ਵੀ 1.2% ਜਿਹੜਾ ਮੈਂ ਦੱਸਿਆ ਹੈ, ਤੇ 5% ਜੇ ਅਸੀਂ ਬਜਟ ਕਰ ਦਿੰਨੇ ਹੈ। ਔਰ ਦੂਸਰਾ ਕਿਆ ਹੈ ਕਿ ਜਿਹਨੂੰ ਅਸੀਂ ਜਿਨ੍ਹਾਂ ਨੇ ਸਾਡੀ ਹੈਲਥ ਐਜੂਕੇਸ਼ਨ ਦੇਣੀ ਹੈ, ਬਲਾਕ ਲੈਵਲ ਤੇ ਇੱਕ ਬਲਾਕ ਐਕਸਟੈਂਸਰ ਐਜੂਕੇਟਰ ਹੁੰਦਾ ਹੈ, ਇੱਕ ਡਿਸਟ੍ਰਿਕਟ ਮਾਸ ਮੀਡੀਆ ਇਨਫੋਰਮੇਸ਼ਨ ਆਫੀਸਰ ਹੁੰਦਾ ਹੈ। ਆ ਲੋਕ ਹੈਲਥ ਸਰਵਿਸਿਜ਼ ਦੇ ਵਿੱਚ ਡਾਕਟਰ ਜੀਪੀਆਈ ਸਿੰਘ ਵੀ ਐਗਰੀ ਕਰਨਗੇ ਤੇ ਡਾਕਟਰ ਆਜ਼ਾਦ ਸਾਹਿਬ ਵੀ, ਇਹ ਸਾਰੇ ਕੰਮ ਬਾਕੀ ਕਰਦੇ ਨੇ ਬਟ ਹੈਲਥ ਐਜੂਕੇਸ਼ਨ ਦੇ ਸਵਾਲ, ਠੀਕ ਹੈ। ਕੋਈ ਬਿਜਲੀ ਦਾ ਬਿੱਲ ਜਮ੍ਹਾਂ ਕਰਾਣਾ ਹੈ, ਬਾਕੀ ਕੰਮ ਕਰਨੇ ਹੈ, ਬਟ ਕੋਈ ਪ੍ਰੀਵੈਂਟਿਵ ਵਾਲਾ ਜਿਹੜਾ ਏਜੰਡਾ ਹੈ ਸਾਡਾ ਉਹ ਹੈ ਹੀ ਨਹੀਂ। ਔਰ ਇਹਨੂੰ ਅਸੀਂ ਫੋਕਸ ਤੇ ਜਿਹੜੇ ਪਬਲਿਕ ਹੈਲਥ ਪਾਲਿਸੀਜ਼ ਹੈ ਉਹਦੇ ਵਿੱਚ ਪ੍ਰੀਵੈਂਸ਼ਨ ਨੂੰ ਲਿਆਣਾ ਪਏਗਾ। ਸਚਿਨ ਜੀ, ਜਿਹੜੀ ਗੱਲ ਪ੍ਰੀਵੈਂਟਿਵ ਦੀ ਗੱਲ ਕੀਤੀ ਹੈ ਇਹਨਾਂ ਨੇ ਸਾਰੀ, ਔਰ ਬਹੁਤ ਮਤਲਬ ਦਰਦਨਾਕ ਸਥਿਤੀ ਤਾਂ ਹੈ ਹੀ ਹੈ ਇਹਦੇ ਵਿੱਚ। ਤੁਸੀਂ ਜਦੋਂ ਸੋਚਦੇ ਹੋ ਕੈਂਸਰ ਦੇ ਥੋੜੀ ਅਗਰ ਫੋਕਸ ਕਰ ਲਈਏ ਤੇ ਕੈਂਸਰ ਦੀ ਅਗਰ ਪ੍ਰੀਵੈਂਟਿਵ ਐਜੂਕੇਸ਼ਨ ਅਵੇਅਰਨੈਸ ਦੀ ਗੱਲ ਕਰਨੀ ਹੋਵੇ, ਕਿੰਨਾ ਪੈਸਾ ਚਾਹੀਦਾ ਔਰ ਕਿਵੇਂ ਦੀ ਸਟ੍ਰੈਟਜੀ ਚਾਹੀਦੀ ਹੈ? ਦੇਖੋ, ਇੱਕ ਪ੍ਰੀਵੈਂਸ਼ਨ ਲਈ ਆਫ ਕੋਰਸ ਖਰਚਾ ਬਹੁਤ ਘੱਟ ਹੈ, ਟ੍ਰੀਟਮੈਂਟ ਦੇ ਨਾਲ ਤਾਂ ਉਹਨੂੰ ਕੰਪੇਅਰ ਹੀ ਨਹੀਂ ਕਰ ਸਕਦੇ। ਜਿਵੇਂ 5% ਕਿਹਾ ਹੈ ਡਾਕਟਰ ਸਾਹਿਬ ਨੇ, ਤਾਂ 5% ਇਜ਼ ਐਕਚੁਅਲੀ ਅ ਵੈਰੀ ਲੁਕਰੇਟਿਵ ਫਿਗਰ ਕਿ 5% ਜੇ ਸਪੈਂਡ ਕੀਤਾ ਜਾਵੇ ਤਾਂ ਆਪਾਂ ਬਹੁਤ ਕੁਝ ਕਰ ਸਕਦੇ ਹਾਂ। ਤੁਸੀਂ ਇੱਕ ਗੱਲ ਦੇਖੋ ਕਿ ਆਪਣੇ ਕੋਲ ਦੇਖੋ ਆਲਰੇਡੀ ਇੰਪਲੋਈਜ਼ हैं, ब्लॉक लेवल ਤੇ ਵਿਲੇਜ ਲੈਵਲ ਤੇ ਆਸ਼ਾ ਵਰਕਰਸ हैं, ਕਮਿਊਨਿਟੀ ਹੈਲਥ ਵਰਕਰਸ हैं, ਇਹ ਮੈਨ ਪਾਵਰ ਆਲਰੇਡੀ ਹੈਗੀ, ਐਗਜ਼ਿਸਟਿੰਗ ਹੈ। ਪ੍ਰੋਬਲਮ ਇਸ ਕਿ ਉਹਨਾਂ ਨੂੰ ਇੱਕ ਟ੍ਰੇਨਿੰਗ ਜੇ ਇੰਪਾਰਟ ਕਰ ਦਿੱਤੀ ਜਾਵੇ ਕਿ ਤੁਸੀਂ ਲੋਕਾਂ 'ਚ ਕਮਿਊਨਿਟੀ 'ਚ ਘਰ ਘਰ ਜਾ ਕੇ ਕੀ ਗੱਲ ਕਰਨੀ ਹੈ ਤੇ ਕਿਵੇਂ ਪ੍ਰੀਵੈਂਸ਼ਨ ਕਰਨੀ ਹੈ, ਕੀ ਨੌਲੇਜ ਇੰਪਾਰਟ ਕਰਨੀ ਹੈ। ਸੋ ਇੱਕ ਆਪਾਂ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਵੀ ਕੈਨ ਆਪਾਂ ਇੱਕ ਟ੍ਰੇਨਿੰਗ ਦੇ ਸਕਦੇ ਹਾਂ ਸਭ ਨੂੰ ਬੁਲਾ ਕੇ, ਡਿਸਟ੍ਰਿਕਟ ਲੈਵਲ ਤੇ ਜਾਂ ਸਮਝ ਲਓ ਮੈਡੀਕਲ ਕਾਲਜ 'ਚ ਬੁਲਾ ਕੇ, ਪੀਜੀਆਈ 'ਚ ਬੁਲਾ ਕੇ ਆਪਾਂ ਟ੍ਰੇਨਿੰਗ ਕੈਂਪਸ ਕਰ ਸਕਦੇ ਹਾਂ। ਇੱਕ ਵਾਰ ਆਪਾਂ ਕਮਿਊਨਿਟੀ ਹੈਲਥ ਵਰਕਰਸ ਤੇ ਆਸ਼ਾ ਵਰਕਰਸ ਦੇ ਇਹ ਮੈਨ ਪਾਵਰ ਨੂੰ ਟ੍ਰੇਨ ਕਰ ਦਈਏ ਤਾਂ ਮੈਸੇਜ ਬਹੁਤ ਛੇਤੀ ਆਪਣੀ ਬੰਦੇ ਤੱਕ ਪਹੁੰਚ ਸਕਦਾ ਹੈ ਵਿਲੇजेस 'ਚ। ਤੇ ਇੱਕ ਤਾਂ ਖਾਣਾ ਪੀਣੇ ਦੀ ਜਿਹੜੀ ਚੇਂਜ ਕਰਨੀ ਹੈ, ਮਿਲਟਸ ਪ੍ਰਮੋਟ ਕਰਨਾ ਹੈ, ਰॉ ਫੂਡ ਪ੍ਰਮੋਟ ਕਰਨਾ ਹੈ, ਪ੍ਰੋਸੈਸਡ ਫੂਡ ਨੂੰ, ਜੰਕ ਫੂਡ ਨੂੰ ਘਟਾਣਾ ਹੈ, ਫਾਰਮਿੰਗ ਪ੍ਰੈਕਟਿਸਿਸ ਚੇਂਜ ਕਰਨੀ ਹੈ, ਵਿਲੇਜ ਲੈਵਲ ਤੇ ਪੌਂਡਸ ਰੀਜੂਵਨੇਟ ਕਰਨੇ ਹੈ। ਦੇਖੋ ਆਪਣੇ ਹਰ ਵਿਲੇਜ 'ਚ ਤਲਾਬ ਹੁੰਦਾ ਸੀਗਾ, ਪੌਂਡ ਹੁੰਦਾ ਸੀਗਾ ਐਗਰੀਕਲਚਰ ਲਈ, ਉਹ ਚੀਜ਼ਾਂ ਖਤਮ ਹੋ ਗਈਆਂ, ਜ਼ਮੀਨਾਂ ਮਿੱਟੀ ਪਾ ਕੇ ਖਤਮ ਕਰਦੇ। ਸੋ ਸਿੰਪਲ ਚੀਜ਼ਾਂ ਇਹ ਪਲੱਸ ਜਿਹੜੇ ਡਿਟੈਕਸ਼ਨ ਹੈ, ਕੋਈ ਬਿਮਾਰੀਆਂ ਜਿਹੜੀਆਂ ਬਣ ਰਹੀਆਂ ਜਿਵੇਂ ਸਰਵਿਕਸ ਕੈਂਸਰ ਹੈ, ਬ੍ਰੈਸਟ ਕੈਂਸਰ ਹੈ, ਜਿਹੜੇ ਬੜੇ ਕਾਮਨ ਹੀ ਬਹੁਤ ਕਾਮਨ ਕੈਂਸਰਸ ਹੈ, ਇਹ ਚੀਜ਼ਾਂ ਨੂੰ ਡਿਟੈਕਟ ਜਲਦੀ ਕਰਕੇ, ਜਲਦੀ ਟ੍ਰੀਟ ਕਰਕੇ ਬਹੁਤ ਖਰਚੇ ਬਚਾਏ ਜਾ ਸਕਦੇ हैं। ਪੈਪਸਮੀਅਰ ਦਾ ਟੈਸਟ ਹੈ, ਮੈਮੋਗ੍ਰਾਫੀ ਦੀ ਮਸ਼ੀਨਸ ਹੈ, ਇਹ ਤਾਂ ਆਪਣੇ ਸਿਵਲ ਹਸਪੀਟਲਸ ਹੈ ਜਾਂ ਆਪਣੇ ਬਲਾਕ ਲੈਵਲ ਹਸਪੀਟਲਸ ਹੈ, ਇਹ ਫੈਸਿਲਿਟੀਜ਼ ਬਹੁਤ ਘੱਟ ਖਰਚੇ 'ਚ ਇਹ ਸਾਰੀਆਂ ਬਣਾਈਆਂ ਜਾ ਸਕਦੀਆਂ ਉੱਥੇ। ਸੋ अर्ਲੀ ਡਿਟੈਕਸ਼ਨ ਵੀ ਕੀਤੀ ਜਾ ਸਕਦੀ ਹੈ, ਪ੍ਰੀਵੈਂਸ਼ਨ ਵੀ ਆਪਣੀ ਇੱਕ ਮੈਸੇਜ ਪਾਸ ਆਊਟ ਕਰਨ ਦੀ ਇੱਕ ਉਹ ਦੇ ਰਹੀ ਹੈ ਬਸ ਟ੍ਰੇਨਿੰਗ ਦੀ। ਸੋ ਇਹ 'ਚ ਜ਼ਿਆਦਾ ਖਰਚਾ ਨਹੀਂ ਹੈਗਾ। ਸਚਿਨ ਜੀ ਦੱਸੋ, ਇਹ ਕਿਉਂਕਿ ਬੁੱਢੇ ਨਾਲੇ ਵੈਸੇ ਤਾਂ ਪੂਰੇ ਕੋਈ ਮਤਲਬ ਕੱਲੇ ਮੈਕਸ ਹਸਪੀਟਲ ਜਾਣ ਗਿਆ ਤਾਂ ਨਹੀਂ ਹੈਗਾ, ਫਿਰ ਵੀ ਜਿਵੇਂ ਡਾਕਟਰ ਠਾਕੁਰ ਜੀ ਕਹਿ ਰਹੇ ਨੇ ਜਿਹੜੀ ਡਰੇਨਸ ਪੰਜਾਬ ਦੀਆਂ ਨੇ ਉਹ ਵੀ ਕੈਂਸਰ ਬਣ ਰਹੀਆਂ ਨੇ, ਤੇ ਕਿਆ ਤੁਸੀਂ ਪੈਟਰਨ ਕੋਈ ਦੇਖਿਆ ਉੱਥੋਂ ਦੇ ਮਰੀਜ਼ ਜ਼ਿਆਦਾ ਆਣੇ ਜਾਂ ਬਠਿੰਡੇ ਦੇ ਮਰੀਜ਼ ਜ਼ਿਆਦਾ ਆਣੇ, ਐਸਾ ਕੁਝ ਪੈਟਰਨ ਹੈਗਾ? ਨਹੀਂ, ਇਹ ਸਟੈਟਿਸਟਿਕਸ ਡਾਕਟਰ ਠਾਕੁਰ ਕੋਲ ਜ਼ਿਆਦਾ ਕੰਸੋਲੀਡੇਟਡ ਹੈ, ਬਟ ਐਸ ਸਪੈਸ਼ਲਿਸਟ ਅਸੀਂ ਤਾਂ ਸਾਰੇ ਬਿਕੋਜ਼ ਵੀ ਆਰ ਇਨ ਅ ਏਰੀਆ ਕਿ ਜਿੱਥੇ ਸਾਰੇ ਜਗ੍ਹਾ ਤੋਂ ਹੀ ਪੇਸ਼ੈਂਟਸ ਆ ਰਹੇ ਹੈ, ਤਾਂ ਪੰਜਾਬ 'ਚ ਵੈਸੇ ਹੀ ਇਨਸੀਡੈਂਸ ਕਾਫੀ ਹੈ। ਮਤਲਬ ਤੁਸੀਂ ਏਜ ਗਰੁੱਪ ਬਾਰੇ ਕਹਿਣਾ ਚਾਹੋਗੇ, ਕੈਂਸਰ ਪੇਸ਼ੈਂਟ ਦੀ ਏਜ ਬਾਰੇ, ਏਜ ਗਰੁੱਪਸ ਕਿਹੜੇ ਆ ਰਹੇ ਨੇ ਜ਼ਿਆਦਾ ਹੁਣ ਕਿਸ ਤਰ੍ਹਾਂ ਦੇ? ਕਿਉਂਕਿ ਯੰਗਰ ਏਜ 'ਚ ਵੀ ਕੈਂਸਰ ਵਾਲੇ ਲੋਕ ਆ ਰਹੇ ਨੇ। ਅਸੀਂ ਬਹੁਤ ਯੰਗ ਪੇਸ਼ੈਂਟਸ ਦੇਖ ਰਹੇ ਹਾਂ। ਮਤਲਬ 15 ਸਾਲ ਪਹਿਲਾਂ ਇੰਨੇ ਯੰਗ ਅਸੀਂ ਘੱਟ ਦੇਖਦੇ ਸੀਗੇ, ਜ਼ਿਆਦਾ ਤੋਂ ਜ਼ਿਆਦਾ ਯੰਗ ਪੇਸ਼ੈਂਟਸ ਦਾ ਵੀ ਇਨਸੀਡੈਂਸ ਮੇਰੇ ਮੁਤਾਬਿਕ ਤਾਂ ਜ਼ਿਆਦਾ ਹੋ ਰਿਹਾ ਹੈ। ਜਿਹਨੂੰ ਚਾਈਲਡਹੁੱਡ ਕੈਂਸਰ ਕਹਿੰਦੇ ਨੇ,
ਸਾਡੇ ਡਾਕਟਰ ਕਾਬਰਾ ਕੁਝ ਉਹ ਕੇਸਿਸ ਵੀ ਆਏ ਨੇ ਤੁਹਾਡੇ ਕੋਲ? ਹਾਂਜੀ ਨਹੀਂ, ਮਤਲਬ ਪੈਟਰਨ ਹੈਗਾ ਐਵੇਂ ਦਾ? ਸੋ ਹੈ ਮਤਲਬ ਕੈਂਸਰ ਦਾ ਦੇਖੋ, ਚਾਈਲਡਹੁਡ ਕੈਂਸਰਸ ਥੋੜੇ ਵੱਖਰੇ ਹੁੰਦੇ हैं, ओवरऑल ही कैंसर इंसिडेंस ज्यादा है, तो उस नेचुरली चाइल्डहुड कैंसर भी ज्यादा है, बट ये नहीं कह सकते कि चाइल्डहुड स्पेसिफिकली ज्यादा हो रहे हैं, ये कहना मुश्किल है। ਠਾकुर जी एक गल कही जाती कि पंजाब ਦੇ ਵਿੱਚ ਕੈਂਸਰ ਇੰਸੀਡੈਂਸ ਤੁਸੀਂ ਬਦਨਾਮ ਕਰਤਾ ਪੰਜਾਬ ਨੂੰ, ਐਵੇਂ ਕੈਂਸਰ ਕੈਂਸਰ ਕਹਿ ਕੇ ਖੇਤੀ ਵਿਰਾਸਤ ਮਿਸ਼ਨ ਨੂੰ ਵੀ ਕੁਝ ਲੋਕਾਂ ਨੇ ਅਬਿਊਜ਼ ਕੀਤਾ, ਡਾਕਟਰ ਅਮਰ ਸਿੰਘ ਆਜ਼ਾਦ ਤੇ ਵੀ ਅਟੈਕ ਕੀਤਾ ਇੱਕ ਤਰ੍ਹਾਂ ਦਾ ਕੁਝ ਵਿਦਵਾਨਾਂ ਨੇ, ਮਾਹਿਰਾਂ ਨੇ, ਕਿ ਐਵੇਂ ਬਦਨਾਮ ਕਰੀ ਜਾਂਦੇ ਹੋ ਪੰਜਾਬ ਨੂੰ ਤੁਸੀਂ। ਤੇ ਉਹਦੇ ਚ ਕੋਈ ਵਾਈਸ ਚਾਂਸਲਰ ਵੀ ਸੀ, ਕੋਈ ਹੋਰ ਡਾਕਟਰ, ਕਈ ਛੱਡੋ ਸੀ, ਨਾਮ ਨਹੀਂ ਲਵਾਂਗੇ। ਕਿਆ ਨੈਸ਼ਨਲ ਐਵਰੇਜ ਤੋਂ ਪੰਜਾਬ 'ਚ ਕੈਂਸਰ ਵਾਕਈ ਜ਼ਿਆਦਾ ਹੈਗਾ? ਔਰ ਕੀ ਇਹਦਾ ਪੈਟਰਨ ਕੀ ਹੈਗਾ, ਥੋੜਾ ਜਿਹਾ ਇਹਦੇ ਬਾਰੇ? ਦੇਖੋ ਐਸਾ ਹੈ ਕਿ ਕੈਂਸਰ ਦੀ ਸਮੱਸਿਆ ਦਾ ਜਿਹੜਾ ਅਸੀਂ ਖਾਸ ਕਰ ਡਾਟਾ ਦੇ ਬਾਰੇ ਵਿੱਚ ਡਾਕਟਰ ਸਚਿਨ ਨੂੰ ਪਤਾ ਹੈ ਕਿ ਵੀ ਆਰ ਰਨਿੰਗ 4 ਕੈਂਸਰ ਰਜਿਸਟਰੀ ਅਸੀਂ ਪੰਜਾਬ ਦੇ ਵਿੱਚ ਚਲਾਉਂਦੇ ਹਾਂ, ਚੰਡੀਗੜ੍ਹ, ਮੋਹਾਲੀ, ਸੰਗਰੂਰ ਤੇ ਮਾਨਸਾ। ਠੀਕ ਹੈ, 2013 ਤੋਂ ਇਹ ਰਜਿਸਟਰੀਜ਼ ਕੈਂਸਰ ਦੀਆਂ ਚੱਲ ਰਹੀਆਂ, ਔਰ ਦਿਸ ਇਜ਼ ਦਾ ਲਾਰਜੈਸਟ ਕੈਂਸਰ ਰਜਿਸਟਰੀ ਪ੍ਰੋਗਰਾਮ ਇਨ ਇੰਡੀਆ ਬਾਈ ਐਨੀ ਸਿੰਗਲ ਇੰਸਟੀਟਿਊਸ਼ਨ। ਲੋਕ ਇੱਕ ਅੱਧੀ ਚਲਾਉਂਦੇ, ਅਸੀਂ 4 ਚਲਾਉਂਦੇ, 2 ਰੂਰਲ ਹੈਗੀਆਂ, 2 ਅਰਬਨ ਹੈਗੀਆਂ, और इन्हों ਦੀਆਂ ਅਸੀਂ अभी तक जो है 2 रिपोर्ट भी सबमिट कर चुके हैं, तीसरी रिपोर्ट साड़ी हुण जिहड़ी है वो तैयार है। ठाकुर जी कैंसर दे विच लोकां नूं दस दो, ठाकुर जी एक वारी लोकां नूं दस दो, आम आदमी जिहड़े लोग हैगे ने कैंसर रजिस्ट्री किहनूं कहंदे, ਉਹਦਾ मतलब ਕੀ ਹੁੰਦਾ? देखो कैंसर रजिस्ट्री जिहड़ी है वो एक रजिस्टर है ਜਿਹਦੇ ਵਿੱਚ इस पॉपूलेशन ਦੇ ਵਿੱਚ, ਜਿੱਦਾਂ ਅਸੀਂ ਮੋਹਾਲੀ ਦੀ ਗੱਲ ਕਰਦੇ ਹਾਂ ਤਾਂ ਜਿੰਨੇ ਵੀ ਕੈਂਸਰ ਦੇ ਕੇਸ ਹੋਣਗੇ, ਚਾਹੇ ਬੱਚਿਆਂ 'ਚ ਅਡਲਟਸ, ਉਹਨਾਂ ਦੀ ਰਿਕਾਰਡਿੰਗ ਕਰਦੇ ਹਾਂ ਅਸੀਂ, ਔਰ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹ ਪੂਰੀ ਭਰੀ ਜਾਂਦੀ ਹੈ ਔਰ ਉਹਨੂੰ ਰਜਿਸਟਰ ਦੇ ਵਿੱਚ ਐਂਟਰ ਕੀਤਾ ਜਾਂਦਾ ਹੈ, ਔਰ ਜਿੰਨੀ ਵੀ ਡੈਥਸ ਹੁੰਦੀਆਂ ਉੱਥੇ ਕੈਂਸਰ ਦੇ ਨਾਲ ਉਹਨੂੰ ਵੀ ਜੋ ਹੈ ਰਿਕਾਰਡ ਕੀਤਾ ਜਾਂਦਾ ਹੈ। ਇਸ ਸਾਰੇ ਪ੍ਰੋਗਰਾਮ ਦੇ ਵਿੱਚ ਪੂਰੇ ਪੰਜਾਬ ਔਰ ਨੇਬਰਿੰਗ ਸਟੇਟਸ ਦੇ 250 ਹਸਪੀਟਲ ਤੇ ਲੈਬਸ ਪਾਰਟਿਸਿਪੇਟ ਕਰਦੀਆਂ। ठीक है, और ਇਹਦੇ ਵਿੱਚ क्या है कि ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਕੈਂਸਰ ਰੇਟਸ ਜਿਹੜੇ ਨੇ ਮੇਲ ਔਰ ਫੀਮੇਲ ਦੇ ਵਿੱਚ क्या है। तो ਜੇ ਤੁਸੀਂ ਨੈਸ਼ਨਲ ਲੈਵਲ ਤੋਂ ਇਹ ਦੇਖੀਏ ਤੇ ਪੰਜਾਬ ਦੇ ਰੇਟਸ ਨੈਸ਼ਨਲ ਲੈਵਲ ਤੋਂ ਮੇਲ ਔਰ ਫੀਮੇਲ ਦੇ ਵਿੱਚ ਜ਼ਿਆਦਾ ਹੈ। ਔਰ ਦੂਸਰੀ ਚੀਜ਼ ਜਿਹੜੀ ਹੈ ਪੰਜਾਬ ਦੇ ਵਿੱਚ, ਜਦੀ ਤੁਸੀਂ 3 ਰੀਜ਼ਨ ਨੂੰ ਦੇਖੋ, ਜਿਹੜਾ ਆਪਾਂ कैंसर अवेयरनैस एंड अर्ली डिटेक्शन कैंपेन भी कीता सीगा, ਜਿਹਦਾ ਜੇਕਰ ਡਾਕਟਰ ਸਚਿਨ ਨੇ 2012 ਦੇ ਵਿੱਚ ਕੀਤਾ ਸੀਗਾ, ਉਹਨੂੰ ਅਸੀਂ ਟੈਕਨੀਕਲ ਸਪੋਰਟ ਔਰ ਇਵੈਲੂਏਸ਼ਨ ਅਸੀਂ ਕੀਤੀ ਸੀ। ਸੋ ਪੰਜਾਬ ਦੇ ਵਿੱਚ ਮਾਲਵਾ ਰੀਜਨ ਦੇ ਵਿੱਚ ਕੈਂਸਰ ਦੇ ਰੇਟ ਸਭ ਤੋਂ ਜ਼ਿਆਦਾ ਨੇ ਐਜ਼ ਕੰਪੇਅਰ ਟੂ ਸਾਡਾ ਮਾਝਾ ਤੇ ਦੁਆਬਾ। ਤੇ ਪੰਜਾਬ ਦੇ ਵਿੱਚ ਕਿਉਂਕਿ ਔਰ ਉਹਦੇ ਵਿੱਚ ਸਾਡੀ ਇਹ ਜੋ ਹਾਈਪੋਥੇਸਿਸ ਇਹ ਹੈ ਕਿ ਕਿਉਂਕਿ ਕੈਮੀਕਲ ਟੌਕਸਿਸਿਟੀ ਮਾਲਵਾ ਦੇ ਵਿੱਚ ਜ਼ਿਆਦਾ ਹੈ, कॉटन ग्रोइंग एरिया है, पेस्टिसाइड ज़्यादा यूज होंगे हैं, तो उन्हों का कंट्रीब्यूशन उत्थे ज़्यादा है। तीसरी चीज़ जो कैंसर के बारे में बच्चों के कैंसर की गल हो रही सी, साडी रजिस्ट्री जो है चाइल्डहुड कैंसर का भी डाटा अलग दिंदी है, और रादर असी एक पेपर भी हुण पब्लिश कर रहे हैं। पंजाब दे विच चाइल्डहुड कैंसर भी बढ़ते जा रहे हैं। बच्चे यदि तुसीं देखो, जो भी बच्चों के डॉक्टर साडे इत्थे PGH भी देखा जाता है, इन्हां दे डॉक्टर सचिन दे मैक्स दे विच भी देखे जाएंगे, चाइल्डहुड कैंसर बढ़ रहे हैं। और जिन्होंने असी पेस्टिसाइड रिलेटेड कैंसर कहने हैं वो उन्होंने विच काफ़ी हैं। फॉर एग्जाम्पल ल्यूकीमिया, लिम्फोमा, जिन्होंने ब्लड कैंसर असी कहने हैं, वो जोड़े ने उन्होंने दे विच ज़्यादा हैं उस तरह के। ਤੁਸੀਂ ਇਹ ਜਿਹੜੇ ਚਾਈਲਡਹੁਡ ਕੈਂਸਰ ਦੇ ਬਾਰੇ ਥੋੜਾ ਜਿਹਾ ਵਿਸਤਾਰ ਅਗਰ ਕਰ ਦੋਗੇ ਤੁਸੀਂ ਵੀ, ਤੇ ਮੈਨੂੰ ਲੱਗਦਾ ਕਿ ਅੱਛਾ ਰਹੇਗਾ। ਜਰਾ ਆਮ ਲੋਕਾਂ ਦੀ ਐਜੂਕੇਸ਼ਨ ਲਈ ਇਹਦੇ ਚ ਸਚਿਨ ਜੀ ਵੀ ਕੁਝ ਜੋੜ ਦੇਣਗੇ, ਜਰਾ ਲੋਕਾਂ ਨੂੰ ਥੋੜਾ ਅਵੇਅਰਨੈਸ ਦਾ ਕੰਮ ਆਪਾਂ ਕਰਾਂਗੇ। ਅਗਰ 2 ਮਿੰਟ ਸੀ, ਚਾਈਲਡਹੁਡ ਕੈਂਸਰ ਕਿਸ ਤਰ੍ਹਾਂ ਦੇ ਹੋ ਰਹੇ ਨੇ, ਔਰ ਜਿਹੜਾ ਤੁਸੀਂ ਪੈਸਟੀਸਾਈਡ ਰਿਲੇਟਡ ਕਹਿ ਰਹੇ ਹੋ, थोड़ा सा विस्तार कर दो। देखो ऐसा है कि जो कैंसर हैं, कैंसर ते बड़ी तरह दे हैगे। डॉक्टर साहब ਇਹ ਚਾਈਲਡਹੁਡ ਕੈਂਸਰ ਤੋਂ ਕਹਿੰਦੇ ਆ, ਕਿੰਨੀ ਉਮਰ ਤੋਂ ਸਭ ਤੋਂ ਛੋਟੇ ਉਮਰ ਦਾ ਕਿਹੜਾ ਬੱਚਾ ਦੇਖੇ ਨੇ ਕਿ ਜਿਹਨੂੰ ਕੈਂਸਰ ਡਿਟੈਕਟ ਹੋਇਆ ਹੋਏਗਾ, ਜਰਾ ਥੋੜਾ ਉਹ ਵੀ ਦੱਸੋ ਜੀ। देखो कई तरह के कैंसर हैगे, बट ਜਿਹੜੇ बचपन ਦੇ ਵਿੱਚ आम तौर पे पंजाब ਦੇ ਵਿੱਚ ਅਸੀਂ ਦੇਖੇ हैं, एक तो जो साडे एक
ਇੱਥੇ ਰਜਿਸਟਰੀ ਵੀ ਪੀਜੀਆਈ ਚੱਲਦੀ ਹੈ ਜਿਹਨੂੰ ਅਸੀਂ ਰੈਟੀਨੋਬਲਾਸਟੋਮਾ ਕਹਿੰਦੇ ਹਾਂ। ਅੱਖਾਂ ਦਾ ਕੈਂਸਰ ਜਿਹੜਾ ਹੈ ਆਮ ਤੌਰ 'ਤੇ ਉਹ ਬੱਚਿਆਂ ਦੇ ਵਿੱਚ ਹੀ ਜੋ ਪਾਇਆ ਜਾਂਦਾ ਹੈ। ਤੇ ਇੱਕ ਰਜਿਸਟਰੀ ਇੱਥੇ ਚੱਲਦੀ ਹੈ। ਲਿਊਕੀਮੀਆ, ਲਿੰਫੋਮਾ ਜੋ ਬਲੱਡ ਕੈਂਸਰਸ ਹੈਗੇ ਹਨ, ਜਾਂ ਸਾਡੀਆਂ ਗੱਠਾਂ ਦੇ ਜਿਹੜੇ ਕੈਂਸਰ ਹੈਗੇ ਹਨ, वो जो है आम तौर पे ज़्यादा पाए गए हैं। और मतलब दूसरे भी हैगे बट उनमें ज़्यादा नहीं है। ब्रेन कैंसर के भी कुछ केसेस हैगे हैं। सो मेनली तो साढ़े ਜਿਹੜੇ ਬੱਚਿਆਂ ਦੇ ਵਿੱਚ ਇਹੀ ਕੈਂਸਰ ਹੈਗੇ। ਔਰ ਜੇ ਤੁਸੀਂ ਇਹਦਾ ਦੇਖੋ ਕਿ ਆਊਟ ਆਫ ਦਾ ਟੋਟਲ ਕੈਂਸਰ ਬੱਚਿਆਂ ਦੇ ਵਿੱਚ, ਔਰ ਜਦੋਂ ਅਸੀਂ ਬੱਚਿਆਂ ਦੇ ਕੈਂਸਰ ਕਹਿੰਦੇ ਹਾਂ ਤੇ 12 ਸਾਲ ਤੱਕ ਜੋ ਸਾਡੀ ਅਸੀਂ ਜੋ ਪ੍ਰਪੋਰਸ਼ਨ ਤੁਸੀਂ ਦੇਖੋਗੇ ਤੇ ਸਾਡੇ 2 ਤੇ 3% ਕੈਂਸਰ ਜੋ ਹੈ ਰਜਿਸਟਰੀ ਦੇ ਵਿੱਚ ਉਹ ਬੱਚਿਆਂ ਦੇ ਕੈਂਸਰ ਹੈ। ਠੀਕ ਹੈ। ਔਰ ਬੱਚਿਆਂ ਦੇ ਕੈਂਸਰ ਨੂੰ ਟ੍ਰੀਟ ਕਰਨ ਵਾਸਤੇ ਵੀ ਜਿਹੜਾ ਹੈ ਐਕਸਪਰਟਾਈਜ਼ ਆਪਣੇ ਆਪ ਹੀ ਡਿਫਰੈਂਟ ਤਰ੍ਹਾਂ ਦੀ ਚਾਹੀਦੀ ਹੈ। ਡਾਕਟਰ ਸਚਿਨ ਨੂੰ ਪਤਾ ਹੈ। तो सब जगह ये ट्रीट नहीं होंगे, बट जो है वो एक अपने आप दे विच ही जो मुद्दा है। और ये रेट जोड़े नैशनल लैवल पे भी कोई 2% ही जो है वो चल रहा है। तो कहने का ये है कि जो कैंपेन असी कीता सीगा ਉਹਦੇ ਵਿੱਚ, क्योंकि मैनू सारी असी इवैल्यूएट कीता सीगा, 87,000 ਉਹਦੇ ਵਿੱਚ ਸਸਪੈਕਟਡ ਕੇਸ ਆਏ ਸੀਗੇ ਕੈਂਸਰ ਦੇ, ਔਰ 24,000 ਕੈਂਸਰ ਕਨਫਰਮਡ ਕੇਸ ਆਏ ਸੀ। ਸਾਨੂੰ ਉਸ ਕੈਂਪੇਨ ਨੂੰ ਇਵੈਲੂਏਟ ਕਰਨ ਦਾ ਮੌਕਾ ਪੰਜਾਬ ਸਰਕਾਰ ਨੇ ਦਿੱਤਾ ਸੀਗਾ। ਤੇ ਜਦੋਂ ਅਸੀਂ ਇਵੈਲੂਏਟ ਕੀਤਾ ਤੇ ਉਹਦੇ ਵਿੱਚ ਇੱਕ ਚੀਜ਼ ਬੜੀ ਇੰਟਰਸਟਿੰਗ ਆਈ ਕਿ ਜਦੋਂ ਅਸੀਂ 87,000 ਲੋਕਾਂ ਨੂੰ ਸਸਪੈਕਟ ਕਰ ਦਿੱਤਾ ਤੇ ਹੁਣ ਜਿਹਨੂੰ ਤੁਸੀਂ ਕਹਿਤਾ ਕਿ ਭਾਈ ਤੈਨੂੰ ਕੈਂਸਰ ਹੋ ਸਕਦਾ ਹੈ, ਉਹ ਵਿਚਾਰਾ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨਹੀਂ ਆ ਰਹੀ ਸੀਗੀ ਕਿ ਭਾਈ ਤੈਨੂੰ ਤਾਂ ਕੈਂਸਰ ਹੋ ਗਿਆ। ਔਰ ਸਾਡੀ ਸਰਵਿਸਿਜ਼ ਕੈਂਸਰ ਦੇ ਵਿੱਚ ਜੇ ਤੁਸੀਂ ਪੰਜਾਬ ਦੇ ਹਸਪੀਟਲ ਦੇਖੋ ਤਾਂ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਸਕਰੀਨਿੰਗ ਫੈਸਿਲਿਟੀ ਨਹੀਂ ਹੈ, ਟ੍ਰੀਟਮੈਂਟ ਦੀ ਤੇ ਗੱਲ ਬਾਅਦ ਦੀ ਹੈ। ਜੋ ਕਾਮਨ ਕੈਂਸਰ ਹੈ ਉੱਥੇ ਸਕਰੀਨਿੰਗ ਫੈਸਿਲਿਟੀ ਨਹੀਂ। ਤੇ ਜਦੋਂ ਅਸੀਂ ਇਵੈਲੂਏਸ਼ਨ ਕੀਤਾ ਤੇ ਇਵੈਲੂਏਸ਼ਨ ਦੀ ਰਿਪੋਰਟ 'ਚ ਇਹ ਆਇਆ ਕਿ ਅਵੇਅਰਨੈਸ ਦਾ ਤੇ ਲੋਕਾਂ ਨੂੰ ਫਾਇਦਾ ਹੋਇਆ, ਕੈਂਸਰ ਡਿਟੈਕਟ ਵੀ ਹੋਏ, ਬਟ ਪੰਜਾਬ ਦੇ ਵਿੱਚ ਜੋ ਸਰਵਿਸਿਜ਼ ਵਾਲਾ ਕੰਪੋਨੈਂਟ ਸੀ ਉਹ ਬਹੁਤ ਪੂਅਰ ਸੀ, ਲੋਕਾਂ ਨੂੰ ਸਰਵਿਸਿਜ਼ ਨਹੀਂ ਮਿਲ ਪਾਈ। ਤੇ ਸਾਨੂੰ ਇੱਕ ਬੜੇ ਅਫਸਰ ਨੇ ਪੰਜਾਬ ਦੇ ਨੇ ਬੋਲਿਆ ਕਿ ਡਾਕਟਰ ਸਾਹਿਬ ਇਸ ਰਿਪੋਰਟ ਨੂੰ 2 ਪਾਰਟ ਦੇ ਵਿੱਚ ਦੇ ਦਿਓ, ਅਵੇਅਰਨੈਸ ਨੂੰ ਅਲੱਗ ਕਰ ਦਿਓ ਔਰ ਸਰਵਿਸ ਵਾਲੇ ਨੂੰ ਅਲੱਗ ਕਰ ਦਿਓ। ਇੱਦਾਂ ਦਾ ਕੰਮ ਜਦੋਂ ਵੀ ਅਸੀਂ ਸ਼ੁਰੂ ਕਰੀਦਾ ਹੈ ਅਸੀਂ ਇਹ ਕਹਿ ਦਿੰਦਾ ਸਰਕਾਰ ਨੂੰ ਕਿ ਭਈਆ ਸਾਡੀ ਰਿਪੋਰਟ ਮੰਨੋਗੇ ਕਿ ਨਹੀਂ ਮੰਨੋਗੇ। ਤੇ ਉਹ ਮੈਂ ਉਹਨਾਂ ਤੇ ਕਮਿਟਮੈਂਟ ਲੈ ਲਈ ਹੋਈ ਸੀਗੀ ਕਿ ਸਾਡੀ ਰਿਪੋਰਟ ਨੂੰ ਮੰਨਣਗੇ। ਮੈਂ ਕਿਹਾ ਜੀ ਤੁਹਾਡੇ ਨਾਲ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਅਸੀਂ ਇਹ ਗੱਲ ਕਹੀ ਸੀਗੀ ਕਿ ਇਸ ਰਿਪੋਰਟ ਨੂੰ ਤੁਸੀਂ ਮੰਨੋਗੇ। ਮੇਰੇ ਲਈ ਮੈਂ ਕਿਹਾ ਜੇ ਅਵੇਅਰਨੈਸ ਹੋਈ ਹੈ ਤੇ ਸਰਵਿਸ ਮਿਲਣਾ ਲੋਕਾਂ ਨੂੰ ਬਹੁਤ ਜ਼ਰੂਰੀ ਹੈ। ਸਰਵਿਸ ਤੁਹਾਡੇ ਕੈਂਪੇਨ 'ਚ ਨਹੀਂ ਮਿਲੀ ਤੇ ਰਿਪੋਰਟ ਤੇ ਅਸੀਂ ਇੱਕੋ ਹੀ ਸਬਮਿਟ ਕਰਾਂਗੇ, ਔਰ ਅਸੀਂ ਇਵੈਂਚੁਅਲੀ ਇੱਕੋ ਹੀ ਸਬਮਿਟ ਕੀਤੀ। ਚਾਹੇ 2 ਕਰ ਦਿੰਦੇ ਤੇ ਕੀ ਫਾਇਦਾ ਹੁੰਦਾ ਸਰਕਾਰ ਨੂੰ ਅਗਰ ਤੁਸੀਂ 2 ਭਾਗਾਂ 'ਚ ਵੰਡ ਦਿੰਦੇ? ਸਰਕਾਰ ਨੇ ਸਿਰਫ ਬੋਲਣਾ ਸੀ ਕਿ ਦੇਖੋ ਜੀ ਇਸ ਕੈਂਪੇਨ ਨਾਲ ਪੂਰੇ ਸਟੇਟ ਦੇ ਵਿੱਚ ਬਹੁਤ ਅਵੇਅਰਨੈਸ ਹੋਈ ਹੈ, ਠੀਕ ਹੈ। ਸਰਕਾਰ ਨੇ ਦੂਜਾ ਪਾਰਟ ਦੱਸਣਾ ਹੀ ਨਹੀਂ ਸੀਗਾ ਕਿਤੇ ਵੀ। ਸਰਕਾਰ ਤੇ ਆਪਣੇ ਹਿਸਾਬ ਨਾਲ ਯੂਜ਼ ਕਰਦੀ ਹੈ ਨਾ ਰਿਪੋਰਟ ਨੂੰ। ਹਾਂ, ਇਹ ਚਲਾਕੀਆਂ ਆਮ ਬੰਦੇ ਨੂੰ ਕਿੱਥੇ ਸਮਝ ਆਣੀਆਂ ਸੀ। ਇਹ ਵਾਕਈ ਸਾਡਾ ਸੁਭਾਗ ਹੈ ਕਿ ਤੁਹਾਡੇ ਵਰਗੇ ਲੋਕਾਂ ਦਾ ਕਰਿਆ। ਆਪਾਂ ਨੇ ਕੋਲ ਹੁਣ ਆਖਰੀ 10 ਮਿੰਟ ਰਹਿ ਗਏ ਨੇ ਜੀ, ਇਹਨੂੰ ਵਾਈਂਡ ਅਪ ਕਰਨਾ ਪਊਗਾ ਆਪਾਂ ਸਾਰੀ ਗੱਲ ਨੂੰ। ਇਹ ਕੈਂਸਰ ਤੋਂ ਇਲਾਵਾ ਅਗਰ ਆਪਾਂ ਥੋੜਾ ਜਿਹਾ ਰੀਪਰੋਡਕਟਿਵ ਹੈਲਥ ਤੇ ਇੱਕ ਵਾਰੀ ਗੱਲ ਕਰ ਲਈਏ ਜਨ ਤੋਂ ਪਹਿਲੇ, ਤੇ ਮਤਲਬ ਉਹ ਵੀ ਬਹੁਤ ਵੱਡਾ ਸਿਨੈਰੀਓ ਹੈ ਕ੍ਰਾਈਸਿਸ ਦਾ। ਤੇ ਠਾਕੁਰ ਜੀ ਤੁਹਾਡੇ ਤੇ ਸ਼ੁਰੂ ਕਰਦੇ ਹਾਂ ਕਿ ਤੁਸੀਂ ਬਹੁਤ ਸਟੱਡੀਜ਼ ਕੀਤੀਆਂ ਨੇ, ਉਹ 'ਚ ਡਾਟਾ ਦਾ ਕੋਈ ਰੀਪਰੋਡਕਟਿਵ ਹੈਲਥ ਦਾ ਵੀ ਹੋਏਗਾ, ਉਹਦੇ ਬਾਰੇ ਕੁਝ ਟਿੱਪਣੀ ਕਰੋਗੇ, ਕੀ ਕਹਿਣਾ ਚਾਹੋਗੇ? ਦੇਖੋ ਰੀਪਰੋਡਕਟਿਵ ਹੈਲਥ ਦੇ ਉੱਪਰ ਬਹੁਤ ਫਰਕ ਪੈ ਰਿਹਾ। ਔਰ ਪਹਿਲੇ ਤੁਸੀਂ ਜਦੀ ਔਰਤਾਂ ਦੇ ਵਿੱਚ ਲਾਓ, ਔਰਤਾਂ ਦੇ ਵਿੱਚ ਜਿਹੜੇ ਸਾਡੇ ਸਪੌਂਟੇਨੀਅਸ ਅਬੋਰਸ਼ਨ ਰੇਟ ਹਨ ਪੰਜਾਬ ਦੇ ਵਿੱਚ, ਜਿੱਥੇ ਜਿੱਥੇ ਜ਼ਿਆਦਾ ਪੋਲਿਊਸ਼ਨ ਹੈ ਉਹ ਰੇਟਸ ਬਹੁਤ ਹਾਈ ਹੈ, ਠੀਕ ਹੈ, ਐਜ਼ ਕੰਪੇਅਰ ਟੂ ਏਰੀਆ ਵਿਚ ਆਰ ਲੈਸ ਪੋਲਿਊਟਡ। ਤੇ ਦੂਸਰੀ ਚੀਜ਼ ਜਿਹੜੀ ਹੈ ਉਹ ਇਨਫਰਟੀਲਿਟੀ ਦੇ ਕੇਸਿਸ ਜੋ ਹੈ ਉਹ ਸਾਡੇ ਆ ਰਹੇ ਨੇ ਪੰਜਾਬ ਦੇ ਵਿੱਚ, ਇਨਫਰਟੀਲਿਟੀ ਕਾਮਨ ਹੋਈ ਹੈ ਇੱਕ ਪ੍ਰੋਬਲਮ। ਤੀਸਰੀ ਚੀਜ਼ ਇਹ ਹੈ ਕਿ ਜਿਹੜੇ ਬਰਥ ਡਿਫੈਕਟਸ ਹਨ, ਜਿਨ੍ਹਾਂ ਨੂੰ ਅਸੀਂ ਜਨਮ ਤੋਂ ਜੋ ਸਾਡੇ ਡਿਫੈਕਟਸ ਆ ਜਾਂਦੇ ਨੇ ਬੋਡੀ ਦੇ ਵਿੱਚ, ਕਿਸੇ ਦੇ ਪਿੱਠ ਦੇ ਉੱਪਰ ਫੋੜਾ ਆ ਗਿਆ, ਕਿਸੇ ਦੇ ਜੋ ਹੈ ਕਲੈਫਟ ਪੈਲੇਟ ਆ ਗਿਆ, ਜਿੱਦਾਂ ਦੇ,
ये जो साढ़े बर्थ डिफेक्ट्स हैं ये साढ़े काफ़ी रेट्स हैं पंजाब ਦੇ ਵਿੱਚ। ਚੌਥੀ ਚੀਜ਼ ਜਿਹੜੇ ਸਾਡੇ ਸਟਿਲ ਬਰਥ ਰੇਟ ਹੈ, ਜਿਹੜੇ ਬੱਚੇ ਮਾਂ ਦੇ ਪੇਟ ਦੇ ਵਿੱਚ ਐਡਵਾਂਸ ਸਟੇਜਸ ਦੇ ਪ੍ਰੈਗਨੈਂਸੀ ਦੇ ਵਿੱਚ ਮਰ ਜਾਂਦੇ ਹਨ, ਉਹ ਸਾਡੇ ਬਹੁਤ ਹਾਈ ਹੈ। ਉਹ ਜਿਹੜਾ ਇੱਕ ਮੈਟਾ ਐਨਾਲਿਸਿਸ ਲੋਕਾਂ ਨੇ ਸਟੱਡੀਜ਼ ਨੂੰ ਪੂਲ ਕੀਤਾ, ਪਾਇਆ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਸਟਿਲ ਬਰਥ ਰੇਟ ਹੈ वो एज कंपेयर टू इंडिया एंड इवन साउथ ईस्ट एशिया बहुत ज़्यादा है। तो ये एक फर्क पै रहा है। एक जड़ा जो साडा जो प्रीकॉशियस पोवर्टी असी कहने हैं, जड़े महामारी जो आंदी है बच्चियां दे विच, वो जो है थोड़ी एडवांस हो गई, यंग एज दे विच आनी शुरू हो गई है। फिर उसके बाद जो है तुसीं देखिया होना कि आजकल बच्चियां दे मूँह दे विच बाल आने शुरू हो गए, है ना, वो भी जो है वो फर्क पिया है। मेल दे विच जो है मेल दा भी रिप्रोडक्टिव जो है सिस्टम अफेक्ट होया है। स्पर्म काउंट के उपर भी फर्क पिया है। तुसी देखिया होना पंजाब दे विच जिहड़े एक झोला छाप डॉक्टर हैगे जो सो कॉल्ड कहंदे ताकत और जवानी के बादशाह, ठीक है, वो भी काफ़ी हो गए। हर शहर दे विच तुहानूं मिलणगे। वो इन्हां लोगों नो इनफर्टिलिटी नो, स्पर्म काउंट नो, ये जो है काउंट इस चीज़ नो जो है एक्सप्लॉयट कर रहे हैं और अपने पैसे कमा रहे हैं। तो रिप्रोडक्टिव सिस्टम जो है वो बहुत ही इफेक्ट होया है उस तरह दे नाल। और इहदे पर जिहड़ी है जो साडी पुरानी स्टडीज़ हैं उहदे नाल नाल इहदा एक कारण ये है कि जिहड़े जिन्ने भी पेस्टिसाइड हैगे ये एंडोक्राइन डिसरप्टर्स हुंदे। इन्हां नूं एंडोक्राइन मतलब कि साडे शरीर दे विच जिहड़े हारमोन्स हुंदे उन्हां दी प्रोडक्शन नूं उथल पुथल कर दिंदे ने, और उहदी उथल पुथल दे करके जो है ये सारे साडे रिप्रोडक्टिव हैल्थ जिहड़े इफेक्ट्स हैं हो रहे हैं। और ये अपने आप दे विच ही बहुत बड़ा मुद्दा है। मैं सिर्फ 3-4 चीज़ों को हाईलाइट करना चाहांगा क्योंकि अमिंदर जी तुसी एक एजेंडे वास्ते गल कर रहे हो कि पोलिटिकल एजेंडा की बनना चाहिए। मेरे हिसाब के नाल जिहड़ियां 4-5 चीज़ां मुख्यतः आनियां चाहिए। एक तो ये है कि ऑल पोलिटिकल पार्टीज शुड रिकोगनाइज दैट देयर इज ए इकोलॉजिकल क्राइसिस इन पंजाब, ठीक है। दूजी चीज़ जिहड़ी करन वाली है वो ये है कि जिहड़ी साडी ये इन्वायरमेंटल पॉल्यूशन है, जिहदे विच मैं 3 चीज़ां मुख्यतः कहांगा। एयर भी साडी पोल्यूशन हो रही है, पानी भी साडा जहरीला करता असी, ते मिट्टी भी जहरीली करती। पानी क्योंकि असी सारे पीने हैं, पानी दे विच जिहड़ी समस्या ग्राउंड वाटर की भी आ रही है। ग्राउंड वाटर ते सरफेस वाटर साडा दोनों टॉक्सिक है, और ये असी स्टडी के बेसिस ते कह रहे हैं क्योंकि असी काफ़ी एफलुएंट ग्राउंड दे विच पंप कर दिता। जे असी लुधियाना पंप करांगे तो वो जलंधर भी पहुंच जाता है क्योंकि पानी का लेटरल मूवमेंट हुंदा है। ते साडा पानी ग्राउंड सरफेस टॉक्सिक है। इस टॉक्सिसिटी नो दूर करने का जो साडा जो सानों जो टेक्नोलॉजीज हैं वो ये है कि जिन्ने भी साडे वेस्ट वाटर हैं, चाहे वो म्यूनिसिपल वेस्ट वाटर है, साडा एफलुएंट इंडस्ट्री तो वेस्ट है, या एग्रीकल्चर रन ऑफ तो जो वेस्ट आ रहा उस वाटर में सानू ध्यान देना पड़ेगा। दूजा जिहड़ी चीज़ डॉक्टर अमरजीत सिंह आजाद ने भी कही सीगी कि साडा वाटर टेबल थल्ले जाण दे करके वो साडे जिहड़ी फ्लोराइड जिहड़ा लेवल है वो बहुत हाई हो गया। साडे आर्सेनिक जो है वो साडे पानी दे विच आ गया। आर्सेनिक टॉक्सिसिटी पंजाब दे 22 ਜ਼ਿਲ੍ਹਿਆਂ ਵਿੱਚੋਂ 11 ਦੇ ਵਿੱਚ बड़ी ਜ਼ਬਰਦਸਤ प्रॉब्लम है आर्सेनिक टॉक्सिसिटी। सो ਜਿਹੜੇ ਪਿੰਡਾਂ ਦੇ ਵਿੱਚ ਟੋਭੇ ਸੀਗੇ, ਇਹਨਾਂ ਟੋਭਿਆਂ ਨੂੰ ਖੋਦ ਕੇ ਦੁਬਾਰਾ ਰਿਵਾਈਵ ਕਰਨ ਦੀ ਜ਼ਰੂਰਤ ਹੈ। ਮੈਂ ਕਹਾਂਗਾ ਜਦੋਂ ਡਾਕਟਰ GPI ਸਿੰਘ ਇਹ ਕਹਿ ਰਹੇ ਸੀ ਕਿ ਐਪੀਡੈਮੀਓਲੋਜੀਕਲ ਸੈਂਟਰਸ हर डिस्ट्रिक्ट बनना चाहिए, मैं कहांगा हर ਜ਼ਿਲ੍ਹੇ ਦੇ ਵਿੱਚ एक वाटर सेंटर बनना चाहिए जिथे असी ग्राउंड वाटर रीचार्जिंग कैसे हो सकती है, ठीक है, पानी नूं असी किदां कंजर्व कर सकते हैं, वाटर टेबल नूं असी किदां कर सकते हैं, तो ये चीज़ जिहड़ी होनी। दूसरी जिहड़ी साडी सॉयल हैल्थ है इन्हूं सानूं इंप्रूव करना पएगा, और स्पैशली उहदे विच ऑर्गैनिक कार्बन जिहड़ी उहदा जिहड़ी मात्रा है बहुत घट है साडी ऑर्गैनिक कार्बन की, और टॉक्सिन सारे उहदे विच। एयर पोल्यूशन पराली वाले तुसी
ਕੰਮ ਕੀਤਾ ਹੈ ਖੇਤੀ ਵਿਰਾਸਤ ਮਿਸ਼ਨ ਨੇ ਵੀ ਪਰਾਲੀ ਦੇ ਬੜੇ ਸਸਟੇਨੇਬਲ ਮਾਡਲਸ ਹੈਗੇ ਇਹਨਾਂ ਨੂੰ ਫੋਕਸ ਕਰਨ ਦੀ ਜਿਹੜੀ ਜ਼ਰੂਰਤ ਹੈ। ਸੋ ਇਹ ਜੋ 3 ਚੀਜ਼ਾਂ ਜਿਨ੍ਹਾਂ ਨੂੰ ਅਸੀਂ ਪੰਚਭੂਤ ਵੀ ਕਹਿੰਦੇ ਕਿ ਇਹ ਸਰੀਰ ਪੰਚਭੂਤਾਂ ਤੇ ਬਣਿਆ, ਉਹਨਾਂ ਵਿੱਚੋਂ 3 ਤਾਂ ਅਸੀਂ ਬਹੁਤ ਬੁਰੀ ਤਰ੍ਹਾਂ ਨਾਲ ਪੋਲਿਊਟ ਕਰ ਦਿੱਤੇ, ਏਅਰ, ਵਾਟਰ, ਸੋਇਲ। ਠੀਕ ਹੈ, ਆਕਾਸ਼ ਜਹਾਜ਼ਾਂ ਨੇ ਕਰ ਦਿੱਤਾ, ਅਗਨੀ ਜਿਹੜੀ ਹੈ ਉਹ ਅਸੀਂ ਗਲਤ ਕੰਮਾਂ ਵਾਸਤੇ ਯੂਜ਼ ਕਰ ਰਹੇ ਹਾਂ, ਤੇ ਸਾਡਾ ਸਰੀਰ ਕਿੱਥੋਂ, ਹੈਲਥ ਕਿੱਥੋਂ ਆਏਗੀ। ਇਸੀ ਕਰਕੇ ਮੈਂ ਤੇ ਹੁਣ ਜੋ ਮੇਰਾ ਕਨਕਲੂਜਨ ਅਮਿੰਦਰ ਜੀ ਇਹ ਨਿਕਲਿਆ ਹੈ, ਮੇਰੇ ਜੋ ਅੱਜ ਤੱਕ ਰਿਸਰਚ ਕੀਤੀ ਹੈ, ਕਿ ਜੇ ਤੁਸੀਂ ਹਿਊਮਨ ਹੈਲਥ ਚਾਹੁੰਦੇ ਹੋ ਤੇ ਸੋਇਲ ਹੈਲਥ ਉਹਦੇ ਲਈ ਬਹੁਤ ਜ਼ਰੂਰੀ ਹੈ। ਹਿਊਮਨ ਹੈਲਥ ਜਿਹੜੀ ਹੈ ਸੋਇਲ ਹੈਲਥ ਦੇ ਨਾਲ ਲਿੰਕਡ ਹੈ। ਠੀਕ ਹੈ, ਔਰ ਇੱਕ ਚੀਜ਼ ਜਿਹੜੀ ਕੰਸੈਪਟ ਸਾਨੂੰ ਸਮਝਣ ਦੀ ਜ਼ਰੂਰਤ ਹੈ, ਅੱਜ ਕੱਲ੍ਹ ਵਨ ਹੈਲਥ ਦੀ ਗੱਲ ਹੋ ਰਹੀ ਹੈ। ਵਨ ਹੈਲਥ ਮੀਨਸ ਕਿ ਜਿਹੜੀ ਹਿਊਮਨ ਹੈਲਥ ਹੈ ਉਹ ਸਾਡੇ ਪਸ਼ੂਆਂ ਦੀ ਹੈਲਥ ਦੇ ਨਾਲ ਵੀ ਲਿੰਕਡ ਹੈ ਔਰ ਪਲਾਂਟ ਔਰ ਐਗਰੀਕਲਚਰ ਹੈਲਥ ਦੇ ਨਾਲ ਵੀ ਲਿੰਕਡ ਹੈ। ਸੋ ਇਹ ਵਨ ਹੈਲਥ ਦੇ ਉੱਪਰ ਸਾਨੂੰ ਫੋਕਸ ਕਰਨਾ ਚਾਹੀਦਾ ਹੈ, ਜਿਹਦੇ ਵਿੱਚ ਅਸੀਂ ਇੱਕ ਹੋਲਿਸਟਿਕ ਅਪਰੋਚ ਲਈਏ ਕਿ ਹਿਊਮਨ, ਵੈਟਨਰੀ ਔਰ ਜੋ ਪਲਾਂਟ ਔਰ ਜੋ ਐਗਰੀਕਲਚਰ ਹੈ ਇਹਨੂੰ ਫੋਕਸ ਜਿਹੜਾ ਹੈ ਸਾਨੂੰ ਕਰਨ ਦੀ ਜ਼ਰੂਰਤ ਹੈ। ਦੂਸਰਾ ਇਹ ਹੈ ਕਿ ਕੋਈ ਵੀ ਕੰਮ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ, ਜੋ ਪਬਲਿਕ ਹੈਲਥ ਨੂੰ ਜਦੀ ਤੁਸੀਂ ਪਾਲਿਸੀਜ਼ ਨੂੰ ਸਟਰੈਂਥਨ ਨਹੀਂ ਕਰੋਗੇ ਉਹਦੇ ਨਾਲ ਗੱਲ ਨਹੀਂ। ਤੇ ਇਸ ਕਰਕੇ ਜੋ ਪਰਸੈਂਟੇਜ ਐਲੋਕੇਸ਼ਨ ਫॉर ਹੈਲਥ ਜੋ ਹੈ ਉਹ ਇਨਕਰੀਜ਼ ਹੋਣਾ ਚਾਹੀਦਾ ਹੈ, ਔਰ ਉਹਦੇ ਵਿੱਚ ਜਿਹੜਾ ਪ੍ਰੀਵੈਂਟਿਵ ਐਸਪੈਕਟ ਹੈ ਜਿਹੜੀ ਅਸੀਂ 5% ਦੀ ਗੱਲ ਕਰ ਰਹੇ ਹਾਂ ਉਹ ਹੋਣੀ ਚਾਹੀਦੀ ਹੈ। ਤੀਸਰੀ ਚੀਜ਼ ਜੋ ਹੈ ਆਰਗੈਨਿਕ ਫਾਰਮਿੰਗ ਜੋ ਹੈ ਉਹਨੂੰ ਸਿਸਟੇਮੈਟਿਕ ਵੇ ਨਾਲ ਪ੍ਰਮੋਟ ਕੀਤਾ ਜਾਏ, ਔਰ ਜਿਹੜੀਆਂ ਸੰਸਥਾਵਾਂ ਇਹਨਾਂ ਵਿੱਚ ਕੰਮ ਕਰ ਰਹੀਆਂ ਉਹਨਾਂ ਨੂੰ ਇਨਸੈਂਟੀਵਾਈਜ਼ ਕੀਤਾ ਜਾਏ, ਉਹਨਾਂ ਨੂੰ ਇਨਾਮ ਦਿੱਤਾ ਜਾਏ, ਉਹਨਾਂ ਦੀ ਫਾਈਨੈਂਸ਼ੀਅਲ ਏਡ ਦਿੱਤੀ ਜਾਏ। ਔਰ ਲਾਸਟ ਵਾਲੀ ਚੀਜ਼ ਜਿਹੜੀ ਮੈਂ ਕਹਾਂਗਾ, ਅਸੀਂ ਪੰਜਾਬ ਦੇ ਵਿੱਚ 131 ਰੀਹੈਬ ਸੈਂਟਰ, ਡਰੱਗ ਰੀਹੈਬ ਸੈਂਟਰ, 22 ਡਰੱਗ ਡੀਡਿਕਸ਼ਨ ਸੈਂਟਰ ਤੇ 5 ਮਾਡਲ ਡਰੱਗ ਡੀਡਿਕਸ਼ਨ ਸੈਂਟਰ ਬਣਾਤੇ, ਪੂਰੇ ਸਟੇਟ ਨੂੰ ਡਰੱਗ ਡੀਡਿਕਸ਼ਨ ਸੈਂਟਰ ਨਾਲ ਭਰਤਾ। ਉਹਦੇ ਵਿੱਚ ਕੀ ਹੈ ਕਿ ਇੱਥੇ ਵੀ ਅਸੀਂ ਪ੍ਰੀਵੈਂਟਿਵ ਐਸਪੈਕਟ ਨੂੰ ਕੋਈ ਧਿਆਨ 'ਚ ਨਹੀਂ ਰੱਖਿਆ। ਅਸੀਂ ਹਸਪਤਾਲ ਬਣਾਤੇ ਕਿ ਭਾਈ ਤੁਸੀਂ ਡਰੱਗ ਐਡਿਕਟ ਬਣੋ ਤੇ ਫਿਰ ਹਸਪਤਾਲ 'ਚ ਆਓ, ਔਰ ਹਸਪਤਾਲ ਦੇ ਬਾਹਰ ਹੀ ਤੁਹਾਨੂੰ ਪੁੜੀ ਦੁਬਾਰਾ ਫਿਰ ਮਿਲ ਜਾਂਦੀ ਹੈ। ਠੀਕ ਹੈ, ਤੁਹਾਨੂੰ ਪਤਾ ਹੈ ਕਾਫੀ ਜਗ੍ਹਾ ਇਹ ਹੈ ਕਿ ਹਸਪਤਾਲ ਦੇ ਬਾਹਰ ਹੀ ਉਹ ਹੈਲਥ ਸਟਾਫ ਜਾਂ ਕੋਈ ਹੋਰ ਸਟਾਫ ਜੋ ਹੈ ਪੁੜੀ ਉੱਥੇ ਬਣ ਜਾਂਦਾ। ਤੇ ਇਹ ਜਿਹੜਾ ਡਰੱਗ ਅਬਿਊਜ਼ ਦਾ ਵੀ ਜਿਹੜਾ ਮਾਡਲ ਹੈ ਪੰਜਾਬ ਦਾ, ਇਹ ਟ੍ਰੀਟਮੈਂਟ ਬੇਸਡ ਹੈ। ਇਹਦੇ ਵਿੱਚ ਪ੍ਰੀਵੈਂਟਿਵ ਐਸਪੈਕਟ ਜੋ ਹੈ ਜਿਹਦੇ ਵਿੱਚ ਸਪਲਾਈ ਰਿਡਕਸ਼ਨ, ਡਿਮਾਂਡ ਰਿਡਕਸ਼ਨ, ਹਾਰਮ ਰਿਡਕਸ਼ਨ, ਤਿੰਨੋਂ ਚੀਜ਼ਾਂ ਹੋਣੀ ਚਾਹੀਦੀਆਂ ਹੈਗੀਆਂ, ਇਹ ਇੰਪਲੀਮੈਂਟ ਹੋਣਾ ਚਾਹੀਦਾ ਹੈ। ਮੈਂ ਇਹੀ 4-5 ਚੀਜ਼ਾਂ ਦੇ ਉੱਪਰ ਜੇ ਅਸੀਂ ਫੋਕਸ ਕਰਦੇ ਹਾਂ। ਔਰ ਲਾਸਟਲੀ ਜੋ ਹੈ ਐਗਰੀਕਲਚਰ ਯੂਨੀਵਰਸਿਟੀ ਲਈ ਅਸੀਂ ਮੈਂਡੇਟਰੀ ਕਰੀਏ ਕਿ ਭਾਈ ਰਿਸਰਚ ਜਿਹੜੀ ਹੈ, ਤੁਸੀਂ ਵੀ ਹੁਣ ICAR ਦੀ ਕਮੇਟੀ ਦੇ ਮੇਰੇ ਖਿਆਲ ਮੈਂਬਰ ਬਣੇ ਹੋ, ਗਵਰਨਿੰਗ ਬੋਡੀ ਦੇ, ਤੁਸੀਂ ਉੱਥੇ ਜਾ ਕੇ ਚੰਗਾ ਕਿਉਂ ਨਹੀਂ ਕੱਢਦੇ, ਉੱਥੇ ਜਾ ਕੇ ਕਿ ਭਾਈ ਇਹ ਜੋ ਹੈ ਇੰਨੇ % ਬਜਟ ਮੈਂਡੇਟਰੀ ਕਰ ਦਿਓ। ਕਰਾਂਗੇ ਗੱਲ, ਕਰਾਂਗੇ, ਦੇਖਦੇ। ਠੀਕ ਹੈ, ਬਿਲਕੁਲ। ਆਹ ਚੀਜ਼ਾਂ ਜਿਹੜੀਆਂ 4-5 ਚੀਜ਼ਾਂ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਹੈ। ਸਚਿਨ ਜੀ, ਹਾਂਜੀ, ਕੰਕਲੂਡਿੰਗ ਰਿਮਾਰਕਸ। ਹਾਂਜੀ ਅਮਰਿੰਦਰ ਜੀ, ਆਪਾਂ ਬਹੁਤ ਪੁਆਇੰਟਸ ਡਿਸਕਸ ਕੀਤੇ ਹੈ। ਇੱਕ ਪੁਆਇੰਟ ਜਿਹੜਾ ਚੀਜ਼ ਨਹੀਂ ਗੱਲ ਹੋਈ ਹੈ ਉਹ ਹੈਗੀ ਸੋਲਰ ਪਾਵਰ। ਤੇ ਆਪਣੀ ਸੈਂਟਰ ਵੱਲੋਂ ਇਸ ਵੇਲੇ ਬਹੁਤ ਪੁਸ਼ ਹੈ ਸੋਲਰ ਪਾਵਰ ਦਾ, ਤਾਂ ਅਸੀਂ ਚਾਹਾਂਗੇ ਕਿ ਪੰਜਾਬ ਗਵਰਨਮੈਂਟ ਵੀ ਸੋਲਰ ਪਾਵਰ ਨੂੰ ਬਹੁਤ ਜ਼ਿਆਦਾ ਅੱਗੇ ਲੈ ਕੇ ਜਾਵੇ। ਪੰਜਾਬ 'ਚ ਕੋਈ 10.5 ਤੋਂ 11 ਮਹੀਨੇ ਬਹੁਤ ਵਧੀਆ ਸਨਸ਼ਾਈਨ ਹੈ, ਬਹੁਤ ਧੁੱਪ ਨਿਕਲਦੀ ਹੈ, ਕੁਝ ਧੁੰਦ ਦੇ ਬਾਰਿਸ਼ ਦੇ ਦਿਨ ਛੱਡ ਦੋ। ਤੇ ਸੋਲਰ ਪਾਵਰ ਨੂੰ ਜੇ ਪੁਸ਼ ਕਰੀਏ, ਸੋ ਰੀਨਿਊਏਬਲ ਸੋਰਸਿਸ ਆਫ એનર્ਜੀ ਨੂੰ ਜੇ ਆਪਾਂ ਬੜਾਵਾ ਦੇਵਾਂਗੇ, ਉਹਦੇ ਨਾਲ ਬਹੁਤ ਜ਼ਿਆਦਾ ਆਪਣਾ ਵਾਟਰ ਟੇਬਲ 'ਚ ਵੀ ਫਾਇਦਾ ਹੋਏਗਾ, ਕਈ ਚੀਜ਼ਾਂ 'ਚ। ਜੀ ਤੁਸੀਂ ਹੁਣ ਜਰਾ ਹੈਲਥ ਏਜੰਡੇ ਤੇ ਕੰਕਲੂਡਿੰਗ ਰਿਮਾਰਕਸ ਸਦਾ ਹੈਲਥ ਤੇ ਆਓ, ਬਸ ਖਤਮ ਕਰਨਾ ਪ੍ਰੋਗਰਾਮ। ਸੋ ਪੁਸ਼ ਫॉर ਇੱਕ ਤਾਂ ਹੈਲਥ ਤੇ ਸਪੈਂਡਿੰਗ ਮਤਲਬ ਮਲਟੀਫੋਲਡ, ਕੋਈ 5-7 ਗੁਣਾ ਵਧਾਣੀ ਪੈਣੀ ਹੈ। ਇਹਨਾਂ ਥੋੜਾ ਜਿਹਾ 1 ਤੋਂ 2% ਨਾਲ ਵੀ ਮੇਰੇ ਹਿਸਾਬ ਨਾਲ ਕੰਮ ਨਹੀਂ ਚੱਲਣਾ ਹੈਗਾ, ਐਟਲੀਸਟ 5% ਤੱਕ ਲੈ ਕੇ ਜਾਈਏ। ਤੇ ਕੈਮੀਕਲ ਨੂੰ ਜਿਹੜਾ ਉਹਨੂੰ ਬੈਨ ਕਰ ਸਕਦੇ, ਉਹਨਾਂ ਨੂੰ ਇਮੀਡੀਏਟਲੀ ਆਪਾਂ ਹਾਰਮਫੁਲ ਚੀਜ਼ਾਂ ਨੂੰ ਬੈਨਿੰਗ ਕਰਨਾ ਹੈ। ਗਵਰਨਮੈਂਟ ਤੋਂ ਹੀ ਆਣਾ ਜਿਹੜਾ ਬੈਨ ਕਰਨਾ ਹੈ, ਇਹ ਲੋਕਾਂ ਨੇ ਨਹੀਂ ਕਰਨਾ ਬੈਨ, ਇਹ ਗਵਰਨਮੈਂਟ ਦਾ ਹੀ ਕੰਮ ਹੈ। ਪਲੱਸ ਟ੍ਰੇਨਿੰਗ ਆਫ ਹੈਲਥ ਕੇਅਰ ਵਰਕਰਸ ਫॉर ਪ੍ਰੀਵੈਂਟਿਵ ਐਸਪੈਕਟਸ, ਇਹ ਟ੍ਰੇਨਿੰਗ ਨੂੰ ਇਮੀਡੀਏਟਲੀ ਇਸ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾਵੇ। ਤੇ ਆਫ ਕੋਰਸ ਫਾਰਮਰ ਕਮਿਊਨਿਟੀ ਨੂੰ ਵੀ
ਕਿਹਾ ਜਾਵੇ ਕਿ ਆਪਣਾ ਕੈਮੀਕਲਸ ਦਾ ਯੂਜ਼ ਬੰਦ ਕੀਤੇ, ਉਹਦੀ ਡਿਮਾਂਡ ਖਤਮ ਹੋਏਗੀ ਤਾਂ ਮਾਰਕੀਟ ਵੀ ਬੰਦ ਹੋਏਗੀ ਉਸਦੀ। ਜੀ ਓਕੇ ਜੀਪੀਐਸ ਸਿੰਘ ਜੀ ਕੰਕਲੂਡਿੰਗ ਰਿਮਾਰਕ ਪੋਲੀਟੀਕਲ ਪਾਰਟੀਆਂ ਨੂੰ ਮੈਸੇਜ ਦਿੰਦੇ ਹੋਏ ਤੁਸੀਂ ਇਸ ਗੱਲ ਨੂੰ ਖਤਮ ਕਰੋ ਜਰਾ। मैं जो भी 5 पॉइंट डॉक्टर ठाकुर ने प्रपोज किए हैं मैं उन्होंने पूरी तरह एंडोर्स करदा, जिहदे विच मैं दोबारा बोल देना, एक तो रिकॉग्निशन ऑफ health issues in Punjab, health as a priority, health crisis as a priority must be recognized by the political parties, ਇਹਦੇ due cognizance ਲਈ ਜਾਏ। दूसरी है मैनेजमेंट ऑफ वाटर पोल्यूशन एंड मैनेजमेंट ऑफ वेस्ट वाटर, ਇਹਦੇ ਕਾਫੀ ਸਟੱਡੀਜ਼ ਡੇਟਾ ਵਗੈਰਾ ਸਭ ਕੁਝ ਹੈਗਾ, ਉਹਦੇ ਵਾਸਤੇ ਮੈਨੇਜਮੈਂਟ ਪਾਲਿਸੀਜ਼ ਬਣਾਈਆਂ ਜਾਣ, ਜਿਹੜੀਆਂ ਏਜੰਸੀਜ਼ ਹੈਗੀਆਂ ਮੋਨੀਟਰਿੰਗ ਏਜੰਸੀਜ਼ ਐਜ਼ ਵੈਲ ਐਜ਼ ਕੰਟਰੋਲਿੰਗ ਏਜੰਸੀਜ਼, ਉਹਨਾਂ ਦਾ ਸਕੋਪ ਤੇ ਪਾਵਰਸ ਵਧਾਈਆਂ ਜਾਣ। ਫॉर एग्जांपल ਜਿਵੇਂ USA ਦੇ ਵਿੱਚ there is a much bigger umbrella organization known as Environmental Protection Agency EPA, ਅਸੀਂ ਅਜੇ ਵੀ ਪੋਲੂਸ਼ਨ ਕੰਟਰੋਲ ਤੇ ਹੀ ਰੌਲਾ ਪਾਈ ਜਾਂਦੇ ਆ। ਦਿਸ ਇਜ਼ ਮਚ ਮੋਰ ਟੂ এনवायरमेंट ਪ੍ਰੋਟੈਕਸ਼ਨ ਦੈਨ ਓਨਲੀ ਪ੍ਰੀਵੈਂਸ਼ਨ ਆਫ ਪੋਲੂਸ਼ਨ। ਸੋ ਇਹਦੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਕੁਝ ਸਕੋਪ ਵੀ ਵਧਾਇਆ ਜਾਏ ਤੇ ਪਾਵਰਸ ਵੀ ਵਧਾਈਆਂ ਜਾਣ, ਤੇ ਜਿੰਨੇ ਵੀ ਵਿਲੇਜ ਪੌਂਡਸ ਹੈ ਇਹਦੇ ਵਿੱਚ ਇਹਨਾਂ ਨੂੰ ਔਨ ਪ੍ਰਾਇੋਰਿਟੀ ਰਿਵਾਈਵ ਕੀਤਾ ਜਾਏ, ਵਿਚ ਇਜ਼ ਅ ਵੈਰੀ ਇੰਪੋਰਟੈਂਟ ਲੋਕਲ ਮੇਜਰ। ਸੋਇਲ ਹੈਲਥ ਨੂੰ ਇੰਪਰੂਵ ਕਰਨਾ should be the priority। मैं endorse कर रहा डॉक्टर ठाकुर जो कह रहे हैं, we are closely integrated with soil health, तो soil health ਨੂੰ improve ਕੀਤਾ ਜਾਏ, which means we should promote the natural farming techniques। मैं ਇਹਦੇ ਚ ਇੱਕ ਪੁਆਇੰਟ ਐਡ ਕਰਨਾ ਚਾਹਨਾ, ਜਿਵੇਂ ਡਾਕਟਰ ਠਾਕੁਰ ਨੇ ਕਿਹਾ ਹੁਣ ਤੱਕ ਅਸੀਂ ਜਿਹੜਾ ਮਾਡਲ ਦੇਖਿਆ ਹੈ ਬੜਾ ਪੇਨਫੁਲ ਹੈ ਕਿ ਜਿੰਨੀ ਵੀ ਸਬਸਿਡੀ ਸਰਕਾਰ ਦਿੰਦੀ ਹੈ ਐਗਰੀਕਲਚਰ ਹੈਲਥ ਦੇ ਨਾਂ ਤੇ ਜਾਂ ਐਗਰੀਕਲਚਰ ਦੇ ਨਾਂ ਤੇ, that is all going on for subsidizing chemical pesticides and chemical fertilizers। Why don't we reorient our subsidies and incentivize the organic farming produce? ਜਿਹੜੀ ਅਸੀਂ ਸਬਸਿਡੀ ਪੈਸਟੀਸਾਈਡ ਨੂੰ ਦੇਣੀ ਹੈ, ਫਰਟੀਲਾਈਜ਼ਰ ਨੂੰ ਦੇਣੀ ਹੈ, ਉਹੀ ਉਹਦੀ ਜਾਂ ਇਕੁਇਵਲੈਂਟ ਸਬਸਿਡੀ ਅਸੀਂ ਆਰਗੈਨਿਕ ਪ੍ਰੋਡਿਊਸਰ ਨੂੰ ਦਈਏ ਕਿ ਉਹਦੀ ਕ੍ਰੌਪ ਜੇ ਮਹਿੰਗੀ ਵਿਕਦੀ ਹੈ ਤਾਂ ਉਹਨੂੰ ਸਬਸਿਡਾਈਜ਼ ਕਰੀਏ, ਉਹਦੀ ਮਾਰਕੀਟਿੰਗ ਉਹਦੀ ਵਧਾਈਏ, ਉਹਨੂੰ ਸਬਸਿਡਾਈਜ਼ ਕਰੀਏ ਅਸੀਂ ਆਰਗੈਨਿਕ ਫਾਰਮਿੰਗ ਨੂੰ, ਤਾਂ ਇਹੀ ਹੋਏਗਾ ਰਾਦਰ ਦੈਨ ਸਬਸਿਡਾਈਜ਼ਿੰਗ ਦੀ ਕੈਮੀਕਲਸ। ਹੈਲਥ ਬਜਟ ਨੂੰ ਐਨਹਾਂਸ ਕਰਨਾ ਬਹੁਤ ਜ਼ਰੂਰੀ ਹੈ। 5% ਆਫ ਦੀ ਸਟੇਟ GDP, ਹਾਲਾਂਕਿ ਥੋੜਾ ਜਿਹਾ ਯੂਟੋਪੀਅਨ ਲੱਗਦਾ ਹੈ, ਪਰ ਜੇ ਹੋ ਜਾਵੇ ਤਾਂ ਦੇयर इज ਨਥਿੰਗ ਲਾਈਕ ਇਟ, ਬਟ ਵੀ ਮਸਟ ਪੁਸ਼ ਫਾਰ ਹਾਇਰ ਐਲੋਕੇਸ਼ਨ ਆਫ ਬਜਟ, ਜਿਹਦੇ ਵਿੱਚੋਂ ਘੱਟੋ ਘੱਟ 50% ਬਜਟ ਆਫ ਦੀ ਟੋਟਲ ਹੈਲਥ ਬਜਟ ਸ਼ੁੱਡ ਬੀ ਔਨ ਪ੍ਰੀਵੈਂਟਿਵ ਹੈਲਥ ਕੇਅਰ, not only building hospitals and treatment facilities and putting latest expensive diagnostic and treatment machines, but preventive care ਵਾਸਤੇ ਪੈਸਾ ਉਹਦੇ ਚੋਂ 50% ਕੀਤਾ ਜਾਏ। then drug abuse ਵਾਸਤੇ ਜਿਹੜੀਆਂ ਪਾਲਿਸੀਜ਼ ਹੈ ਸਾਰੀਆਂ ਦੀਆਂ ਸਾਰੀਆਂ ਸਟਰੈਂਥਨ ਕਰਨੀਆਂ ਜ਼ਰੂਰੀ ਹੈ, ਪ੍ਰੀਵੈਂਟਿਵ ਐਸਪੈਕਟ ਉੱਪਰ ਐਮਫੈਸਿਸ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਅਸੀਂ ਐਂਡ ਲਾਸਟ ਪੁਆਇੰਟ ਜਿਹੜਾ ਮੇਰੇ ਵੱਲੋਂ ਹੈ ਕਿ ਅਸੀਂ ਹੋਲਿਸਟਿਕ ਅਪਰੋਚ ਰੱਖੀਏ ਜਿਹਦੇ ਵਿੱਚ ਸਾਰੀਆਂ ਗੱਲਾਂ ਆਉਣ, ਤੇ ਜਿਹੜੀਆਂ NGOs ਤੇ ਜਿਹੜੀਆਂ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਜਿਹੜੀਆਂ ਇਹਨਾਂ ਸਾਰੇ ਮੁੱਦਿਆਂ ਤੇ ਕੰਮ ਕਰ ਰਹੀਆਂ ਉਹਨਾਂ ਨੂੰ ਇਨਸੈਂਟੀਵਾਈਜ਼ ਕੀਤਾ ਜਾਏ ਤੇ ਸਪੋਰਟ ਕੀਤਾ ਜਾਏ। ਇਹ ਮੇਰੇ ਪੁਆਇੰਟ ਸੀ। ਹਾਂ, ਆਪਾਂ ਇਸ ਤੋਂ ਪਹਿਲੇ ਕਿ ਆਜ਼ਾਦ ਸਾਹਿਬ ਨੂੰ ਵਾਈਂਡ ਅਪ ਕਰਨ, ਕਮਲਜੀਤ ਹੇਰ ਜੀ ਦਾ ਕਮੈਂਟ, ਜ਼ਬਰਦਸਤ ਕਮੈਂਟ ਆਇਆ ਕਿ ਜਦੋਂ ਦੇਸ਼ ਦੀ ਰਾਜਨੀਤਿਕ ਜਮਾਤ ਹੱਦ ਦਰਜੇ ਦੀ ਬੇਗੈਰਤ, ਬੇਈਮਾਨ ਅਤੇ ਬੇਸ਼ਰਮ ਹੋ ਚੁੱਕੀ ਹੋਵੇ, ਕੁਰਸੀ ਤੇ ਕਾਬਜ ਹੋਣ ਲਈ ਕੱਪੜਿਆਂ ਵਾਂਗਰ ਪਾਰਟੀਆਂ ਬਦਲਣ ਵਿੱਚ ਜਰਾ ਜਿੰਨੀ ਵੀ ਸ਼ਰਮ ਨਾ ਹੋਵੇ, ਤਾਂ ਇਸ ਵਰਤਾਰੇ ਵਿੱਚ ਅਸੀਂ ਵੀ ਘੱਟ ਗੁਨਾਹਗਾਰ ਨਹੀਂ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਤਾਰੰਗਵਾਲਾ ਵਿਖੇ ਹਰ ਹਫ਼ਤੇ ਕੈਂਸਰ ਨਾਲ ਇੱਕ ਮੌਤ ਹੋ ਰਹੀ ਹੈ। ਮੰਦਬੁੱਧੀ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਰ ਰਾਜਨੀਤਿਕ ਜਮਾਤ ਕੋਲੋਂ ਸਾਡੀਆਂ ਤਰਜੀਹਾਂ ਸ਼ੁੱਧ ਵਾਤਾਵਰਣ ਦੀ ਬਜਾਏ ਗਲੀਆਂ ਨਾਲੀਆਂ ਅਤੇ ਇੰਟਰਲੋਕ ਟਾਈਲਾਂ ਹਨ। ਮੌਤਾਂ ਵੰਡ ਰਿਹਾ ਬੁੱਢਾ ਨਾਲਾ ਕਿਤੇ ਵੀ ਚਰਚਾ ਵਿੱਚ ਨਹੀਂ। ਸਾਨੂੰ ਹੁਣ ਤੱਕ ਸਿਖਾਇਆ ਹੀ ਇਹ ਗਿਆ ਹੈ ਕਿ ਸਿਹਤ ਦੀ ਗੱਲ ਕਰਨੀ ਹੈ ਤਾਂ ਹਸਪਤਾਲ ਦੀ ਮੰਗ ਕਰੋ। ਤੰਦਰੁਸਤ ਸਿਹਤ ਹਸਪਤਾਲਾਂ ਚੋਂ ਨਹੀਂ, ਸ਼ੁੱਧ ਹਵਾ, ਪਾਣੀ ਅਤੇ ਵਾਤਾਵਰਣ ਚੋਂ ਨਿਕਲਣੀ ਹੈ। ਆਓ ਇਹਨਾਂ ਰਾਜਨੀਤਿਕ ਲੋਕਾਂ ਕੋਲੋਂ ਜ਼ਿੰਦਗੀ ਦੀ ਮੰਗ ਕਰੀਏ। ਜੇ ਜ਼ਿੰਦਗੀ ਰਹੀ
ਫਿਰ ਹੀ ਇਸ ਵਿਕਾਸ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਹ ਸਾਡੇ ਕਮਲਜੀਤ ਹੀਰ ਜੀ ਨੇ ਜ਼ਬਰਦਸਤ ਗੱਲ ਕਮੈਂਟ ਦਿੱਤਾ ਹੈ। ਸਾਡੇ ਗੁਰਵਿੰਦਰ ਸਿੰਘ ਬਾਜਵਾ ਜੀ ਗੁਰਦਾਸਪੁਰ ਤੋਂ ਕਹਿ ਰਹੇ ਨੇ ਕਿ ਸਿੱਖ ਸਿੱਖਿਆ ਤੇ ਵਾਤਾਵਰਣ ਸਾਰੀ ਪਾਰਟੀਆਂ ਦੇ ਏਜੰਡੇ ਤੇ ਹੀ ਨਹੀਂ ਹੈ, ਚਿੰਤਕਾਂ ਨੂੰ ਬਹੁਤ ਤਗੜੇ ਹੋਣਾ ਪਵੇਗਾ। ਬਿਲਕੁਲ, ਔਰ ਬਹੁਤ ਵਧੀਆ ਉਪਰਾਲਾ ਵੀ ਕਿਹਾ ਗਿਆ ਹੈ। ਸਾਡੇ YouTube ਤੇ ਵੀ ਜਿਹੜੇ ਬੂਟਾ ਸਿੰਘ ਧੀਰਾ ਪਤਰਾ ਜੀ ਲਗਾਤਾਰ ਕਹਿੰਦੇ ਨੇ ਕਿ ਆਰਗੈਨਿਕ ਫਾਰਮਿੰਗ ਨੂੰ ਵਧਾਉਣ ਦੀ ਲੋੜ ਹੈ। ਸਹੀ ਗੱਲ ਹੈ, ਔਰ ਪੋਲੀਟੀਕਲ ਪਾਰਟੀਆਂ ਤੋਂ ਸਾਰੇ ਨਿਰਾਸ਼ ਨੇ। ਅੱਛਾ, ਮੈਨੂੰ ਮੈਂ ਗੱਲ ਕਹਾਂਗਾ, ਪੋਲੀਟੀਕਲ ਪਾਰਟੀਆਂ ਤੋਂ ਸਾਰੇ ਲੋਕ ਨਿਰਾਸ਼ ਨੇ, ਗਾਲਾਂ ਵੀ ਕੱਢ ਰਹੇ ਨੇ। ਇਹ ਵੀ ਲੋਕਤੰਤਰ ਤੇ ਇੱਕ ਬੜਾ ਖਤਰਨਾਕ ਮਾਮਲਾ ਇੱਕ ਵਰਤਾਇਆ ਜਾ ਰਿਹਾ। ਔਰ ਵਿਕਾਸ ਗੋਇਲ ਜੀ ਕਹਿ ਰਹੇ ਨੇ ਕਿ ਕੀ ਕਹਿੰਦੇ, ਚਲੋ ਮਤਲਬ ਜਿਹੜੀ ਗੱਲਾਂ ਕਹਿ ਰਹੇ ਨੇ ਕਿ ਮੇਰੇ ਵਰਗੇ ਤਾਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਹੈਲਥ ਲਈ ਸਿਰਫ ਦਿਖਾਵੇ ਲਈ ਇੰਨੇ ਡਿਪਾਰਟਮੈਂਟ ਹੁੰਦੇ ਨੇ। ਇਹ ਗੱਲ ਬਿਲਕੁਲ ਠੀਕ ਹੈ ਜੀ। ਸੋ ਮੈਨੂੰ ਲੱਗਦਾ ਹੈ ਕਿ तमाम ਸਾਥੀ ਜਿਹੜੇ ਜੁੜੇ, ਸਾਡੇ ਗੁਰਚਰਨ ਨੂਰਪੁਰ ਜੀ ਦਾ ਕਮੈਂਟ ਹੈਗਾ ਕਿ डिस्कशन तो यह पता चलता है कि पंजाब का भला चाहने वाले बहुत सारे लोग हैं, पर वो इकट्ठे नहीं। हुण समा आ गया, सानू सारियां नू इकट्ठे होना पवेगा। गुरचरण सिंह नूरपुर जीरा। उमिंदर जी जस्ट बहुत साथियों ने कमेंट किए ने। और हाँ जी सचिन जी, कुछ कहना? उमिंदर जी बस एक लाइन बोलनी सी कि बड़े दुख दी ते शर्म दी गल है, मैनू तां कोई पंजाब च चंगे लीडर नहीं दिखदे हैगे पॉलिटिकल। ये बहुत दुर पा गया पंजाब दा कि आने वाले समय लिए कौन लीड करेगा, किसी भी पार्टी च नहीं दिखते। ठीक है, ठीक है, मैं 100% सहमत हाँ। आजाद साहब, चर्चा ਨੂੰ समाप्त किया जाए जी। ਜਿਹੜੀ ਹੈ ਜਿਹੜੇ ਸਾਡੇ 3 ਇਹ ਗਾਈਡ ਨੇ ਸਾਡੇ ਵਾਸਤੇ, ਖੇਤੀ ਵਿਰਾਸਤ ਮਿਸ਼ਨ ਨੇ ਜੋ ਅੱਜ ਆਇਆ ਤੇ ਬਹੁਤ ਸਾਰੇ ਮੁੱਦੇ ਆਪਾਂ ਨੇ ਲੈ ਹੋਏ। ਸਾਡੇ ਜਿਹੜੇ ਬਹੁਤ ਸਾਡੇ ਜਿਹਨੂੰ ਕਹਿੰਦੇ ਆ ਸਾਡੇ ਗਾਈਡ ਕੰਮ ਕਰਦੇ, ਅਸੀਂ ਇਹਨਾਂ ਨੂੰ ਬੇਨਤੀ ਵੀ ਕਰਨੀ ਚਾਹੀਦੀ ਆਪਾਂ ਨੂੰ ਥੋੜਾ ਜਿਹਾ ਸਾਡੇ ਨਾਲ ਫ੍ਰੀਕੁਐਂਟਲੀ ਇੰਟਰੈਕਸ਼ਨ 'ਚ ਰਹਿਣ, ਤਾਂ ਕਿ ਜਿਹੜਾ ਖੇਤੀ ਵਿਰਾਸਤ ਆਪਣਾ ਰੋਲ ਨਿਭਾ ਬਹੁਤ ਵਧੀਆ ਰੋਲ ਕਿ ਅਸੀਂ ਪੰਜਾਬ ਦੇ ਅੰਦਰ ਇੱਕ ਐਸੀ ਦਲੇਰ ਦਾ ਲੀਡਰ ਬਣ ਕੇ ਰਹੀਏ ਜਿੱਥੇ ਕਿ ਲੋਕ ਜਿਹੜੇ ਨੇ ਉਹ ਵਧੀਆ ਦਿਸ਼ਾ ਵੱਲ ਵੱਧ ਸਕਣ, ਕਿਉਂਕਿ ਹਾਲਾਤ ਜਿਹੜੇ ਬਹੁਤ ਮਾੜੇ ਨੇ, ਬਹੁਤ ਮਾੜੇ ਨਹੀਂ, ਬਹੁਤ ਖਤਰਨਾਕ ਨੇ, ਬਹੁਤ ਖਤਰਨਾਕ ਹਾਲਾਤ ਨੇ। ਔਰ ਸਾਡਾ ਫਰਜ਼ ਵੀ ਬਣਦਾ ਕਿ ਆਪਾਂ ਇਹੋ ਜਿਹੇ ਖਤਰਨਾਕ ਹਾਲਾਤ ਦੇ ਅੰਦਰ ਆਪਣਾ ਬਣਦਾ ਰੋਲ ਨਿਭਾਈਏ। ਔਰ ਮੇਰੀ ਸਾਰਿਆਂ ਨੂੰ, ਡਾਕਟਰ GPS ਸਿੰਘ ਨੂੰ, ਡਾਕਟਰ ਠਾਕਰ ਨੂੰ, ਡਾਕਟਰ ਸਚਿਨ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਜ਼ਿਆਦਾ ਤਾਲਮੇਲ 'ਚ ਰਹਿਣ ਦੀ ਲਈ ਕੁਛ ਸਮਾਂ ਕੱਢੋ, ਤਾਂ ਕਿ ਆਪਾਂ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ ਤੇ ਜੋ ਕੰਮ ਕਰ ਰਹੇ ਹਾਂ ਉਹ ਬਹੁਤ ਹੋਰ ਇਸ ਤੋਂ ਵੱਧ ਇੰਥੂਸੀਆਜ਼ਮ ਨਾਲ, ਇਸ ਤੋਂ ਵੱਧ ਸਿਆਣਪ ਨਾਲ, ਇਸ ਤੋਂ ਵੱਧ ਗਹਿਰਾਈ ਨਾਲ, ਕਿਉਂਕਿ ਜਦ ਤੱਕ ਗਹਿਰਾਈ ਨਹੀਂ ਹੁੰਦੀ ਤੁਹਾਡੀ ਸੋਚ ਦੇ ਅੰਦਰ, ਤੁਹਾਡੇ ਆਈਡੀਆਜ਼ ਅੰਦਰ, ਤਦ ਤੱਕ ਜਿਹੜੀ ਗੱਲ ਆ ਉਹ ਇਫੈਕਟਿਵ ਨਹੀਂ ਹੁੰਦੀ, ਉਹ ਇੰਪਲੀਮੈਂਟ ਨਹੀਂ ਹੁੰਦੀ। ਸੋ ਉਸ ਗਹਿਰਾਈ 'ਚ ਤੁਹਾਡੇ ਵਰਗੇ ਦੋਸਤਾਂ ਦਾ ਬਹੁਤ ਵੱਡਾ ਰੋਲ ਹੈ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਜਿਹੜਾ ਤਾਲਮੇਲ ਹੈ ਉਹ ਜ਼ਿਆਦਾ ਫ੍ਰੀਕੁਐਂਟਲੀ ਰੱਖੋ। ਔਰ ਉਮੀਦਰ ਜੀ ਇਹਨਾਂ ਦੋਸਤਾਂ ਨੂੰ ਬੇਨਤੀ ਕਰਦੇ ਰਹੀਏ ਆਪਾਂ ਕਿ ਆਪਾਂ ਲਗਾਤਾਰ ਬਹੁਤ ਵਧੀਆ ਅੱਜ ਡਿਸਕਸ਼ਨ ਹੋਈ ਹੈ। ਮੈਂ ਸਮਝਦਾ ਕਿ ਇਹਦੇ ਅੰਦਰ ਅਸੀਂ ਇੰਪਰੂਵ ਕਰਾਂਗੇ ਖੇਤੀ ਵਿਰਾਸਤ ਮਿਸ਼ਨ ਦੇ ਕੰਮ ਨੂੰ। ਔਰ ਇਹ 'ਚ ਮੈਂ ਇੱਕ ਗੱਲ ਹੀ ਬਸ ਥੋੜ੍ਹੀ ਜਿਹੀ ਐਡ ਕਰਨਾ ਚਾਹਾਂਗਾ ਕਿ ਜਿਹੜੀ ਜਨਰਲ ਲੋਕਾਂ ਦੇ ਅੰਦਰ ਜਿਹੜੀਆਂ NGOs ਟਾਈਪ NGOs ਕਹਿ ਲਓ, ਜਾਂ ਮਤਲਬ ਜਿਹੜੀਆਂ ਲੋਕਾਂ ਦੀਆਂ ਆਰਗੇਨਾਈਜੇਸ਼ਨ ਹੁੰਦੀਆਂ ਨੇ ਪ੍ਰੋ ਪੀਪਲ ਰਾਈਟ, ਪਿੰਡ ਦੀ ਸੱਤ ਤੱਕ ਬਹੁਤ ਸਾਰੀਆਂ ਪਿੰਡਾਂ ਦੇ ਅੰਦਰ ਨੌਜਵਾਨ ਸਭਾਵਾਂ ਨੇ, ਬਹੁਤ ਸਾਰੇ ਥਾਵਾਂ ਤੇ ਅਵੇਅਰਨੈਸ ਗਰੁੱਪਸ ਹੈਗੇ ਨੇ ਜਿਹੜੇ ਬਹੁਤ ਸੋਹਣਾ ਕੰਮ ਕਰ ਰਹੇ ਆ। ਅਸੀਂ ਉਹਨਾਂ ਨੂੰ ਜਿਹੜੀ ਇੰਟਰਨੈਟ ਨੈਟਵਰਕਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਆਪਣੇ ਦੋਸਤਾਂ ਨੂੰ ਯਕੀਨ ਦਿਵਾਉਣਾ ਕਿ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇਹ ਅਸੀਂ ਖੇਤੀ ਵਿਰਾਸਤ ਮਿਸ਼ਨ ਦੇ ਰਾਹੀਂ, ਉਸ ਨੈਟਵਰਕਿੰਗ ਦੇ ਰਾਹੀਂ ਰਾਈਟ ਅਪ ਦਾ ਜਿਹਨੂੰ ਕਹਿੰਦੇ ਪਿੰਡ ਦੀ ਗਲੀ ਉਹਦੇ ਚੱਲ ਜਾਣ ਦੀ ਕੋਸ਼ਿਸ਼ ਕਰਾਂਗੇ। ਤਾਂ ਉਹ ਜਿਹੜਾ ਕੰਮ ਹੈ ਮੇਰੇ ਖਿਆਲ 'ਚ ਉਹਦੇ ਵਿੱਚ ਵੀ ਜਿਹੜਾ ਸਾਨੂੰ ਲੋਕ ਜਿਹੜੇ ਨੇ ਅਲਟੀਮੇਟਲੀ ਜਿਹੜੇ ਡਿਸਾਈਡਿੰਗ ਪਾਵਰ ਹੁੰਦੇ ਨੇ, ਲੋਕ ਚੇਤਨਾ ਜਿਹੜੀ ਹੈ ਤੇ ਲੋਕ ਜਥੇਬੰਦੀ ਹੈ, ਚੇਤਨ ਲੋਕ ਜਥੇਬੰਦ ਜਦੋਂ ਹੋ ਜਾਂਦੇ ਨੇ ਤਾਂ ਉਹਨਾਂ ਦੇ ਅੱਗੇ ਫਿਰ ਬਾਕੀ ਗੱਲਾਂ ਜਿਹੜੀਆਂ ਨੇ ਉਹ ਨਹੀਂ ਟੁਕਦੀਆਂ ਹੁੰਦੀਆਂ। ਫਿਰ ਸਰਕਾਰਾਂ ਨੂੰ ਵੀ ਜਿਹੜਾ ਹੈ ਉਹ ਜਿਹੜਾ ਇੰਪਲੀਮੈਂਟ ਕਰਨੀਆਂ ਪੈਂਦੀਆਂ ਨੇ, ਕਿਉਂਕਿ ਇਹ ਸਮਾਂ ਬਹੁਤਾ ਦੂਰ ਨਹੀਂ ਜਦੋਂ ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਕੰਪੈਲ ਕਰਾਂਗੇ ਕਿ ਤੁਸੀਂ ਲੋਕ ਮੁੱਦਿਆਂ ਦੀ ਗੱਲ ਕਰੋ, ਤੁਸੀਂ ਮੁੱਦਿਆਂ ਨੂੰ ਭਟਕਾਓ ਨਾ ਤੇ ਨਕਲੀ ਮੁੱਦੇ ਖੜੇ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਨਾ ਕਰੋ। ਤੇ ਮੇਰੇ ਖਿਆਲ 'ਚ ਉਹ ਸਮਾਂ ਬਹੁਤਾ ਦੂਰ ਨਹੀਂ, ਇੱਕ ਦੀ ਇਲੈਕਸ਼ਨ ਹੋਰ ਇੱਦਾਂ ਲੰਘੇਗੀ
ਤੇ ਇੱਕ ਦੀ ਇਲੈਕਸ਼ਨ ਤੋਂ ਬਾਅਦ ਮੇਰੇ ਖਿਆਲ 'ਚ ਇੱਕ ਸਮਾਂ ਆਉਣ ਵਾਲਾ ਕਿ ਜਿੱਥੇ ਰੀਅਲ ਮੁੱਦਿਆਂ ਦੀ ਗੱਲ ਹੋਇਆ ਕਰੇਗੀ, ਜਿਹੜੇ ਆ ਭਟਕਾਉਣ ਵਾਲੇ ਮੁੱਦੇ ਨੇ ਇਹ ਗਾਇਬ ਹੋ ਜਾਣਗੇ। ਤੇ ਉਹ ਮੁੱਦਿਆਂ ਦੇ ਵਿੱਚ ਸਾਡੇ ਵਰਗੇ ਲੋਕਾਂ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਜੇ ਮੁੱਦਿਆਂ ਨੂੰ ਡਿਫਾਈਨ ਕਰਨਾ, ਗਹਿਰਾਈ 'ਚ ਲੈ ਕੇ ਜਾਣਾ, ਵਿਗਿਆਨਕ ਪੱਧਰ ਤੇ ਲੈ ਕੇ ਜਾਣਾ, ਉਹ ਇੱਕ ਬਹੁਤ ਵੱਡੀ ਗੱਲ ਹੈ ਕਿ ਜੇ ਵਿਗਿਆਨ ਦੀ ਗੱਲ ਗਲੀਆਂ 'ਚ ਆਉਣ ਲੱਗੇ ਪਿੰਡਾਂ ਦੀਆਂ 'ਚ, ਤਾਂ ਹੀ ਸਮਾਜ ਜਿਹੜਾ ਕਿਸੇ ਸਿੱਧੇ ਵੱਲ ਪਾਸੇ ਆਏਗਾ। ਆਪਾਂ ਪੋਲੀਟੀਕਲ ਪਾਰਟੀਆਂ ਤੋਂ ਇਕੱਲਾ ਉਮੀਦ ਨਾ ਕਰੀਏ। ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹੀ ਕੁਝ ਹੁੰਦੇ ਆ ਜੋ ਕੁਝ ਲੋਕਾਂ ਦੀ ਚੇਤਨਾ ਹੁੰਦੀ ਹੈ। ਤੇ ਜੇ ਲੋਕ ਚੇਤਨ ਹੋਣਗੇ ਤਾਂ ਮੈਂ ਸਮਝਦਾ ਕੋਈ ਪੋਲੀਟੀਕਲ ਹੀਰੋ ਵੀ ਪੈਦਾ ਹੋ ਜਾਣਗੇ ਤੇ ਉਹ ਲੀਡਰ ਵੀ ਪੈਦਾ ਹੋਣਗੇ। ਤਾਂ ਪੋਲੀਟੀਕਲ ਪਾਰਟੀਆਂ ਇੱਕ ਲੀਡਰ ਦਾ ਰੋਲ ਪਲੇ ਕਰਨਾ ਹੁੰਦਾ ਇਹਨਾਂ ਨੇ। ਤੇ ਮੈਂ ਸਮਝਦਾ ਕਿ ਲੀਡਰਸ਼ਿਪ ਵੀ ਇਮਰਜ ਕਰੇਗੀ ਤਾਂ ਬਹੁਤ ਜਿਹੜੀ ਹੈ ਉਦਾਸ ਹੋਣ ਦੀ ਲੋੜ ਨਹੀਂ ਹੈ, ਬਹੁਤ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਤਾਂ ਆਉਣ ਵਾਲੇ 5-10 ਸਾਲਾਂ 'ਚ ਸਮਾਂ ਜਿਹੜਾ ਹੈ ਉਹ ਅਸੀਂ ਸੰਭਲਾਂਗੇ। ਔਰ ਜਿਹੜੀ ਹਾਲਾਤ ਜਿਹੜੇ ਨੇ ਉਹ ਐਂ ਲੱਗ ਰਹੇ ਹੈ ਕਿ ਸ਼ਾਇਦ ਹੁਣ ਤਬਾਹੀ ਹੋਏਗੀ, ਐਸਾ ਮੇਰੇ ਖਿਆਲ ਕੁਝ ਨਹੀਂ ਹੋਣ ਵਾਲਾ। ਉਸ ਤਬਾਹੀ ਤੋਂ ਵੈਸੇ ਨਿਕਲਾਂਗੇ ਜ਼ਰੂਰ। थैंक यू सर। साथियों, ਇਹ ਲੜੀ ਚਲਦੀ ਰਹਿਣੀ ਹੈ। ਔਰ ਕੱਲ ਜਿਹੜਾ ਹੈਗਾ ਸਾਡੇ ਨਾਲ ਡਾਕਟਰ ਸੁੱਚਾ ਸਿੰਘ ਗਿੱਲ ਜੁੜ ਰਹੇ ਨੇ ਕੈਨੇਡਾ ਤੋਂ। ਅੱਜ ਕੱਲ੍ਹ ਕੈਨੇਡਾ ਹੁੰਦੇ ਨੇ ਗਿੱਲ ਸਾਹਿਬ, ਔਰ ਨਾਲ ਹੋਣਗੇ ਪ੍ਰੋਫੈਸਰ ਸ਼ੁਭਪ੍ਰੇਮ ਬਰਾੜ। ਮੈਂ ਤੇ ਡਾਕਟਰ ਆਜ਼ਾਦ ਚਰਚਾ ਕਰਾਂਗੇ। ਔਰ ਕੱਲ ਜਿਹੜੀ ਹੈ ਅਸੀਂ ਦੁਬਾਰਾ ਗੱਲ ਕਰਨੀ ਹੈ, ਇਹ ਖਿਆਲ ਰੱਖਿਆ ਜੇ। ਔਰ ਕੱਲ ਦੀ ਇਸ ਚਰਚਾ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਸੁੱਚਾ ਸਿੰਘ ਗਿੱਲ ਜੀ ਤੋਂ ਸਮਝੀਏ ਕੀ ਮੁੱਦੇ ਨੇ, ਕਿਸ ਤਰ੍ਹਾਂ ਦੇ ਮੁੱਦੇ ਨੇ। ਸਾਥੀਓ, ਲਗਾਤਾਰ ਜੁੜੇ ਰਹੋ। ਔਰ ਇਹ ਜਿਹੜਾ ਸਾਡਾ ਪ੍ਰयास ਹੈ, ਹਰ ਰੋਜ਼ ਸਵੇਰੇ 7 ਵਜੇ ਅਸੀਂ ਸ਼ੁਰੂ ਕਰਦੇ ਹਾਂ। ਅੱਜ ਐਤਵਾਰ ਸੀ ਤਾਂ ਇਸ ਕਰਕੇ ਅਸੀਂ ਅੱਜ 2 ਜਿਹੜੇ ਨੇ ਇਹਦਾ ਅੱਧਾ ਘੰਟਾ ਜ਼ਿਆਦਾ ਲੈ ਲਿਆ ਸੀ। ਔਰ ਕੱਲ ਅਸੀਂ ਦੁਬਾਰਾ ਇਸੇ ਗੱਲ ਤੇ ਚਰਚਾ ਕਰਾਂਗੇ ਔਰ ਇਹ ਚਰਚਾ ਚਲਦੀ ਰਹੇਗੀ। ਮੇਰੀ ਬੇਨਤੀ ਹੈ ਤੁਸੀਂ ਖੇਤੀ ਵਿਕਾਸ ਮਿਸ਼ਨ ਦੇ YouTube ਚੈਨਲ ਨੂੰ ਸ਼ੇਅਰ ਕਰਿਆ ਕਰੋ। ਔਰ ਇਹ ਜਿਹੜਾ ਮੈਸੇਜ ਆਉਂਦਾ ਹਰ ਰੋਜ਼ ਦਾ, ਇਸ ਮੈਸੇਜ ਨੂੰ ਸ਼ੇਅਰ ਕਰਿਆ ਕਰੋ। तमाम ਸਾਥੀ ਜਿਹੜੇ ਸਾਡੇ ਨਾਲ YouTube ਤੇ ਜੁੜ ਰਹੇ ਨੇ, Facebook ਤੇ ਜੁੜ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕਮਲਜੀਤ ਹੇਰ ਜੀ ਦਾ, ਜਿਨ੍ਹਾਂ ਨੇ ਬਹੁਤ ਵਧੀਆ ਪੋਸਟ ਪਾ ਕੇ ਸ਼ੇਅਰ ਵੀ ਕੀਤਾ ਪੋਸਟਰ। ਮੈਂ तमाम ਸਾਥੀਆਂ ਨੂੰ ਕਹਾਂਗਾ, ਸਾਰੇ ਲੋਕ ਜਿਹੜੇ ਨੇ ਕਮਲਜੀਤ ਹੇਰ ਜੀ ਤੋਂ ਸਿੱਖਦੇ ਹੋਏ ਆਪਣੇ ਜਿਹੜੇ ਮੈਸੇਜ ਆਉਂਦੇ ਨੇ ਫੇਸਬੁੱਕ ਤੇ ਸ਼ੇਅਰ ਕਰੋ। ਆਜ਼ਾਦ ਸਾਹਿਬ ਨੂੰ ਵੀ ਬੇਨਤੀ ਕਰਾਂਗਾ, ਗੁਰਵਿੰਦਰ ਬਾਜਵਾ ਜੀ ਨੂੰ ਵੀ ਬੇਨਤੀ ਕਰਾਂਗਾ, ਬੂਟਾ ਸਿੰਘ ਧੀਰਾ ਪੱਤਰ ਨੂੰ ਵੀ ਕਹਾਂਗਾ। ਔਰ WhatsApp ग्रुपां 'ਚ ਵੀ ਸ਼ੇਅਰ ਕਰੀਏ, ਬਣਾਈਏ ਔਰ ਇੱਕ ਵਾਤਾਵਰਣ ਬਣਾਈਏ। ਔਰ ਜਦੋਂ ਰਿਜ਼ਲਟ ਆਣਗੇ ਉਸ ਤੋਂ ਬਾਅਦ ਅਸੀਂ ਇੱਕ ਹਫ਼ਤੇ ਦਾ ਟਾਈਮ ਦੇ ਕੇ ਅਸੀਂ ਇੱਕ ਵੱਡਾ ਪ੍ਰੋਗਰਾਮ ਚੰਡੀਗੜ੍ਹ 'ਚ ਤਿਆਰ ਕਰਾਂਗੇ, ਉਹਦੀ ਤਿਆਰੀ ਸ਼ੁਰੂ ਕਰਾਂਗੇ। ਔਰ ਇੱਕ ਏਜੰਡਾ ਜਿਹੜਾ ਹੈ ਉਦੋਂ ਤੱਕ ਅਸੀਂ ਰੋਡ ਮੈਪ ਉੱਥੇ ਪ੍ਰੈਜ਼ੈਂਟ ਕਰਾਂਗੇ ਕਿ ਪੰਜਾਬ ਦੇ ਵਾਸਤੇ ਹੈਲਥ, ਆਰਗੈਨਿਕ ਫਾਰਮਿੰਗ, ਇਨਵਾਇਰਨਮੈਂਟ ਤੇ ਕੀ ਰੋਡ ਮੈਪ ਹੋਵੇ। ਸਾਰੇ ਲੋਕ ਜਿਹੜੇ ਜੁੜੇ ਉਹਨਾਂ ਦਾ ਸ਼ੁਕਰੀਆ। ਸਵੇਰੇ ਸਵੇਰੇ ਜਿਨ੍ਹਾਂ ਨੂੰ ਤੰਗ ਕੀਤਾ, ਉਠਾਇਆ, तमाम ਸਾਥੀਆਂ ਦਾ। ਮੈਂ ਜਾਣ ਤੋਂ ਪਹਿਲੇ ਦੱਸ ਦਵਾਂ, ਇਹ ਜਿਹੜੇ 2 ਡਾਕਟਰ ਨੇ, ਡਾਕਟਰ ਸਚਿਨ ਗੁਪਤਾ ਤੇ ਡਾਕਟਰ JS ਠਾਕੁਰ, ਇਹ ਦੋਨੋਂ ਆਰਗੈਨਿਕ ਫਾਰਮਿੰਗ ਦੇ ਗਰੁੱਪ ਚਲਾਉਂਦੇ ਪਏ ਨੇ। ਕਮਿਊਨਿਟੀ ਆਰਗੈਨਿਕ ਫਾਰਮ, ਇਹ 50-60 ਆਰਗੈਨਿਕ ਜਿਹੜੇ ਕੰਜ਼ਿਊਮਰ ਫੈਮਿਲੀਜ਼ ਜਿਹੜੀਆਂ ਨੇ ਉਹ ਸਚਿਨ ਗੁਪਤਾ ਜੀ ਦੇ ਗਰੁੱਪ 'ਚ ਨੇ। ਔਰ 15-20 ਫੈਮਿਲੀਜ਼ ਜਿਹੜੀਆਂ ਹੈਗੀਆਂ ਨੇ ਉਹ ਡਾਕਟਰ JS ਠਾਕੁਰ ਜੀ ਦੇ ਗਰੁੱਪ 'ਚ ਨੇ। ਇਹ ਦੋਨੋਂ ਆਰਗੈਨਿਕ ਫਾਰਮ ਚਲਾਉਂਦੇ ਨੇ, ਆਰਗੈਨਿਕ ਫਾਰਮਿੰਗ ਕਰਦੇ ਪਏ ਨੇ। ਤੇ ਐਸੇ ਡਾਕਟਰ ਸਾਨੂੰ ਚਾਹੀਦੇ ਨੇ, ਇਲਾਜ ਵੀ ਕਰਦੇ ਨੇ, ਆਰਗੈਨਿਕ ਫਾਰਮਿੰਗ ਮੂਵਮੈਂਟ ਦੇ ਵੀ ਹਿੱਸੇ ਨੇ। तमाम ਲੋਕਾਂ ਦਾ ਸ਼ੁਕਰੀਆ, ਧੰਨਵਾਦ। जुड़ते रहिए और पंजाब की चढ़ती कला की अरदास करते रहिए।